ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਨੂਰ ਰੇਡੀਓ ਦੇ ਪਰਿਵਾਰ ਵਿੱਚ ਦਾਸ ਮਲਕੀਤ ਸਿੰਘ ਆਪ ਸਭ ਸੰਗਤਾਂ ਦਾ ਤਹਿ ਦਿਲ ਤੋਂ ਸਵਾਗਤ ਕਰਦਾ ਹੈ ਜੀ। ਵਾਹਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤਾਂ ਕਰਨ, ਆਪ ਸਭ ਗੁਰਸਿੱਖਾਂ ਨੂੰ ਚੜ੍ਹਦੀ ਕਲਾ ਬਖਸ਼ਣ, ਆਪਣੇ ਘਰੋਂ ਸਿੱਖੀ ਨਾਮਦਾਨ ਬਖਸ਼ ਕੇ ਨਿਹਾਲ ਕਰਨ, ਖਾਲਸਾ ਪੰਥ ਨੂੰ ਇੱਕ ਨਿਸ਼ਾਨ ਸਾਹਿਬ ਜੀ ਦੇ ਥੱਲੇ ਇਕੱਠੇ ਹੋਣ ਦਾ ਬਲ ਬਖਸ਼ਣ। ਸੋ ਗੁਰੂ ਪਿਆਰੋ, ਆਪ ਜੀ ਜਾਣਦੇ ਹੋ ਜੋ ਆਪਣੇ ਲੜੀਵਾਰ ਪ੍ਰਕਰਨ ਚੱਲ ਰਿਹਾ ਸੀ ਮਰਿਆਦਾ ਦੇ ਪ੍ਰਥਾਏ, ਕਿਉਂਕਿ ਹਰ ਘਰ ਦੀ ਜਿਵੇਂ ਇੱਕ ਮਰਿਆਦਾ ਆ, ਹਰ ਪਰਿਵਾਰ ਦੀ ਇੱਕ ਮਰਿਆਦਾ, ਗੁਰੂ ਨਾਨਕ ਦੇ ਦਰ ਦੀ ਵੀ ਇੱਕ ਮਰਿਆਦਾ ਜੋ ਗੁਰੂ ਸਾਹਿਬ ਨੇ ਬਹੁਤ ਰਹਿਮਤ ਕਰਕੇ, ਤਰਸ ਕਰਕੇ ਆਪਣੇ ਪਿਆਰੇ ਖਾਲਸੇ ਦੀ ਝੋਲੀ ਪਾਈ ਹੈ। ਜਿਵੇਂ ਅਕਸਰ ਹੀ ਆਪਾਂ ਜਿਹੜੀਆਂ ਵਿਚਾਰਾਂ ਕਰਦੇ ਹਾਂ ਕਿ ਇਸ ਸੰਸਾਰ ਵਿੱਚ ਦੋ ਚੀਜ਼ਾਂ ਦੀ ਭੁੱਖ ਜਿਹੜੀ ਸੀ ਉਹ ਕਿਸੇ ਤੋਂ ਦੂਰ ਨਾ ਹੋਈ। ਅਗਰ ਉਹ ਭੁੱਖ ਜਿਹੜੀ ਸੀ ਉਹ ਦੂਰ ਕੀਤੀ ਤਾਂ ਕੇਵਲ ਅਤੇ ਕੇਵਲ ਗੁਰੂ ਨਾਨਕ ਦੇ ਦਰ ਤੋਂ ਹੋਈ। ਪਹਿਲੀ ਜਿਹੜੀ ਭੁੱਖ ਸੀ ਉਹ ਪੇਟ ਦੀ ਭੁੱਖ ਹੈ, ਦੂਸਰੀ ਮਨ ਦੀ ਭੁੱਖ ਹੈ। ਸਰੀਰ ਦੀ ਭੁੱਖ ਜਿਹੜੀ ਹੈ ਜਦੋਂ ਉਹ ਸਤਾਉਂਦੀ ਆ, ਅਤੇ ਆਪਾਂ ਤਾਜ਼ੀ ਐਗਜ਼ੈਂਪਲ ਦੇਖੀਏ ਤਾਂ ਮਾਤਾ ਨੇ ਆਪਣੇ ਬੱਚਿਆਂ ਸਮੇਤ ਜਿਹੜੇ ਬੱਚਿਆਂ ਨੂੰ 9 ਮਹੀਨੇ ਆਪਣੇ ਪੇਟ ਦੇ ਵਿੱਚ ਰੱਖਿਆ। ਕਹਿੰਦੇ ਹੁੰਦੇ ਜਦੋਂ ਬੱਚਾ ਜਨਮ ਲੈਂਦਾ ਆ ਉਦੋਂ ਮਾਤਾ ਦਾ ਵੀ ਦੂਸਰਾ ਜਨਮ ਹੁੰਦਾ ਆ। ਖਾਲਸਾ ਜੀ, ਉਸ ਮਾਤਾ ਨੇ ਆਪਣੇ ਬੱਚਿਆਂ ਸਮੇਤ ਆਪਣਾ ਆਪਦਾ ਜਿਹੜਾ ਜੀਵਨ ਸੀ ਉਹਨੂੰ ਸਮਾਪਤ ਕਰ ਲਿਆ। ਐਸੀ ਪੇਟ ਦੀ ਭੁੱਖ ਹੈ। ਇਸ ਗੱਲ ਨੂੰ ਸਮਝ ਵੀ ਉਹੀ ਸਕਦੇ ਨੇ ਜੋ ਪੇਟ ਦੀ ਭੁੱਖ ਨਾਲ ਲੜਦੇ ਨੇ, ਜਿਨ੍ਹਾਂ ਨੂੰ ਪਰਮਾਤਮਾ ਨੇ ਰਿਜ਼ਕ ਦੇ ਦਿੱਤਾ, ਉਹਨਾਂ ਲਈ ਸ਼ਾਇਦ ਇਹ ਗੱਲ ਸਮਝਣੀ ਕੁਝ ਹੱਦ ਤੱਕ ਹਾਰਡ ਹੋ ਜਾਂਦੀ ਆ। ਅੱਗੇ ਪਿਆਰੇ ਖਾਲਸਾ ਜੀ, ਉਹ ਵਾਹਿਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਕਰਨ। ਦੂਸਰੀ ਭੁੱਖ ਸੀ ਜੋ ਮਨ ਦੀ ਭੁੱਖ ਸੀ। ਜਦੋਂ ਮਨ ਵਿਕਾਰਾਂ ਵਿੱਚ ਡੁੱਬ ਜਾਂਦਾ ਅਤੇ ਇਹ ਮਨ ਵੱਡੇ ਤੋਂ ਵੱਡਾ ਪਾਪ ਕਰਵਾ ਦਿੰਦਾ ਅਤੇ ਬੰਦੇ ਨੂੰ ਪਤਾ ਹੀ ਨਹੀਂ ਚੱਲਦਾ ਕਿ ਕੋਈ ਪਾਪ ਕਰ ਗਏ ਆ। ਉਦਾਹਰਨ ਦੇ ਤੌਰ 'ਤੇ ਆਪਾਂ ਨੇੜੇ ਹੀ ਚਲੇ ਜਾਈਏ ਅਤੇ ਆਪਾਂ ਦੇਖਿਆ ਆ ਕਿ ਕਿਵੇਂ ਜਿਹੜੇ ਕੋਈ 21 ਸਾਲ ਦਾ ਬੱਚਾ ਸੀ, ਕੋਈ 22 ਸਾਲ ਦਾ ਸੀ, ਕੋਈ 25 ਸਾਲ ਦਾ ਸੀ, ਅਤੇ ਰਾਖਸ਼ਸ ਬਣ ਗਏ ਅਤੇ ਧੀਆਂ ਦੀ ਜਿਹੜੀ ਇੱਜ਼ਤ ਆਬਰੂ ਰੋਲ ਦਿੱਤੀ, ਅਤੇ ਬਾਅਦ ਦੇ ਵਿੱਚ ਆਪਣੀ ਵੀ ਜ਼ਿਆਦਾ ਜ਼ਿੰਦਗੀ ਜਿਹੜੀ ਉਹ ਖਰਾਬ ਕਰ ਦਿੱਤੀ। ਸੋ ਇਹਨਾਂ ਦੋਹਾਂ ਚੀਜ਼ਾਂ ਤੋਂ ਜਿਹੜੀ ਪੇਟ ਦੀ ਭੁੱਖ ਅਤੇ ਜਿਹੜੀ ਮਨ ਦੀ ਭੁੱਖ ਸੀ ਉਹਨੂੰ ਦੂਰ ਕੀਤਾ ਅਤੇ ਗੁਰੂ ਨਾਨਕ ਦੇ ਦਰ ਨੇ ਕੀਤਾ। ਸੋ ਜਿੱਥੇ ਆਪਾਂ ਪਰ ਅੱਜ ਜਦੋਂ ਆਪਾਂ ਦੇਖਦੇ ਹਾਂ ਅਤੇ ਖਾਲਸਾ ਜੀ ਸ਼ਾਇਦ ਆਪਾਂ ਉਹਨਾਂ ਹੀ ਭੁੱਖਾਂ ਦੇ ਵਿੱਚ ਦੁਬਾਰਾ ਵੜਦੇ ਜਾ ਰਹੇ ਹਾਂ। ਅਸੀਂ ਲੰਗਰ ਪ੍ਰਸ਼ਾਦਾ ਵੀ ਸੋਹਣਾ ਤਿਆਰ ਕਰਦੇ ਹਾਂ, ਪਰ ਲੰਗਰ ਪ੍ਰਸ਼ਾਦੇ ਦੇ ਪਿਛਲਾ ਜਿਹੜਾ ਕੰਸੈਪਟ ਸੀ ਉਹਨੂੰ ਭੁਲਾ ਦਿੱਤਾ। ਗੁਰੂ ਘਰ ਜਾਂਦੇ ਹਾਂ ਪਰ ਗੁਰੂ ਘਰ ਸੋਝੀ ਲੈਣ ਜਾਣ ਦੀ ਬਜਾਏ ਸੋਝੀ ਦੇਣ ਤੁਰ ਪੈਂਦੇ ਹਾਂ। ਇਹ ਕਿਸੇ ਇੱਕ ਗੁਰਸਿੱਖ ਪਿਆਰੇ ਦੀ ਗੱਲ ਨਹੀਂ ਆ। ਇਹ ਨਹੀਂ ਆ ਕਿ ਦਾਸ ਬੋਲ ਰਿਹਾ ਅਤੇ ਦਾਸ ਕੋਈ ਵੱਖਰਾ ਹੈ। ਆਪਾਂ ਸਾਰੇ ਵਿੱਚੇ ਹੀ ਆਉਂਦੇ ਹਾਂ। ਜਾਣਾ ਆਪਾਂ ਸੋਝੀ ਲੈਣ ਸੀ, ਆਪਾਂ ਸੋਝੀ ਵੰਡ ਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਸੇ ਦੇ ਲਈ ਆਪਾਂ ਜਿਹੜਾ ਸੀ ਇਹ ਪ੍ਰੋਗਰਾਮ ਆਰੰਭ ਕੀਤਾ ਸੀ ਮਰਿਆਦਾ ਦੇ ਪ੍ਰਥਾਏ, ਕਿ ਆਪਾਂ ਗੁਰੂ ਘਰ ਦੀ ਮਰਿਆਦਾ ਨੂੰ, ਗੁਰੂ ਨਾਨਕ ਦੇ ਦਰ ਦੀ ਮਰਿਆਦਾ ਨੂੰ ਕਿਵੇਂ ਆਪਾਂ ਫੋਲੋ ਕਰਨਾ ਹੈ, ਕਿਵੇਂ ਆਪਾਂ ਗੁਰੂ ਘਰ ਦੀਆਂ ਖੁਸ਼ੀਆਂ ਜਿਹੜੀਆਂ ਉਹਨਾਂ ਨੂੰ ਪ੍ਰਾਪਤ ਕਰਨਾ ਹੈ। ਸੋ ਦੂਸਰੀ ਬੇਨਤੀ ਇਹ ਹੈ ਕਿ ਜੋ ਅੱਜ ਜਰਵਾਣੇ ਸਾਡੇ 'ਤੇ ਚੜ੍ਹ ਕੇ ਆਏ ਨੇ, ਇਹ ਜਰਵਾਣਾ ਕੋਈ ਨਵਾਂ ਸਾਡੇ 'ਤੇ ਚੜ੍ਹ ਕੇ ਨਹੀਂ ਆਇਆ, ਮੁੱਢ ਕਦੀਮ ਤੋਂ ਹੀ ਚੜ੍ਹਦਾ ਆਇਆ ਹੈ। ਅਤੇ ਮੁੱਢ ਕਦੀਮ ਤੋਂ ਹੀ ਖਾਲਸਾ ਜਿਹੜਾ ਹੈ ਇਹਨਾਂ ਨੂੰ ਟਿੱਡੀ ਦਲ ਕਰਕੇ ਇਹਨਾਂ ਦੇ ਮੂੰਹ ਭੰਨਦਾ ਆਇਆ। ਖਾਲਸਾ ਜੀ, ਉਹ ਪਹਿਲੋਂ ਜਿੱਥੇ ਸਾਡੇ ਦੇ ਉੱਤੇ ਇਹਨਾਂ ਨੇ ਜਿਹੜਾ ਜ਼ੁਲਮ ਗੁਜ਼ਾਰਨਾ ਸ਼ੁਰੂ ਕੀਤਾ, ਉਸ ਜ਼ੁਲਮ ਦੀ ਤੁਸੀਂ ਜੇ ਦੇਖੋ ਤਾਂ ਕਿਸੇ ਵੀ ਤੁਹਾਨੂੰ ਹੋਰ ਦੁਨੀਆ ਦੇ ਵਿੱਚ ਮਿਸਾਲ ਨਹੀਂ ਮਿਲੇਗੀ। ਜਿੰਨਾ ਜ਼ੁਲਮ ਸਾਡੇ 'ਤੇ ਗੁਜ਼ਾਰਿਆ ਗਿਆ, ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਹੋਵੇ, ਚਾਹੇ ਉਹ ਮੁਗਲਾਂ ਦੇ ਰੂਪ ਦੇ ਵਿੱਚ ਹੋਵੇ, ਚਾਹੇ ਉਹ ਅੰਗਰੇਜ਼ਾਂ ਦੇ ਰੂਪ ਦੇ ਵਿੱਚ ਹੋਵੇ, ਚਾਹੇ ਹਿੰਦੁਸਤਾਨ ਦੀ ਬੁੱਚੜ ਹੁਕੂਮਤ ਵੱਲੋਂ ਹੋਵੇ, ਕੋਈ ਕਸਰ ਸਾਡੇ ਉੱਪਰ ਨਹੀਂ ਛੱਡੀ ਗਈ। ਪਰ ਨਾਲ ਦੀ ਨਾਲ ਜਿਹੜਾ ਸੀ ਸਾਡੇ ਕਦੀ ਕਮਿਊਨਿਸਟ ਲਹਿਰ ਆ ਗਈ, ਕਦੀ ਕੋਈ ਅਤੇ ਕਦੀ ਕੋਈ, ਲੱਲੇ ਪੱਬੇ ਸਭ ਸੇਮ ਨੇ ਸਾਡੇ ਲਈ। ਇਹ ਸਾਡੇ ਉੱਤੇ ਜਿਹੜੇ ਮਾਨਸਿਕ ਤੌਰ ਦੇ ਉੱਤੇ ਸਾਡੇ 'ਤੇ ਹਮਲੇ ਇਹਨਾਂ ਨੇ ਜਾਰੀ ਰੱਖੇ ਨੇ। ਉਹਨਾਂ ਹਮਲਿਆਂ ਦੇ ਨਾਲ ਖਾਲਸਾ ਪੰਥ ਨੇ ਹਮੇਸ਼ਾ ਉਹਨਾਂ ਦਾ ਮੂੰਹ ਭੰਨਿਆ। ਕਈ ਵਾਰੀ ਇੱਦਾਂ ਜ਼ਰੂਰ ਲੱਗਦਾ ਕਿ ਇਹ ਲਹਿਰਾਂ ਬਹੁਤ ਉੱਪਰ ਚੜ੍ਹ ਕੇ ਆ ਰਹੀਆਂ ਅਤੇ ਪਤਾ ਨਹੀਂ ਇਹ ਕੀ ਜਿਹੜਾ ਹੈ ਉਹ ਸਾਡੇ ਕੇਲੇ ਹਿਲਾ ਦੇਣਗੀਆਂ। ਪਰ ਜਦੋਂ ਇਹ ਪਹੁੰਚਦੀਆਂ ਨੇ ਤਾਂ ਫਿਰ ਗੁਰੂ ਨਾਨਕ ਦੇ ਦਰ ਦੇ ਹੇਠਾਂ ਹੀ ਚਰਨਾਂ ਸਪਰਸ਼ ਕਰਕੇ ਹੀ ਮੁੜਨਾ ਪੈਂਦਾ, ਕਿਉਂਕਿ ਇੱਥੇ ਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਹੀ ਛੁੱਟਦੀ ਆ। ਸੋ ਅੱਜ ਵੀ ਇਸੇ ਤਰੀਕੇ ਦੇ ਨਾਲ ਇਹ ਲਹਿਰ ਜਿਹੜੀ ਸਾਡੇ 'ਤੇ ਚੜ੍ਹਾਈ ਜਾ ਰਹੀ ਆ, ਚਾਹੇ ਉਹ ਨਿਊਜ਼ੀਲੈਂਡ ਦੇ ਵਿੱਚ ਬੈਠਾ ਇੱਕ ਡੰਗਰ ਬਕਵਾਸ ਕਰ ਰਿਹਾ ਹੋਵੇ, ਚਾਹੇ ਹੋਰ ਨੇ ਲੱਲੇ ਪੱਬੇ ਸਭ ਸੇਮ ਨੇ। ਅਤੇ ਇਹਨਾਂ ਦੀ ਪੈਰਵਾਈ ਭਾਵੇਂ ਜਿਹੜੇ ਸਾਡੇ ਜਿਹਨਾਂ ਨੂੰ ਅਸੀਂ ਆਪਣੇ ਵੱਲੋਂ ਸਿਰ ਦੇ ਕੇ ਜਿਹੜੀਆਂ ਅਸੀਂ ਜਥੇਬੰਦੀਆਂ ਸ਼ੁਰੂ ਕੀਤੀਆਂ ਸੀ, ਭਾਵ SGPC, ਉਹੀ ਦੋਹਰਾ ਕਿਰਦਾਰ ਪਲੇਅ ਕਰਦੀ ਹੋਈ ਇੱਕ ਬੰਨੇ ਤੋਂ ਸਾਨੂੰ ਇਹ ਦੱਸੇ
ਕਿ ਇਹ ਤੁਹਾਡੇ ਦੁਸ਼ਮਣ ਹੈ ਅਤੇ ਦੂਸਰੇ ਬੰਨੇ ਇਹਨਾਂ ਦੀ ਫੰਡਿੰਗ ਵੀ ਕਰੀ ਜਾਵੇ, ਉਹ ਵੀ ਨਾਲ ਰਲੇ ਹੋਏ ਨੇ। ਪਰ ਫਿਰ ਵੀ ਜਿਹੜਾ ਖਾਲਸਾ ਪੰਥ ਹੈ ਉਹ ਨਿਆਰਾ ਆ, ਅਤੇ ਆਪਾਂ ਇਹਨਾਂ ਦੇ ਦੋ ਤਰੀਕੇ ਨਾਲ ਇਹਨਾਂ ਦੇ ਮੂੰਹ ਭੰਨ ਸਕਦੇ ਹਾਂ। ਉਹਦੇ ਵਿੱਚ ਇੱਕ ਮੂੰਹ ਭੰਨਣ ਦਾ ਤਰੀਕਾ ਹੈ ਜੋ ਆਪਾਂ ਪਿਛਲੀ ਵਾਰੀ ਜਿੱਦਾਂ ਆਪਾਂ ਇਹਨਾਂ ਨੂੰ ਜਵਾਬ ਦਿੱਤੇ ਸੀ, ਕੱਲ੍ਹ ਵੀ ਇਹਨਾਂ ਦੇ ਉੱਤੇ ਹੀ ਪ੍ਰੋਗਰਾਮ ਹੈ ਖਾਲਸਾ ਜੀ, ਅਤੇ ਅੱਜ ਵੀ ਸਵੇਰੇ ਦੇ 2 ਪ੍ਰੋਗਰਾਮ ਨੇ ਜੀ, ਇੱਕ ਸ਼ਾਮ ਦਾ 8 ਵਜੇ ਦਾ ਹੈ, ਇੱਕ ਸਵੇਰੇ ਪਹਿਲਾਂ 10 ਵਜੇ ਦਾ। ਉਹਦੇ ਵਿੱਚ ਵੀ ਆਪਾਂ ਗੱਲਬਾਤ ਕਰਾਂਗੇ, ਕਿਉਂਕਿ ਕੁਝ ਖਾਸ ਇਹਨਾਂ ਦੇ ਵਿਅਕਤੀਆਂ ਬਾਰੇ ਆਪਾਂ ਗੱਲਬਾਤ ਕਰਨੀ ਆ। ਉਹ ਪੋਸਟਰ ਜਲਦੀ ਆਪਾਂ ਨਸ਼ਰ ਕਰ ਦਿਆਂਗੇ। ਸੋ ਇੱਕ ਮੂੰਹ ਭੰਨਣ ਦਾ ਤਰੀਕਾ ਇਹ ਹੈ ਕਿ ਇਹਨਾਂ ਦੀ ਹਰ ਗੱਲ ਦਾ ਜਵਾਬ ਜਿਹੜਾ ਹੈ ਆਪਾਂ ਦਈਏ, ਪਰ ਨਾਲ ਦੀ ਨਾਲ ਜਿਹੜਾ ਦੂਸਰਾ ਪੱਖ ਹੈ ਜਿਹਦੀ ਬਹੁਤ ਸਾਨੂੰ ਲੋੜ ਹੈ, ਮੈਂ ਹੱਥ ਜੋੜ ਕੇ ਸਾਰਿਆਂ ਵੀਰਾਂ ਭੈਣਾਂ ਦੇ ਚਰਨਾਂ ਵਿੱਚ ਸਿਰ ਰੱਖ ਕੇ ਮੰਗ ਕਰਦਾ ਆਪ ਜੀ ਦੇ ਕੋਲੋਂ ਕਿ ਜਦੋਂ ਅਸੀਂ ਇਹਨਾਂ ਦੀ ਕਲਾਸ ਲਾਉਂਦੇ ਹਾਂ, ਜਦੋਂ ਇਹਨਾਂ ਦੇ ਖਿਲਾਫ ਆਪਾਂ ਬੋਲਦੇ ਹਾਂ, ਸਾਨੂੰ ਤਾਨੇ ਵੀ ਸੁਣਨੇ ਪੈਂਦੇ ਨੇ ਵੀ ਤੁਹਾਨੂੰ ਦੇਖਣ ਵਾਲੇ 2 ਨੇ 4 ਨੇ, ਸਾਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਵਾਹਿਗੁਰੂ ਜਾਣਦੇ ਨੇ, ਦਸੜੇ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਜਵਾਬ ਖਾਲਸਾ ਜੀ ਤੁਹਾਡੇ ਲਈ ਹੁੰਦੇ ਹੀ ਨਹੀਂਗੇ, ਉਹ ਕੇਵਲ ਅਤੇ ਕੇਵਲ ਇਹਨਾਂ ਲਈ ਹੁੰਦੇ ਨੇ। ਪਰ ਮੇਰਾ ਉਦੋਂ ਮਨ ਦੁਖਦਾ ਜਦੋਂ ਆਪਾਂ ਗੁਰਬਾਣੀ ਦੀ ਗੱਲ ਕਰਦੇ ਹਾਂ ਅਤੇ ਦੇਖਣ ਵਾਲੇ ਨਹੀਂ ਹੁੰਦੇ। ਜਿੰਨਾ ਚਿਰ ਅਸੀਂ ਗੁਰਬਾਣੀ ਦੇ ਲੜ ਨਹੀਂ ਲੱਗੇ, ਕਿਸੇ ਵੀ ਸਾਡੀ ਟੀਮ ਦੇ ਵਿੱਚੋਂ ਲਾ ਲਓ ਜਾਂ ਜਿੰਨੇ ਬੁਲਾਰੇ ਅਸੀਂ ਸੱਦੀ ਦੇ ਨੇ, ਕਿਸੇ ਦੇ ਵਿੱਚ ਦਮ ਨਹੀਂ ਹੈਗਾ ਕਿ ਇਹਨਾਂ ਦਾ ਮੂੰਹ ਤੋੜ ਸਕੇ। ਇਹਨਾਂ ਦਾ ਮੂੰਹ ਤੋੜ ਸਕਦੀ ਅਤੇ ਤੋੜ ਸਕਦੀ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਹਾਜ਼ਰ ਨਾਜ਼ਰ ਨੇ, ਉਹ ਉਹਨਾਂ ਦਾ ਮੂੰਹ ਭੰਨ ਸਕਦੇ ਨੇ। ਸਮਰੱਥਾ ਉਹਨਾਂ ਵਿੱਚ ਆ, ਸਾਡੇ ਵਿੱਚ ਨਹੀਂ ਹੈਗੀ। ਜਦੋਂ ਸਮਰੱਥਾ ਵਾਲੀ ਦੀ ਆਪਾਂ ਗੱਲ ਕਰੀਦੀ ਆ, ਉਦਣ ਸਾਡਾ ਨਾਂ ਜੁੜਨਾ ਉਹ ਕਿਤੇ ਨਾ ਕਿਤੇ ਮਨ ਨੂੰ ਜਿਹੜਾ ਅਪਸੈਟ ਵੀ ਕਰਦਾ ਹੈ। ਖਾਲਸਾ ਜੀ ਆਓ, ਇਹ ਆਪਾਂ ਨੂੰ ਕਰਨਾ ਪੈਣਾ। ਤੁਸੀਂ ਅੱਜ ਕਰ ਲਓ, ਤੁਸੀਂ ਕੱਲ੍ਹ ਕਰ ਲਓ, ਤੁਹਾਨੂੰ ਐਂਡ ਆਫ ਦਾ ਡੇ ਜਿਹੜਾ ਹੈਗਾ ਆ ਉਹ ਆਪਣੇ ਆਪ ਨੂੰ ਗੁਰਬਾਣੀ ਦੇ ਲਈ ਜਿਹੜਾ ਹੈ ਤਿਆਰ ਰੱਖਣਾ ਚਾਹੀਦਾ। ਗੁਰੂ ਸਾਹਿਬ ਦੇ ਚਰਨਾਂ ਦਾ ਪਿਆਰ ਤਾਂ ਹੀ ਮਿਲਣਾ ਜੇ ਆਪਾਂ ਗੁਰਬਾਣੀ ਦੇ ਲੜ ਲੱਗਾਂਗੇ। ਪੋਥੀ ਪਰਮੇਸ਼ਵਰ ਦਾ ਸਥਾਨ ਆ, ਸੋ ਇਸ ਪਰਮੇਸ਼ਵਰ ਦੇ ਚਰਨ ਪਰਸਾਂਗੇ ਤਾਂ ਹੀ ਆਪਾਂ ਜਿਹੜਾ ਹੈਗਾ ਆ ਉਹ ਹਰ ਕਿਸੇ ਨੂੰ ਮੂੰਹ ਭੰਨਵਾਂ ਜਵਾਬ ਦੇ ਸਕਦੇ। ਨਹੀਂ ਤਾਂ ਅੱਜ ਇੱਕ ਢੰਡਰੀ ਵਾਲਾ ਢਾਲੋਗੇ, ਨੇਕੀ ਢਾਲੋਗੇ, 4 ਦਿਨ ਬੱਲੇ ਬੱਲੇ ਹੋ ਜੂਗੀ, 5ਵੇਂ ਦਿਨ ਕੋਈ ਹੋਰ ਆ ਕੇ ਖੜ੍ਹ ਜੂਗਾ। ਹਜੇ ਰਾਮਪਾਲ ਪਿਆ ਜਿਹੜਾ ਉਹ ਹਰਿਆਣੇ ਵਾਲਾ ਕੁੱਤਾ ਆ, ਫਿਰ ਕੋਈ ਆ ਗਿਆ ਬਿਆਸ ਵਾਲਾ ਆ ਗਿਆ, ਕੋਈ ਸਰਸੇ ਵਾਲਾ ਆ ਗਿਆ, ਕਿੰਨੇ ਕੁ ਨਾਲ ਲੜੋਗੇ। ਤਾਂ ਹੀ ਆ ਜੇ ਤੁਸੀਂ ਇਸ ਬਾਣੀ ਨੂੰ ਵੱਧ ਤੋਂ ਵੱਧ ਕੰਠ ਕਰੋਗੇ। ਗੁਰੂ ਸਾਹਿਬ ਜੀ ਦਾ ਸਾਨੂੰ ਹੁਕਮ ਹੈ ਖਾਲਸਾ ਜੀ, ਵੱਧ ਤੋਂ ਵੱਧ ਬਾਣੀ ਕੰਠ ਕਰਨੀ, ਆਪਣੇ ਇਤਿਹਾਸ ਨੂੰ ਪੜ੍ਹਨਾ। ਕੱਲਾ ਸਿੱਖਾਂ ਦੇ ਵਿੱਚ ਵਿਦਵਾਨਾਂ ਦੀ ਲੋੜ ਨਹੀਂ ਹੈ, ਕਿਉਂਕਿ ਤੁਸੀਂ ਕੱਲਾ ਵਿਦਵਾਨ ਹੋਣੇ ਚਾਹੀਦੇ। ਸਾਡਾ ਇੱਕ ਬੱਚਾ ਜਿਹੜਾ ਆ ਉਹ ਵਿਦਵਾਨ ਬਣਨਾ ਚਾਹੀਦਾ, ਤਾਂ ਸਾਡੀ ਕੀਤੀ ਹੋਈ ਸੇਵਾ ਸਫਲ ਆ, ਤਾਂ ਗੁਰੂ ਸਾਹਿਬ ਜੀ ਨੇ ਅਸੀਂ ਖੁਸ਼ੀਆਂ ਪ੍ਰਾਪਤ ਕਰ ਸਕਦੇ। ਨਹੀਂ ਖਾਲਸਾ ਜੀ, ਇਤਿਹਾਸ ਨੇ ਸਾਨੂੰ ਕਦੇ ਬਖਸ਼ਣਾ ਨਹੀਂ ਆ। ਸਾਡੇ ਵੱਡਿਆਂ ਦਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਉਹਨਾਂ ਦੇ ਮੁੱਖ ਤੋਂ ਬਾਣੀ ਨਹੀਂ ਸੀ ਵਿਸਰੀ। ਕਦੀ ਆਪਣੇ ਹੱਥ ਦੇ ਵਿੱਚ ਇੱਕ ਸੂਈ ਚੋਭ ਕੇ ਦੇਖੋ, ਆਪਣੀਆਂ ਲੇਰਾਂ ਨਿਕਲ ਜਾਂਦੀਆਂ। ਉਹ ਵੀ ਉਹਨਾਂ ਦੇ ਵੀ ਸਰੀਰ ਸਾਡੇ ਵਰਗੇ ਸੀ, 5 ਤੱਤਾਂ ਦਾ ਸਰੀਰ ਸੀ, ਬੰਦ ਕਟਵਾ ਗਏ। ਕਿਵੇਂ ਕਟਵਾ ਹੋ ਗਏ? ਆਓ ਆਪਾਂ ਦਸੜੇ ਦਾ ਮੁੱਖ ਦੇ ਵਿੱਚ ਇੰਨੀ ਬਲ ਨਹੀਂ ਹੈਗਾ ਕਿ ਉਸ ਗੱਲ ਨੂੰ ਵਿਚਾਰ ਸਕਾਂ। ਆਓ ਆਪਾਂ ਸਦੀ ਦੇ ਮਹਾਨ ਯੋਧੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਉਹਨਾਂ ਦੇ ਬਚਨ ਸਰਵਣ ਕਰਦੇ ਹਾਂ। ਇੱਕ ਵਾਰ ਕਿਸੇ ਨੇ ਕਿਹਾ ਸੀ, ਕਹਿੰਦੇ ਸੰਤਾਂ ਦਾ ਲਾਇਆ ਹੋਇਆ ਮੋਰਚਾ। ਸੰਤਾਂ ਨੇ ਉਹਨੂੰ ਇੰਨੇ ਲੰਬੇ ਹੱਥੀ ਲਿਆ, ਕਹਿੰਦੇ ਭਿੰਡਰਾਂ ਵਾਲਾ ਕੌਣ ਹੁੰਦਾ ਕੋਈ ਮੋਰਚਾ ਲਾਉਣ ਵਾਲਾ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮੋਰਚਾ ਹੈ। ਗੁਰੂ ਗ੍ਰੰਥ ਸਾਹਿਬ ਜੀ ਚਾਹੁਣ ਅਤੇ ਅੱਖ ਝਮਕਣ ਤੋਂ ਪਹਿਲਾਂ ਇੱਥੇ ਸਾਰੇ ਭਿੰਡਰਾਂ ਵਾਲੇ ਖੜ੍ਹੇ ਕਰ ਦੇਣਗੇ। ਪਰ ਭਿੰਡਰਾਂ ਵਾਲੇ ਲੱਖਾਂ ਇਕੱਠੇ ਹੋ ਕੇ ਸਾਰੀ ਉਮਰ ਲੱਗੇ ਰਹਿਣ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਇੱਕ ਤੁੱਕ ਵੀ ਤਿਆਰ ਨਹੀਂ ਕਰ ਸਕਦੇ। ਸੋ ਵੀਰ ਬਲਜੀਤ ਸਿੰਘ ਜੀ, ਤੁਸੀਂ ਆਪਣਾ ਨੰਬਰ ਦੇ ਦਿਓ ਅਤੇ ਮੈਨੂੰ ਦੱਸ ਦਿਓ ਕਿਸ ਪ੍ਰਥਾਏ ਗੱਲ ਕਰਨੀ ਆ, ਅਤੇ ਆਪਾਂ ਤੁਹਾਨੂੰ ਕੱਲ੍ਹ ਨੂੰ ਕਾਲ ਲਾ ਲਾਂਗੇ ਜੀ। ਅੱਜ ਮੈਂ ਕਿਸੇ ਦੀ ਵੀ ਕਾਲ ਨਹੀਂ ਲੈਣੀ, ਕਿਉਂਕਿ ਅੱਜ ਦਾ ਆਪਣਾ ਪ੍ਰੋਗਰਾਮ ਮਰਿਆਦਾ 'ਤੇ ਆ, ਅਤੇ ਮਰਿਆਦਾ ਦੇ ਵਿੱਚ ਕਿਸੇ ਦੀ ਵੀ ਆਪਾਂ ਕਾਲ ਨਹੀਂ ਲੈਣੀ ਹੈਗੀ। ਕੇਵਲ ਅਤੇ ਕੇਵਲ ਗਿਆਨੀ ਸੁਰਜੀਤ ਸਿੰਘ ਜੀ ਆਪਣੇ ਵਿਚਾਰਾਂ ਨਾਲ ਨਿਹਾਲ ਕਰਨਗੇ ਜੀ। ਸੋ ਖਾਲਸਾ ਜੀ, ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਬਚਨ ਆਪ ਜੀ ਦੇ ਨਾਲ ਸਾਂਝੇ ਕੀਤੇ ਨੇ। ਸੋ ਜੇ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਵਰਗੇ ਯੋਧੇ ਇਹ ਗੱਲ ਕਹਿੰਦੇ ਨੇ, ਅਤੇ ਆਪਾਂ ਜਿਹੜੀ ਗੱਲਬਾਤ ਹੈਗੀ ਆ ਉਹ ਕਿੱਦਾਂ ਕਹਿ ਸਕਦੇ ਹੋ ਕਿ ਬਾਣੀ ਤੋਂ ਬਿਨਾਂ ਅਸੀਂ ਕੁਛ ਕਰ ਜਾਵਾਂਗੇ। ਸੋ ਆਓ ਪਹਿਲੇ ਨੰਬਰ ਦੇ ਉੱਤੇ ਆਪਾਂ ਜਿਹੜੇ ਹੈ ਬਾਣੀ ਦੇ ਲੜ ਲੱਗੀਏ, ਆਪਾਂ ਬਾਣੇ ਦੇ ਧਾਰਨੀ ਹੋਈਏ, ਅਤੇ ਕੱਲਾ ਜਿਹੜਾ ਸਾਡਾ ਬੱਚਾ ਹੈ ਵੱਧ ਤੋਂ ਵੱਧ ਬਾਣੀ ਕੰਠ ਕਰੇ। ਸੋ ਜੇ ਆਪਾਂ ਬਾਣੀ ਨਹੀਂ ਪੜ੍ਹਨੀ, ਕੰਨਾਂ ਦਾ ਰਸ ਲੈਣਾ ਆ, ਫਿਰ ਸਾਡੀ ਮਿਹਨਤ ਕੀਤੀ ਦਾ ਕੋਈ ਫਾਇਦਾ ਨਹੀਂ ਹੈਗਾ, ਫਿਰ ਸਾਡੇ ਬੋਲੇ ਦਾ ਕੋਈ ਫਾਇਦਾ ਨਹੀਂ ਹੈਗਾ। ਫਿਰ ਮੈਂ ਇਹੀ ਬੇਨਤੀ ਕਰਾਂਗਾ ਕਿ ਫਿਰ ਆਪਾਂ ਜਿਹੜਾ ਹੈਗਾ ਵੀ ਉਹ ਸਭ ਕੁਝ ਛੱਡ ਕੇ ਕੋਈ ਨਾ ਕੋਈ ਕੰਮ ਕਾਜ ਦੁਨੀਆ ਵੀ ਕਰੀਏ। ਲੋਕ ਅਤੇ ਪ੍ਰਲੋਕ ਜੇ ਸੁਹੇਲੇ ਕਰਨੇ ਤਾਂ ਕੇਵਲ ਬਾਣੀ ਕਰ ਸਕਦੀ ਹੈ। ਸੋ ਬਲਜੀਤ ਸਿੰਘ ਜੀ, ਮੇਰੀ ਇੱਕ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਇਹ ਪ੍ਰੋਗਰਾਮ ਗੁਰਸਿੱਖਾਂ ਲਈ ਹੈ, ਅਤੇ ਜੇ ਤੁਹਾਨੂੰ ਲੱਗ ਰਿਹਾ ਵੀ ਤੁਸੀਂ ਕੋਈ ਅਲੱਗਾ ਗੱਲ ਕਰਨੀ ਹੈ, ਮੈਨੂੰ ਪ੍ਰੋਗਰਾਮ ਖਤਮ ਕਰ ਲੈਣ ਦਿਓ, ਅਤੇ ਮੇਰਾ ਵਾਅਦਾ ਹੈ ਮੈਂ ਤੁਹਾਡੇ ਨਾਲ ਕਾਲ ਕਰ ਲਾਂਗਾ। ਠੀਕ ਹੈ ਜੀ, ਜਾਂ ਆਪਾਂ ਕੱਲ੍ਹ ਤੁਸੀਂ ਕਾਲ ਕਰ ਲਿਓ। ਕੱਲ੍ਹ ਦਾ ਸ਼ਨੀਵਾਰ ਸਾਰਾ ਭੇਡਾਂ ਲਈ ਆ, ਤੁਸੀਂ ਕਾਲ ਕਰ ਲਿਓ।
ਅੱਜ ਦੀ ਮੇਰੀ ਇੰਨੀ ਬੇਨਤੀ ਹੈ ਕਿ ਅੱਜ ਦਾ ਪ੍ਰੋਗਰਾਮ ਕੇਵਲ ਅਤੇ ਕੇਵਲ ਗੁਰਸਿੱਖਾਂ ਲਈ ਆ। ਜੇ ਤੁਹਾਡਾ ਟਾਈਮ ਖਰਾਬ ਹੋ ਰਿਹਾ ਤੁਸੀਂ ਨਾ ਸੁਣੋ। ਸੋ ਖਾਲਸਾ ਜੀ, ਇੱਕੋ ਹੀ ਬੇਨਤੀ ਮੈਂ ਕਰਨੀ ਹੈ ਤੁਹਾਡੇ ਚਰਨਾਂ ਵਿੱਚ, ਜਿਹੜੇ ਵੀਰਾਂ ਭੈਣਾਂ ਨੇ ਆਪ ਬਾਣੀ ਪੜ੍ਹਨੀ ਆ, ਅੱਜ ਤੋਂ ਬਾਅਦ ਇਹ ਸੰਕਲਪ ਕਰ ਲੈਣਾ ਵੀ ਹੋਰ ਸਭ ਕੁਝ ਵਿਸਰ ਜਾਵੇ, ਪਰ ਸਾਡੇ ਮੁੱਖ ਤੋਂ ਬਾਣੀ ਨਹੀਂ ਵਿਸਰੂਗੀ। ਉਹ ਵੀਰ ਤਾਂ ਜ਼ਰੂਰ ਸਰਵਣ ਕਰੋ, ਮੇਰੀਆਂ ਭੈਣਾਂ ਸਰਵਣ ਕਰਨ, ਸਾਡੀਆਂ ਭੈਣਾਂ ਸਾਡੇ ਨਾਲ ਜੁੜਦੀਆਂ, ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਜੇ ਤੁਸੀਂ ਭੈਣੋ ਪ੍ਰਸ਼ਾਦਾ ਪਾਣੀ ਬਣਾਉਂਦੀਆਂ ਨੇ, ਨਾਲ ਦੀ ਨਾਲ ਬਾਣੀ ਪੜ੍ਹਨੀ ਆ, ਵਾਹਿਗੁਰੂ ਦੇ ਸਿਮਰਨੇ ਕਰਨੇ ਨੇ, ਫਿਰ ਤਾਂ ਪ੍ਰੋਗਰਾਮ ਸੁਣੋ, ਨਹੀਂ ਸਾਡੇ ਸੁਣੇ ਦਾ ਕੋਈ ਲਾਭ ਨਹੀਂ ਹੈਗਾ। ਇਹ ਮੈਂ ਆਪਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ, ਕਿਉਂਕਿ ਜਿਵੇਂ ਆ ਬਲਜੀਤ ਸਿੰਘ ਕਹਿ ਰਿਹਾ ਨਾ, ਟਾਈਮ ਦੀ ਖਰਾਬੀ ਆ। ਬਿਲਕੁਲ, ਜੇ ਅਸੀਂ ਇਹਨਾਂ ਦੇ ਮੂੰਹ ਮੋੜ ਕੇ ਬਾਣੀ ਦੇ ਲੜ ਨਾਲ ਲੱਗੇ, ਫਿਰ ਸੱਚੀ ਮੁੱਚੀ ਦੇ ਵਿੱਚ ਟਾਈਮ ਖਰਾਬ ਆ। ਆਪਾਂ ਟਾਈਮ ਖਰਾਬ ਨਹੀਂ ਕਰਨਾ। ਸੋ ਅੱਜ ਆਪਾਂ ਜਿਹੜਾ ਹੈਗਾ, ਪਹਿਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਇਹ ਸਮਝ ਲਈ ਸੀ ਕਿ ਆਪਾਂ ਗੁਰੂ ਘਰ ਜਾਣਾ ਕਿਵੇਂ ਆ। ਅਸੀਂ ਗੁਰੂ ਘਰ ਜਦੋਂ ਪਹਿਲਾ ਕਦਮ ਘਰ ਤੋਂ ਚੱਲਣਾ ਹੈ ਨਾ, ਉੱਥੋਂ ਹੀ ਸਾਡਾ ਜਿਹੜਾ ਵਾਹਿਗੁਰੂ ਦੀਆਂ ਮਹਿਮਾ ਗਾਉਣੀਆਂ ਜਿਹੜੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਨੇ। ਉਸੇ ਟਾਈਮ ਤੋਂ ਸਾਡਾ ਜਿਹੜਾ ਗੁਰੂ ਸਾਹਿਬ ਜੀ ਦੀ ਬਾਣੀ ਸਾਡੇ ਮੁੱਖ 'ਤੇ ਹੋਣੀ ਚਾਹੀਦੀ, ਵਾਹਿਗੁਰੂ ਦਾ ਸਿਮਰਨ ਹੋਣਾ ਚਾਹੀਦਾ, ਅਤੇ ਸਾਡੇ ਦਿਲ ਦੇ ਵਿੱਚ ਇੱਕ ਭਾਵਨਾ ਚਾਹੀਦੀ ਆ। ਜਿਵੇਂ ਆਪਾਂ ਦੇਖਦੇ ਹਾਂ ਨਾ ਵੀ ਕਿਸੇ ਦਿਨ ਕੋਈ ਵੱਡਾ ਕਥਾਵਾਚਕ ਆਇਆ ਹੋਵੇ ਜਾਂ ਕੀਰਤਨ ਹੋਵੇ, ਸਾਡਾ ਉੱਧਰ ਬਹਿਣ ਦਾ ਤਰੀਕਾ ਬਦਲ ਜਾਂਦਾ। ਉਸ ਤਰੀਕੇ ਨਾਲ ਸਾਨੂੰ ਘਰੋਂ ਤੁਰ ਲੱਗਿਆ ਨੂੰ ਸੋਚਣਾ ਚਾਹੀਦਾ, ਜਿਹਦੇ ਕੋਲ ਅਸੀਂ ਜਾ ਰਹੇ ਹਾਂ ਉਹ ਕੌਣ ਆ, ਜਿਹੜੇ ਗੁਰੂ ਦੇ ਅਸੀਂ ਦਰਸ਼ਨ ਕਰਨ ਜਾ ਰਹੇ ਹਾਂ ਉਹ ਕੌਣ ਆ। ਉਹ ਇਸ ਪੂਰੀ ਕਾਇਨਾਤ ਦਾ ਮਾਲਕ ਆ, ਅਸੀਂ ਉਹਦੇ ਦਰਸ਼ਨ ਕਰਨ ਜਾ ਰਹੇ ਹਾਂ। ਸੋ ਜਦੋਂ ਆਪਾਂ ਉਹਦੇ ਦਰਸ਼ਨ ਕਰਨ ਤੁਰੀਏ, ਕੇਵਲ ਅਤੇ ਕੇਵਲ ਉਹਦੀ ਮਹਿਮਾ ਹੀ ਸਾਡੇ ਮੁੱਖ ਦੇ ਉੱਤੇ ਹੋਵੇ, ਉਹਦੇ ਲਈ ਤਰਲਾ ਸਾਡੇ ਮਨ 'ਚ ਹੋਵੇ, ਇੰਨੀ ਭਾਵਨਾ ਸਿੱਖਾ ਤੇਰੀ ਬਣ ਜਾਵੇ, ਜਦੋਂ ਗੁਰੂ ਘਰ ਪਹੁੰਚੇ ਅਤੇ ਬਸ ਵੀ ਗੁਰੂ ਦੇ ਅੱਗੇ ਢੇਰੀ ਹੋ ਜਾਵੇ। ਉਸ ਤੋਂ ਬਾਅਦ ਜਦੋਂ ਆਪਾਂ ਗੁਰੂ ਘਰ ਵੱਲ ਨੂੰ ਜਾਣਾ ਆ, ਆਪਾਂ ਕਿਵੇਂ ਉੱਥੇ ਸੰਗਤ ਦੇ ਵਿੱਚ ਬੈਠਣਾ ਹੈ, ਕਿਵੇਂ ਆਪਾਂ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੋਣਾ। ਸਭ ਤੋਂ ਪਹਿਲਾਂ ਆਪਣਾ ਕਰਮ ਬਣਦਾ, ਉਹ ਆਪਣਾ ਨਿਸ਼ਾਨ ਸਾਹਿਬ ਜੀ ਆ। ਆਪਾਂ ਗੁਰੂ ਦੇ ਨਿਸ਼ਾਨਾਂ ਵੱਲ ਦੇਖੀਏ ਅਤੇ ਦੇਖੀਏ ਉਸ ਨਿਸ਼ਾਨ ਨੇ ਸਾਨੂੰ ਕੀ ਕੁਛ ਦਿੱਤਾ ਆ। ਕਿਵੇਂ ਅਸੀਂ ਕਹਿ ਦਿੱਤਾ, ਸਾਨੂੰ ਸਿਖਾ ਦਿੱਤਾ ਗਿਆ ਕਿ ਮੁੱਖ ਮੋੜ ਕੇ ਸਿੱਖਾ ਆਪਣੇ ਨਿਸ਼ਾਨ ਸਾਹਿਬਾਂ ਤੋਂ ਪਰੇ ਦੀ ਨਿਕਲ ਜਾਈ, ਪਰ ਜਦੋਂ ਆਪਾਂ ਗੁਰੂ ਨਿਸ਼ਾਨ ਸਾਹਿਬ ਜੀ ਵੱਲ ਤੱਕੀਏ ਨਾ, ਤਾਂ ਉਹ ਕਿੰਨੀਆਂ ਰਹਿਮਤਾਂ ਬਰਸਾ ਰਹੇ ਨੇ, ਇਹ ਆਪਾਂ ਅੱਜ ਗਿਆਨੀ ਸਰਜੀਤ ਸਿੰਘ ਜੀ ਹੁਣਾਂ ਤੋਂ ਸਮਝਣਾ ਕਰਾਂਗੇ। ਬਾਕੀ ਅੰਦਰ ਜਾ ਕੇ ਗੁਰੂ ਸਾਹਿਬ ਜੀ ਨੂੰ ਕਿਵੇਂ ਨਤਮਸਤਕ ਹੋਣਾ, ਉਹਦੇ ਲਈ ਮੇਰੀ ਬੇਨਤੀ ਹੈ, ਜਿਹੜੀ ਨਵੀਂ ਸੰਗਤ ਜੁੜ ਰਹੀ ਆ, ਪਿਛਲੇ ਪ੍ਰੋਗਰਾਮ ਜ਼ਰੂਰ ਸੁਣਿਓ। ਇਹ ਮੇਰਾ ਆਪ ਜੀ ਦੇ ਅੱਗੇ ਤਰਲਾ ਹੈ। ਮੈਨੂੰ ਸਿਰਫ ਅਤੇ ਸਿਰਫ, ਜੇ ਤੁਸੀਂ ਭਿਖਾਰੀ ਸਮਝਦੇ, ਮੇਰੀ ਭੀਖ ਹੀ ਮੈਨੂੰ ਇੰਨੀ ਦੇ ਦਿਓ ਕਿ ਪਿਛਲੇ ਪ੍ਰੋਗਰਾਮ ਸਰਵਣ ਕਰ ਲਓ। ਜੇ ਤੁਸੀਂ ਸਰਵਣ ਨਾ ਕੀਤੇ, ਫਿਰ ਕੋਈ ਲਾਭ ਨਹੀਂ ਹੈਗਾ। ਫਿਰ ਇਦੋਂ ਚੰਗਾ ਆਪਾਂ ਬੰਦ ਕਰਕੇ ਘਰੇ ਬੈਠ ਜਾਈਏ, ਅਤੇ ਜੇ ਸਰਵਣ ਕਰੋਗੇ ਤਾਂ ਫਿਰ ਜਿਹੜਾ ਹੈਗਾ ਮੇਰਾ ਤੁਹਾਡਿਆਂ ਚਰਨਾਂ ਦੇ ਉੱਪਰ ਸਹਿਰਿਆ। ਸੋ ਕਿਵੇਂ ਆਪਾਂ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਕਰਨੀ ਆ, ਜਦੋਂ ਸਿੱਖਾ ਤੂੰ ਹੁਕਮਨਾਮਾ ਲੈਣ ਤੋਂ ਬਾਅਦ ਅੰਦਰ ਨੂੰ ਪਹਿਲਾ ਕਦਮ ਪੱਟੇ, ਅਤੇ ਤੇਰੇ ਮੁੱਖ ਦੇ ਉੱਤੇ ਜਿਹੜੀ ਹੈ ਆਨੰਦ ਸਾਹਿਬ ਦੀ ਬਾਣੀ ਹੋਵੇ, ਅਤੇ ਫਿਰ ਜਦੋਂ ਤੂੰ ਗੁਰੂ ਸਾਹਿਬ ਦੇ ਕੋਲ ਪਹੁੰਚ ਕੇ ਨਮਸਕਾਰ ਕਰੇਂਗਾ, ਅਤੇ ਉਸ ਆਨੰਦਾਂ ਦੀ ਪ੍ਰਾਪਤੀ ਤੋਂ ਤੈਨੂੰ ਕੋਈ ਨਹੀਂ ਰੋਕ ਸਕਦਾ। ਉੱਥੇ ਨਾ ਕਿਸੇ ਟਕਸਾਲ ਦੀ ਗੱਲ ਰਹਿ ਜਾਣੀ, ਨਾ ਕਿਸੇ ਮਿਸ਼ਨ ਰਹਿਣੀ, ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਬਾਹਰ ਹੀ ਛੁੱਟ ਗਈਆਂ। ਉਦੋਂ ਕੇਵਲ ਅਤੇ ਕੇਵਲ ਗੁਰੂ ਆ ਅਤੇ ਸਿੱਖ ਆ। ਉਸ ਤੋਂ ਬਾਅਦ ਆਪਾਂ ਜਿਹੜੇ ਡੇਗ ਲੈਂਦੇ ਹਾਂ, ਕਿਵੇਂ ਛਕਣੀ ਆ, ਕਿਵੇਂ ਸੰਗਤ ਦੇ ਵਿੱਚ ਆਪਾਂ ਪਿਆਰ ਦੇ ਨਾਲ ਵਿਚਰਨਾ ਆ, ਉਹ ਸਾਰੇ ਦਾ ਸਾਰਾ ਜ਼ਰੂਰ ਸਰਵਣ ਕਰਿਓ। ਅਤੇ ਅੱਜ ਜਿਹੜਾ ਹੈ ਉਹ ਸਭ ਤੋਂ ਪਹਿਲਾਂ ਇਹ ਹੈ ਕਿ ਸਿੱਖਾ, ਜਿਹੜੇ ਨਿਸ਼ਾਨ ਸਾਹਿਬ ਜੀ ਤੋਂ ਤੂੰ ਮੁੱਖ ਮੋੜ ਕੇ ਬਹਿ ਗਿਆ ਆ, ਜਿਹੜੇ ਨਿਸ਼ਾਨ ਸਾਹਿਬ ਜੀ ਵੱਲ ਤੂੰ ਪਿੱਠ ਕਰਕੇ ਨਿਕਲ ਜਾਂਦਾ ਹੈ, ਜਿਹੜੇ ਨਿਸ਼ਾਨ ਸਾਹਿਬ ਜੀ ਤੋਂ ਤੈਨੂੰ ਤੋੜ ਕੇ ਪਰੇ ਕਰ ਦਿੱਤਾ ਗਿਆ ਆ, ਅਤੇ ਤੈਨੂੰ ਇੱਥੋਂ ਤੱਕ ਕਹਿਣ ਲੱਗਿਆ ਵੈਰੀਆਂ ਨੇ ਗੁਰੇਜ਼ ਨਹੀਂ ਕੀਤਾ ਕਿ ਇਹ ਤਾਂ ਜੀ ਪੱਥਰ ਪੂਜਾ ਹੈ, ਇਹ ਤਾਂ ਜੀ ਮਨਮਤ ਹੈ। ਜਦੋਂ ਉਹ ਕਿਸੇ ਬਾਹਰਲੇ ਦੇਸ਼ 'ਚ ਜਾਂਦੇ ਨੇ ਅਤੇ ਝੰਡੇ ਨੂੰ 25-25 ਵਾਰੀ ਸਲੂਟ ਮਾਰਦੇ ਨੇ, ਉਹ ਮਾਲਕਾ ਜਿਹੜਾ ਦੁਨਿਆਵੀ ਝੰਡਾ ਆ, ਜਿਹਨੇ ਕੁਝ ਕੁ ਚੀਜ਼ਾਂ ਤੈਨੂੰ ਦਿੱਤੀਆਂ, ਉਹਨੂੰ ਤਾਂ ਸਿੱਖਾ ਸਜਦੇ ਕਰਦਾ ਫਿਰਦਾ, ਅਤੇ ਜਿਹੜੇ ਨਿਸ਼ਾਨ ਨੇ ਤੈਨੂੰ ਸਭ ਕੁਝ ਦਿੱਤਾ, ਤੂੰ ਕਿੱਥੇ ਸੀ, ਤੈਨੂੰ ਕਿੱਥੇ ਲਿਆ ਕੇ ਖੜਾ ਕੀਤਾ। ਆਪਾਂ ਸ਼ੂਦਰ ਸੀ ਖਾਲਸਾ ਜੀ, ਲੱਕੜਾਂ ਦੇ ਪਾਵੇ ਗਲਾਂ 'ਚ ਪਏ ਹੁੰਦੇ ਸੀ, ਕੋਈ ਮੂੰਹ ਨਹੀਂ ਸੀ ਲਾਉਂਦਾ, ਕੋਈ ਮੁੱਖ ਨਹੀਂ ਸੀ ਸਾਨੂੰ ਲਾਉਂਦਾ, ਸਾਡੇ ਵੱਲ ਦੇਖ ਕੇ ਸਾਨੂੰ ਦੁਰਕਾਰ ਦਿੱਤਾ ਜਾਂਦਾ ਸੀ। ਸਾਨੂੰ ਕੋਈ ਧੀਆਂ ਪੁੱਤ ਵਿਆਹੁਣ ਦਾ ਹੱਕ ਨਹੀਂ ਸੀ ਕਿ ਦਿਨੇ ਵਿਆਹ ਕਰ ਲਓ। ਕਿੱਦਾਂ ਦੀ ਜ਼ਿੰਦਗੀ ਸੀ, ਕਦੀ ਪੜ੍ਹ ਕੇ ਦੇਖਿਓ। ਉਸ ਗੁਰੂ ਨੇ, ਉਸ ਨਿਸ਼ਾਨਾਂ ਨੇ ਸਾਡੇ 'ਤੇ ਕਿੱਡੀ ਰਹਿਮਤ ਬਰਸਾਈ ਆ। ਇਹ ਨਿਸ਼ਾਨ ਸਾਹਿਬ ਲੈ ਕੇ ਬਾਬਾ ਅਜੀਤ ਸਿੰਘ ਜੀ ਜਿਹੜੇ ਸੀ, ਉਹ ਲੱਖਾਂ ਦੇ ਘੇਰੇ ਨੂੰ ਚੀਰ ਕੇ ਨਿਕਲੇ। ਉੱਥੇ ਜਿਹੜੀ ਗੁਰੂ, ਆਪਾਂ ਜਦੋਂ ਇਤਿਹਾਸ ਪੜ੍ਹਦੇ ਹਾਂ ਖਾਲਸਾ ਜੀ, ਅਤੇ ਉਸ ਸਮੇਂ ਜੋ ਦੇਖ ਲਓ, ਅੱਜ ਤੱਕ ਦਾ ਕੋਈ ਇਤਿਹਾਸ ਦੇ ਵਿੱਚੋਂ ਮੈਨੂੰ ਬਚਨ ਕਰਕੇ ਦਿਖਾ ਦਿਓ, ਜਿੰਨੇ ਬਾਬਾ ਅਜੀਤ ਸਿੰਘ ਸਾਹਿਬ ਹੁਣਾਂ ਦੇ ਜ਼ਖਮ ਸੀਗੇ ਸੀਨੇ 'ਤੇ ਸ਼ਹਾਦਤ ਦੇਣ ਲੱਗਿਆਂ ਦੇ, ਜੇ ਅੱਜ ਤੱਕ ਕਿਸੇ ਸੂਰਮੇ ਦੇ ਉਹਨੇ ਜ਼ਖਮ ਹੋਏ ਹੋਣ। ਇਹ ਤੁਹਾਨੂੰ ਕਿਸੇ ਵੀ ਇਤਿਹਾਸ ਦੇ ਵਿੱਚੋਂ ਐਗਜ਼ੈਂਪਲ ਨਹੀਂ ਮਿਲੂਗੀ। ਮੇਰਾ ਖੁੱਲ੍ਹਾ ਚੈਲੰਜ ਹੈ, ਜਿਹੜੇ ਗੁਰੂ ਘਰ ਦੀ ਨਿੰਦਿਆ ਕਰਦੇ ਨੇ। ਇਸੇ ਨਿਸ਼ਾਨ ਸਾਹਿਬ ਜੀ ਥੱਲੇ ਬਾਬਾ
ਬਾਬਾ ਜੀ ਨੇ ਜੰਗ ਕੀਤੀ। ਇਸੇ ਨਿਸ਼ਾਨ ਸਾਹਿਬ ਜੀ ਥੱਲੇ 4 ਪੁੱਤਰਾਂ ਨੂੰ ਵਾਰ ਕੇ ਮੇਰੇ ਉਸ ਕਲਗੀਆਂ ਵਾਲੇ ਨੇ ਕਿਹਾ ਸੀ, 4 ਮੋਏ ਤੋਂ ਕਿਆ ਮੋਏ ਮੇਰੀ ਜੀਵਤ ਕਈ ਹਜ਼ਾਰ। ਪਰ ਬੜਾ ਦੁੱਖ ਦੇ ਨਾਲ ਕਹਿਣਾ ਪੈਂਦਾ, ਅੱਜ ਉਹ ਗੁਰੂ ਦੇ ਸਿੱਖਾਂ ਤੋਂ ਉਸ ਨਿਸ਼ਾਨ ਸਾਹਿਬ ਜੀ ਵੱਲੋਂ ਪਿੱਠ ਕਰਕੇ ਨਿਕਲ ਜਾਣਾ। ਦੇਖਦਾ ਵੀ ਨਹੀਂ ਵੀ ਗੁਰੂ ਦਾ ਨਿਸ਼ਾਨ ਸਾਹਿਬ ਝੂਲ ਰਿਹਾ। ਅੱਜ ਦੁਨੀਆ ਇਹ ਗੱਲ ਨੂੰ ਪਰਖ ਰਹੀ ਆ, ਉਹ ਖਾਲਸੇ ਦਾ ਨਿਸ਼ਾਨ ਝੂਲ ਰਿਹਾ, ਉੱਥੇ ਸਾਨੂੰ ਜਿਹੜਾ ਹੈ ਮਾਣ ਵੀ ਮਿਲੇਗਾ, ਸਤਿਕਾਰ ਵੀ ਮਿਲੇਗਾ, ਲੰਗਰ ਪ੍ਰਸ਼ਾਦਾ ਵੀ ਮਿਲੇਗਾ। ਪਰ ਗੁਰੂ ਦੇ ਸਿੱਖਾਂ ਤੂੰ ਪਿੱਠ ਕਰਕੇ ਨਿਕਲ ਜਾਣਾ। ਸੋ ਆਓ ਆਪਾਂ ਜਿਹੜਾ ਹੈ ਸਮੇਂ ਨੂੰ ਸੰਕੋਚਦੇ ਜਿਹੜਾ ਹੈ ਗਿਆਨੀ ਸੁਰਜੀਤ ਸਿੰਘ ਜੀ ਹੁਣਾਂ ਨਾਲ ਵਿਚਾਰਾਂ ਦੀ ਸਾਂਝ ਪਾਈਏ। ਅਤੇ ਇਹ ਸਾਡੇ ਸੁਣੇ ਦਾ ਲਾਭ ਅਗੇਨ ਉਹੀ ਹੈ ਜੇ ਪ੍ਰੈਕਟੀਕਲ ਕਰਕੇ ਦੇਖਣਾ। ਜਿਹੜੇ ਤੁਹਾਨੂੰ ਊਲ ਜਲੂਲ ਦੇ ਪ੍ਰੈਕਟੀਕਲ ਕਰਾਉਂਦੇ ਨੇ ਮੇਰੇ ਖਾਲਸਾ ਜੀ, ਉਹ ਬਹੁਤ ਤੁਸੀਂ ਕੰਨ ਲਾ ਲਾ ਸੁਣੇ। ਆਓ ਆਪਾਂ ਸੱਚ ਦਾ ਪ੍ਰੈਕਟੀਕਲ ਕਰਕੇ ਦੇਖੀਏ। ਆਓ ਮੇਰੀਓ ਭੈਣੋ, ਜਿੰਨੇ ਦਿਨ ਘਰੇ ਹੋਣਾ, ਹਜੇ ਕੰਮਾਂ ਕਾਜਾਂ 'ਤੇ ਨਹੀਂ ਜਾਂਦੇ, ਆਓ ਮੇਰੀਓ ਭੈਣੋ ਪ੍ਰਸ਼ਾਦਾ ਬਣਾਉਣ ਲੱਗੀਆਂ ਬਾਣੀ ਭਰੀਏ ਗੁਰੂ ਸਾਹਿਬ ਦੀ। ਫਿਰ ਦੇਖਿਓ ਕੈਸਾ ਪਿਆਰ ਪਸਰਦਾ ਆ। ਜਿਹੜੇ ਬੱਚਿਆਂ ਨੂੰ ਆਪਾਂ ਕਹਿ ਰਹੇ ਨਾ, ਬੱਚੇ ਸਾਡੇ ਖਿੱਝ ਬਹੁਤ ਕਰਦੇ ਨੇ, ਬੱਚੇ ਨਿੱਕੇ ਨਿੱਕੇ ਬੱਚੇ ਨੇ, ਉਹ ਸਾਰੀਆਂ ਚੀਜ਼ਾਂ ਪਟਕ ਪਟਾਕੇ ਬਾਹਰ ਸਿੱਟਦੇ ਨੇ। ਕਿਵੇਂ ਉਹ ਬੱਚੇ ਜਿਹੜੇ ਨੇ ਸਹਿਜ 'ਚ ਆਉਂਦੇ ਨੇ, ਕਿਵੇਂ ਘਰ ਪਰਿਵਾਰ ਦੇ ਕਲਾ ਕਲੇਸ਼ ਮਿਟਦੇ ਨੇ, ਕਿਵੇਂ ਉਹੀ ਸੱਸ ਸਾਨੂੰ ਮਾਂ ਜਾਪਦੀ ਆ ਅਤੇ ਮਾਂ ਨੂੰ ਜਿਹੜੀ ਨੂੰਹ ਆ ਧੀ ਜਾਪਦੀ ਆ, ਜੇ ਆਪਣੇ ਘਰੇ ਬਾਣੀ ਆ ਗਈ। ਸੋ ਆਓ ਆਪਾਂ ਜਿਹੜਾ ਅਸਲ ਪ੍ਰੈਕਟੀਕਲ ਆ ਉਹਨੂੰ ਕਰਕੇ ਦੇਖੀਏ। ਅਤੇ ਜਦੋਂ ਹੁਣ ਮੇਰੀਆਂ ਭੈਣਾਂ, ਮੇਰੇ ਵੀਰੋ, ਮੇਰੇ ਨਾਲ ਇੱਕ ਵਾਅਦਾ ਕਰਕੇ ਜਾਇਓ, ਅੱਜ ਤੋਂ ਬਾਅਦ ਜਦੋਂ ਆਪਾਂ ਗੁਰੂ ਘਰ ਜਾਈਏ, ਪਹਿਲਾਂ ਉਸ ਨਿਸ਼ਾਨ ਸਾਹਿਬ ਜੀ ਵੱਲ ਦੇਖਦਿਆਂ ਹੋਇਆਂ ਜੋ ਆਪਾਂ ਅੱਜ ਸਮਝ ਲੈਣੀ ਆ, ਉਹਨੂੰ ਇੱਕ ਵਾਰੀ ਯਾਦ ਜ਼ਰੂਰ ਕਰਨਾ। ਫਿਰ ਪਿਆਰ ਦੇਖਿਓ ਗੁਰੂ ਨਾਲ ਅੰਦਰ ਕਿਵੇਂ ਦਾ ਬਣਦਾ। ਫਿਰ ਦੱਸਿਓ, ਮਨ ਨੂੰ ਸਮਝਾ ਲਿਓ ਵੀ ਉਹ ਜੋ ਹੈ ਤੁਸੀਂ ਮਨਮਤ ਕਰਕੇ ਜਾ ਰਹੇ ਹੋ, ਜਾਂ ਫਿਰ ਬਾਹਰੋਂ ਅਥਾਹ ਪਿਆਰ ਲੈ ਕੇ ਗੁਰੂ ਸਾਹਿਬ ਜੀ ਨੂੰ ਤੁਰ ਰਹੇ ਹੋ ਅਤੇ ਆਨੰਦਾਂ ਦੀ ਪ੍ਰਾਪਤੀ ਅੰਦਰ ਜਾ ਕੇ ਕਰਦੇ ਹੋ। ਜੇ ਤੁਹਾਨੂੰ ਲੱਗੇ ਤੁਹਾਡਾ ਟਾਈਮ ਖਰਾਬ ਹੋ ਗਿਆ, ਤੁਹਾਨੂੰ ਜੋ ਮੈਂ ਵਾਅਦਾ ਕਰ ਰਿਹਾ ਤੁਹਾਡੇ ਨਾਲ ਉਹ ਨਹੀਂ ਪੂਰਾ ਹੋਇਆ, ਖਾਲਸਾ ਜੀ ਮੈਂ ਤੁਹਾਡੇ ਚਰਨਾਂ 'ਚ ਆ ਕੇ ਬਹਿ ਜਾਵਾਂਗਾ, ਮੈਂ ਤੁਹਾਡਾ ਦੇਣਦਾਰ ਹੋਵਾਂਗਾ। ਪਰ ਆਓ ਆਪਾਂ ਜਿਹੜਾ ਹੈ ਉਹ ਮਰਿਆਦਾ ਨੂੰ ਧਾਰਨ ਕਰੀਏ। ਆਓ ਆਪਾਂ ਗੁਰੂ ਸਾਹਿਬ ਦਾ ਪਿਆਰ ਲਈਏ ਅਤੇ ਜਿਹੜੇ ਕਿੰਤੂ ਪ੍ਰੰਤੂ ਉਹਨਾਂ ਨੂੰ ਆਪਾਂ ਛੱਡੀਏ। ਆਓ ਆਪਾਂ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅੱਜ ਦਾ ਜਿਹੜਾ ਹੈ ਗਿਆਨੀ ਜੀ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਗੁਰਪ੍ਰੀਤ ਸਿੰਘ ਜੀ, ਭਾਈ ਮਲਕੀਤ ਸਿੰਘ ਜੀ, ਜੀ ਬਹੁਤ ਬਹੁਤ ਸਵਾਗਤ ਆ ਬਾਬਾ ਸੁਰਜੀਤ ਸਿੰਘ ਜੀ ਆਪ ਜੀ ਦਾ। ਅਤੇ ਸੌਰੀ ਮੈਂ ਥੋੜ੍ਹਾ ਜਿਹਾ ਲੇਟ ਹੋ ਗਿਆ ਜੀ ਅੱਜ, ਅਸਲ 'ਚ ਕੰਮ ਤੋਂ ਥੋੜ੍ਹਾ ਲੇਟ ਫ੍ਰੀ ਹੋਇਆ। ਕੋਈ ਨਹੀਂ ਮਹਾਰਾਜ, ਕੋਈ ਨਹੀਂ, ਠੀਕ ਹੈ, ਰਾਜੀ ਬਾਜੀ ਸਾਰੇ। ਹਾਂਜੀ, ਕਿਰਪਾ ਜੀ। ਅਤੇ ਬਾਬਾ ਜੀ, ਜਿਵੇਂ ਆਪਾਂ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਵਿਚਾਰ ਚੁੱਕੇ ਹਾਂ ਕਿ ਕਿਵੇਂ ਆਪਾਂ ਘਰ ਤੋਂ ਚਾਲੇ ਪਾਉਣੇ ਨੇ ਗੁਰੂ ਘਰ ਨੂੰ, ਅਤੇ ਕਿਵੇਂ ਅੰਦਰ ਜਾ ਕੇ ਆਪਾਂ ਨਮਸਕਾਰ ਕਰਨੀ ਹੈ, ਕਿਵੇਂ ਆਪਾਂ ਜਿਹੜਾ ਹੈ ਸੰਗਤ ਦੇ ਵਿੱਚ ਬੈਠਣਾ ਆ, ਅਤੇ ਕਿਵੇਂ ਆਪਾਂ ਕੜਾਹ ਪ੍ਰਸ਼ਾਦ ਦੀ ਦੇਗ ਛਕਣੀ ਆ, ਅਤੇ ਪਹਿਲਾਂ ਦੇਗ ਤਿਆਰ ਕਿਵੇਂ ਕਰਨੀ ਆ। ਫਿਰ ਜੇ ਕਿਤੇ ਸੁਭਾਗਾਂ ਦੇ ਵਿੱਚ ਹੋਵੇ, ਬਹੁਤ ਚੰਗੇ ਭਾਗ ਹੋਣ, ਅਤੇ ਚੌਰ ਸਾਹਿਬ ਕਰਨ ਦੀ ਜਿਹੜੀ ਮਹਾਨ ਸੇਵਾ ਆ ਉਹ ਝੋਲੀ 'ਚ ਪੈਂਦੀ ਆ, ਅਤੇ ਕਿਵੇਂ ਇਸ ਸੇਵਾ ਨੂੰ ਆਪਾਂ ਨਿਭਾਉਣਾ ਆ ਜੀ। ਅਤੇ ਆਓ ਆਪਾਂ ਜੇ ਅੱਜ ਜਿਹੜਾ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜਾ ਨਿਸ਼ਾਨ ਸਾਹਿਬ ਜੀ ਤੋਂ ਸਾਨੂੰ ਤੋੜਿਆ ਜਾ ਰਿਹਾ, ਅਤੇ ਸਾਨੂੰ ਇਹ ਕਹਿ ਦਿੱਤਾ ਜਾਂਦਾ ਕਿ ਮਨਮਤ ਹੈ ਜੀ ਨਮਸਕਾਰ ਕਰਨੀ, ਅਤੇ ਅੱਜ ਆਪਾਂ ਉਸ ਪ੍ਰਤਿਆਏ ਵਿਚਾਰਾਂ ਕਰ ਲਈਏ ਤਾਂ ਜੋ ਆਪਣਾ ਜਿਹੜਾ ਹੈ ਫਿਰ ਗੁਰੂ ਘਰ ਜਾਣ ਦਾ ਜਿਹੜਾ ਹੈ ਸਾਰਾ ਪ੍ਰਕਰਨ ਪੂਰਾ ਹੋ ਜਾਊਗਾ, ਅਤੇ ਫਿਰ ਆਪਾਂ ਅੱਗੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਮਰਿਆਦਾ ਸ਼ੁਰੂ ਕਰ ਲਾਂਗੇ। ਸਤ ਬਚਨ ਜੀ। ਤੇ ਸਤਿਗੁਰੂ ਕਿਰਪਾ ਕਰਨ, ਗੁਰੂ ਰਾਮਦਾਸ ਸਾਹਿਬ ਆਪ ਜੀ ਸਾਰੇ ਗੁਰਮੁਖਾਂ ਨੂੰ ਤੇ ਆਪ ਜੀ ਦੇ ਸਰੋਤਿਆਂ ਨੂੰ, ਏਕ ਨੂੰ ਰੇਡੀਓ ਰਾਹੀਂ ਜੋ ਆਪਾਂ ਨੂੰ ਸਰਵਣ ਕਰ ਰਿਹਾ, ਸਭਨਾਂ ਦਾ ਧੰਨਵਾਦ ਤੇ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਭਾਈ ਮਲਕੀਤ ਸਿੰਘ ਜੀ, ਵਾਹਿਗੁਰੂ ਵਾਹਿਗੁਰੂ। ਹਾਂਜੀ ਹਾਂਜੀ, ਆ ਰਹੀ ਹੈ ਗਿਆਨੀ ਜੀ, ਆਵਾਜ਼ ਆ ਰਹੀ ਹੈ ਜੀ। ਤੁਸੀਂ ਬੋਲੇ ਨਹੀਂ ਨਾ? ਹਾਂ ਨਹੀਂ, ਉਹ ਮੇਰੀ ਆਵਾਜ਼ ਨਹੀਂ ਤੁਹਾਨੂੰ ਆਈ ਹੋਣੀ। ਹਾਂਜੀ, ਆ ਰਹੀ ਆਵਾਜ਼ ਜੀ। ਜਿਹੜੇ ਨਿਸ਼ਾਨ ਸਾਹਿਬ ਜੀ ਆਪਾਂ ਅੱਜ ਸਤਿਗੁਰੂ ਸਾਹਿਬ ਜੀ ਦੇ ਘਰੇ ਸ਼ੋਭਾ ਪਾ ਰਹੇ ਆ, ਝੂਲ ਰਹੇ ਆ, ਉਹਦੀ ਭੂਮਿਕਾ ਪਹਿਲਾਂ ਜਿਹੜੀ ਆ ਉਹ ਇਸ ਪ੍ਰਕਾਰ ਆ ਵੀ ਨਿਸ਼ਾਨ ਸਾਹਿਬ ਭਾਵ ਤੇ ਝੰਡਾ ਜੀ, ਜਿਹੜੀਆਂ ਜੀਂਦੀਆਂ ਜਾਗਦੀਆਂ ਕੌਮਾਂ ਤੇ ਸੁਤੰਤਰਤਾ ਦਾ ਪ੍ਰਤੀਕ ਹਨ, ਜੋ ਕੌਮਾਂ ਆਪਣਾ ਵਜੂਦ ਤੋਂ ਮਰ ਚੁੱਕੀਆਂ ਹੋਣ ਜੀ, ਉਹਨਾਂ ਦੇ ਨਿਸ਼ਾਨ ਸਾਹਿਬ ਕਦੀ ਨਹੀਂ ਝੂਲਦੇ, ਖੜੇ ਨਹੀਂ ਰਹਿੰਦੇ ਕਦੀ ਜੀ। ਨਿਸ਼ਾਨ ਸਾਹਿਬ ਹਮੇਸ਼ਾ ਉਹਨਾਂ ਕੌਮਾਂ ਦੇ ਝੂਲਦੇ ਆ ਜੋ ਸ਼ੂਰਬੀਰ ਆ, ਬਹਾਦਰ ਆ, ਤੇ ਜਿਨ੍ਹਾਂ ਨੇ ਆਪਣੇ ਦੇਸ਼ ਲਈ, ਆਪਣੇ ਵਤਨ ਲਈ, ਆਪਣੇ ਪੰਥ ਲਈ, ਆਪਣੇ ਧਰਮ ਲਈ ਆਪਣਾ ਲਹੂ ਡੋਲਿਆ ਹੋਵੇ। ਬਿਲਕੁਲ ਜੀ।
ਸਾਡਾ ਕੇਸਰੀ ਨਿਸ਼ਾਨ ਸਾਹਿਬ ਸਤਿਗੁਰਾਂ ਨੇ ਆਪਣੇ 4 ਸਾਹਿਬਜ਼ਾਦੇ, ਆਪਣਾ ਮਾਤਾ, ਆਪਣਾ ਪਿਤਾ, ਆਪਣੇ ਭੂਆ ਦੇ ਪੁੱਤਰ, ਜੀ ਅਨੇਕਾਂ ਗੁਰੂ ਕੇ ਪਿਆਰੇ ਖਾਲਸੇ ਨੂੰ ਸ਼ਹਾਦਤ ਪ੍ਰਾਪਤ ਕਰਕੇ ਨਿਸ਼ਾਨ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਹਜ਼ੂਰ ਨੇ ਧਰਤੀ ਦੀ ਹਿੱਕ ਉੱਤੇ ਆਪਣਾ ਚਲਾਇਆ ਹੈ। ਜੀ ਤੇ ਜਿਹੜਾ ਨਿਸ਼ਾਨ ਸਾਹਿਬ ਆ, ਜਿਹੜੀਆਂ ਪਹਿਲੀਆਂ ਚੀਜ਼ਾਂ ਉਹ ਆਪਾਂ ਚੰਗੀ ਤਰ੍ਹਾਂ ਸਰਵਣ ਕਰ ਲਈਏ ਜੀ ਕਿ ਧਰਤੀ ਤੋਂ ਉੱਚਾ ਨਿਸ਼ਾਨ ਸਾਹਿਬ ਦਾ ਥੜਾ ਦੱਸਦਾ ਆ। ਇਸ ਗੱਲ ਦਾ ਪ੍ਰਤੀਤ ਆ ਕਿ ਜਾਗਤ ਜੋਤ ਜਪੈ ਨਿਸਬਾਸਰ, ਜੀ ਏਕ ਬਿਨਾ ਮਨ ਨੈਕ ਨਾ ਆਨੈ, ਜੀ ਜਾਂ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੇਹੂ ਮੈਂ ਸਾਰਾ। ਜੀ ਇਹ ਥੜਾ ਇਸ ਗੱਲ ਦਾ ਪ੍ਰਤੀਤ ਆ, ਇਹ ਪ੍ਰਤੀਤ ਦੇ ਰਿਹਾ, ਉਹ ਇਸ ਗੱਲ ਦਾ ਸੁਨੇਹਾ ਦੇ ਰਿਹਾ। ਜੀ ਦੂਸਰਾ ਨੰਬਰ ਨਿਸ਼ਾਨ ਸਾਹਿਬ ਦੇ ਸਤੰਭ ਆ ਜਿਹੜਾ, ਜਿਹਨੂੰ ਆਪਾਂ ਪੈਪ ਕਹਿੰਦੇ ਆ, ਜੀ ਉਹਨੂੰ ਕੀਤਾ ਹੋਇਆ ਬਸੰਤੀ ਰੰਗ, ਭਾਵ ਦੁਨੀਆ ਤੋਂ ਮਰ ਕੇ ਤੇ ਰੱਬ ਦੇ ਪੁਜਾਰੀ ਬਣਿਆ ਜਾਂਦਾ ਆ। ਵਾਹਿਗੁਰੂ ਵਾਹਿਗੁਰੂ। ਦੋ, ਤੀਸਰਾ ਨਿਸ਼ਾਨ ਸਾਹਿਬ ਤੇ ਕੱਪੜੇ ਦਾ ਗਾੜਾ ਕੇਸਰੀ ਰੰਗ ਦੱਸਦਾ ਕਿ ਇਹ ਸ਼ਹੀਦਾਂ ਦੀ ਦੇਣ ਆ, ਕੁਰਬਾਨੀ ਦੀ ਦੇਣ ਆ। ਵਾਹਿਗੁਰੂ ਜੀ। ਇਹ ਐਵੇਂ ਨਹੀਂ ਲੱਗਾ, ਹਾਲੇ ਕਿ ਮੈਂ ਭੂਮਿਕਾ ਹੀ ਕਹਿ ਰਿਹਾ, ਅੱਗੇ ਆਪਾਂ ਨਿਸ਼ਾਨ ਸਾਹਿਬ ਦੇ ਪ੍ਰਥਾਏ ਸਾਰਾ ਚੱਲਣਾ। ਜੀ ਗੁਰੂ ਸਾਹਿਬ ਜੀ ਦੇ ਕਾਲ ਤੋਂ ਸਾਰਾ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਤੇ ਆਪਣਾ ਸਿੱਖ ਇਤਿਹਾਸ ਸਾਰਾ ਨਿਸ਼ਾਨ ਸਾਹਿਬ ਦੇ ਪ੍ਰਥਾਏ ਆਪਾਂ ਬੋਲਣਾ। ਜੀ ਨੰਬਰ ਜਿਹੜਾ ਆ 3, ਦੂਸਰਾ ਨਿਸ਼ਾਨ ਸਾਹਿਬ ਦੇ ਦਾ ਕੱਪੜੇ ਦੀ ਗੱਲ ਹੋ ਗਈ, ਤੇ 3 ਨਿਸ਼ਾਨ ਸਾਹਿਬ ਦਾ ਕੱਪੜਾ ਜਿਹੜਾ ਗਾੜਾ ਕੇਸਰੀ ਵੀ ਹੋ ਗਈ। ਚੌਥਾ, ਜੀ ਜਿਸ ਤਰ੍ਹਾਂ ਕੱਪੜਾ ਪਹਿਨ ਕੇ ਠੰਡ ਤੇ ਗਰਮੀ ਤੋਂ ਬਚਾਇਆ ਹੁੰਦਾ, ਇਸ ਨੂੰ ਇਸ ਨਿਸ਼ਾਨ ਸਾਹਿਬ ਦੇ ਸਰਨ ਆਵੇਗਾ, ਉਸ ਨੂੰ ਪਾਪ ਤੇ ਦੁੱਖਾਂ ਦਾ ਪਾਲਾ ਨਹੀਂ ਲੱਗੂਗਾ, ਪਾਪ ਤੇ ਈਰਖਾਂ ਦੀ ਤਪਸ਼ ਮਿਟ ਜਾਵੇਗੀ ਉਹਦੀ। ਜੀ ਜਿਵੇਂ ਆਪਾਂ ਨਿਸ਼ਾਨ ਸਾਹਿਬ ਨੂੰ ਕੱਪੜਾ ਲਾ ਦੇ, ਇੱਕ ਤਾਂ ਕੁਰਬਾਨੀ ਦਾ ਰੰਗ ਆ, ਜੀ ਦੂਸਰਾ ਆਪਾਂ ਕਹਿੰਦੇ ਆ ਵੀ ਗਰਮੀ ਤੇ ਠੰਡ। ਜੀ ਕੀ ਆ ਗਰਮੀ ਠੰਡ ਗੁਰੂ ਘਰ ਵਿੱਚ ਕੀ ਆ, ਜਿਹੜਾ ਤੇਰਾ ਪਾਪਾਂ ਦਾ ਪਾਲਾ ਆ ਤੇ ਤੇਰੇ ਅੰਦਰ ਜਿਹੜੀ ਈਰਖਾ ਦੀ ਤਪਸ਼ ਆ ਉਹ ਮਿਟ ਜਾਵੇਗੀ ਨਿਸ਼ਾਨ ਸਾਹਿਬ ਦੇ ਸ਼ਰਨ ਵਿੱਚ ਆਉਣ ਨਾਲ। ਵਾਹਿਗੁਰੂ ਵਾਹਿਗੁਰੂ। ਜੀ ਪੰਜਵਾਂ, ਨਿਸ਼ਾਨ ਸਾਹਿਬ ਦੇ ਕੱਪੜੇ ਨੂੰ ਦਿੱਤਾ ਹੋਈਆਂ ਗੰਢਾਂ ਭਾਵ ਕੇਸ ਨਾਲ ਤਕੜੀ ਕਰਕੇ ਆਪਣੀ ਪ੍ਰੀਤ ਰੂਪੀ ਗੰਢ ਪਾਓ, ਅਰਦਾਸ ਕਰੋ ਕਿ ਸਿੱਖੀ ਸਿਦਕ ਕੇਸਾਂ ਤੇ ਸਵਾਸਾਂ ਨਾਲ ਨਿਭ ਜਾਵੇ। ਵਾਹਿਗੁਰੂ। ਇਹ ਬਾਬਾ ਜੀ ਇੱਕ ਸੈਕਿੰਡ ਜੀ, ਮੈਂ ਖਿਮਾ ਚਾਹੁੰਦਾ। ਖਾਲਸਾ ਜੀ ਸਿੰਘ ਸੂਰਮਵੀਰ ਕਹਿ ਰਹੇ ਆਵਾਜ਼ ਨਹੀਂ ਆ ਰਹੀ, ਜੇ ਬਾਕੀਆਂ ਨੂੰ ਵੀ ਆਵਾਜ਼ ਨਹੀਂ ਆ ਰਹੀ ਕਿਰਪਾ ਕਰਕੇ ਜਰੂਰ ਦੱਸ ਦਿਓ, ਕਿਉਂਕਿ ਹੋ ਸਕਦਾ ਭਾਈ ਸਾਹਿਬ ਹੁਣਾਂ ਦਾ ਨੈਟ ਸਲੋ ਹੋਵੇ। ਦੇਖ ਲਓ ਤੇ ਫਿਰ ਦੁਬਾਰਾ ਸ਼ੁਰੂ ਕਰ ਲਈਏ। ਹਾਂਜੀ ਹਾਂਜੀ, ਮੈਂ ਤਾਂ ਹੀ ਪੁੱਛਿਆ ਜੀ, ਕਿਉਂਕਿ ਸਟਾਰਟਿੰਗ ਦੇ ਵਿੱਚ ਚਲੋ ਪਤਾ ਲੱਗ ਜੂ ਹਨਾ। ਖਾਲਸਾ ਜੀ ਜਰੂਰ ਕਿਰਪਾ ਹਾਂਜੀ ਕਰੋ। ਹਾਂਜੀ ਹਾਂਜੀ ਨਹੀਂ ਜੀ, ਆ ਰਹੀ ਹੈ। ਲਖਵੀਰ ਸਿੰਘ ਜੀ ਹੁਣੀ ਕਹਿ ਰਹੇ ਆਵਾਜ਼ ਸਾਫ਼ ਆ ਰਹੀ ਹੈ, ਉਹ ਭਾਈ ਸਾਹਿਬ ਹੁਣਾਂ ਦਾ ਫਿਰ ਨੈਟ ਸਲੋ ਹੋਣਾ ਆ। ਹਾਂ ਤੁਸੀਂ ਮੜੇ ਤਾਂ ਦੇਖ ਲਿਓ ਹਨਾ। ਹਾਂਜੀ ਹਾਂਜੀ ਸਾਫ਼ ਜੇ ਆਵਾਜ਼ ਹੋਵੇ ਤੁਸੀਂ ਆਪ ਹੀ ਚੈੱਕ ਕਰ ਲਿਓ। ਜੀ ਜੀ ਹਾਂਜੀ, ਮੈਂ ਦੂਸਰੇ ਬੰਨੇ ਚੈੱਕ ਕਰ ਲੈਣਾ ਜੀ, ਉਹਦਾ ਆ ਰਹੀ ਆਵਾਜ਼ ਠੀਕ ਹੈ ਜੀ। ਹਾਂਜੀ ਠੀਕ ਆ। ਜਿਹੜੀਆਂ ਨਿਸ਼ਾਨ ਸਾਹਿਬ ਜੀ ਦੇ ਉਸ ਕੱਪੜੇ ਨੂੰ ਦਿੱਤੀਆਂ ਹੋਈਆਂ ਗੰਢਾਂ ਜੀ, ਉਹ ਕੁੱਟ ਕੇ ਦਿੱਤੀਆਂ ਹੋਈਆਂ ਇਸ ਗੱਲ ਦੀਆਂ ਪ੍ਰਤੀਤ ਨੇ ਕਿ ਪਰਮਾਤਮਾ ਨਾਲ ਪ੍ਰੀਤ ਰੂਪੀ ਪਿੰਡੀ ਗੰਢ ਪਾਓ, ਜੀ ਅਰਦਾਸ ਕਰੋ ਕਿ ਹੇ ਪਰਮਾਤਮਾ ਮੇਰੀ ਐਸੀ ਤੇਰੇ ਚਰਨਾਂ 'ਚ ਅਰਦਾਸ ਆ, ਐਸੀ ਪ੍ਰੀਤ ਆ ਜੀ ਕਿ ਦਾਤਾ ਜੀ ਕਰਵਟ ਭਲਾ ਨਾ ਕਰਵਟ ਤੇਰੀ, ਜੀ ਲਾਗ ਗਲੇ ਸੁਣ ਬੇਨਤੀ ਮੇਰੀ, ਹੋ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਕੇ ਮੂੰਹ ਕੋ ਕਾਹੇ ਕੁਮਾਰੇ। ਜੀ ਐਸੀ ਸਿੱਖੀ ਕੇਸਾਂ ਤੇ ਸਵਾਸਾਂ ਨਾਲ ਸੰਗ ਨਿਭ ਜਾਵੇ, ਐਸੀ ਪ੍ਰੀਤ ਜਿਹੜੀ ਆ ਉਹ ਨਿਸ਼ਾਨ ਸਾਹਿਬ ਗੁਰੂ ਨਾਨਕ ਦੇ ਘਰ ਜਾ ਕੇ ਮੰਗੋ। ਇਹ ਗੰਢਾਂ ਇਸ ਗੱਲ ਦੀਆਂ ਪ੍ਰਤੀਤ ਨੇ। ਵਾਹਿਗੁਰੂ ਬਿਲਕੁਲ ਜੀ ਬਿਲਕੁਲ। ਨਿਸ਼ਾਨ ਸਾਹਿਬ ਜੀ ਦੇ ਚਾਰੇ ਦੁਆਰੇ ਲੱਗੀਆਂ ਹੋਈਆਂ ਖਿੱਚਾਂ, ਭਾਵੇਂ ਕਿ ਹੁਣ ਬਾਹਰਲੇ ਦੇਸ਼ਾਂ ਵਿੱਚ ਇਹੋ ਜਿਹਾ ਕੁਛ ਨਹੀਂ ਗਾ, ਪਰ ਆਪਾਂ ਦੇਖਦੇ ਰਹੇ ਪਿੰਡਾਂ 'ਚ ਚਾਰ ਦੁਆਰੇ ਖਿੱਚਾਂ ਲੱਗੀਆਂ ਹੁੰਦੀਆਂ ਸੀ। ਬਿਲਕੁਲ ਜੀ। ਤੇ ਉਹ ਚਾਰੇ ਜਿਹੜੀਆਂ ਖਿੱਚਾਂ ਨੇ ਉਹ ਕਿਸੇ ਗੱਲ ਦੀ ਪ੍ਰਤੀਤ ਦਿੰਦੀਆਂ ਨੇ, ਕਿਸੇ ਗੱਲ ਦਾ ਸੁਨੇਹਾ ਦਿੰਦੀਆਂ ਨੇ ਕਿ ਗੁਰੂ ਨਾਨਕ ਦੇ ਘਰੇ ਸ਼ੂਦਰ ਨੂੰ ਵੀ ਓਨਾ ਹੀ ਥਾਂ, ਵੈਸ਼ ਨੂੰ ਵੀ ਓਨਾ ਹੀ ਥਾਂ, ਬ੍ਰਾਹਮਣ ਨੂੰ ਵੀ ਓਨਾ ਹੀ ਥਾਂ ਤੇ ਖੱਤਰੀ ਨੂੰ ਵੀ ਓਨਾ ਹੀ ਥਾਂ। ਵਾਹਿਗੁਰੂ ਬਿਲਕੁਲ ਜੀ।
ਇਹ 4 ਘਰਾਂ ਦਾ ਸਾਂਝਾ ਸਥਾਨ ਆ। ਇੱਥੇ ਸਾਰੇ ਆਓ ਭਾਈ, ਸਾਰਿਆਂ ਲਈ ਹੈ, ਸਾਰਿਆਂ ਨੂੰ ਉਪਦੇਸ਼ ਮਿਲੇਗਾ, ਸਾਰਿਆਂ ਨੂੰ ਭੋਜਨ ਮਿਲੇਗਾ, ਸਾਰਿਆਂ ਨੂੰ ਗੁਰਬਾਣੀ ਦਾ ਭਜਨ ਮਿਲੇਗਾ ਜੀ। ਉਹ ਸਾਰਿਆਂ ਵਾਸਤੇ ਆ ਜੀ। ਤੇ ਨਿਸ਼ਾਨ ਸਾਹਿਬ ਜੀ ਦਾ ਫਰਲਾ ਜਿਹੜਾ ਆ, ਉਹ ਹੱਥ ਦਾ ਇਸ਼ਾਰਾ ਇਸ ਤਰ੍ਹਾਂ ਝੂਲ ਕੇ ਇਸ਼ਾਰਾ ਦੇ ਰਿਹਾ ਭਾਈ, ਇੱਥੇ ਨਿਮਾਣਿਆਂ ਨੂੰ ਮਾਣ ਮਿਲਦਾ ਹੈ ਤੇ ਭੁੱਖੇ ਨੂੰ ਰੋਟੀ ਮਿਲਦੀ ਹੈ, ਦੁਖੀਆਂ ਦੇ ਦਰਦ ਦੂਰ ਹੁੰਦੇ ਆ। ਬਿਲਕੁਲ ਜੀ। ਜਾਂ ਗੁਰਬਾਣੀ ਦਾ ਬਚਨ ਆ ਵੀ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਉਹ ਜਿਹੜਾ ਫਰਲਾ ਉਹ ਝੂਲ ਝੂਲ ਕੇ ਗੱਲ ਦਾ ਸੁਨੇਹਾ ਦੇ ਰਿਹਾ, ਇਹ ਨਿਮਾਣਿਆਂ ਦਾ ਘਰ ਆ, ਇਹ ਨਤਾਣਿਆਂ ਦਾ ਘਰ ਆ। ਇਹਦੇ ਘਰ ਜਦੋਂ ਆਵੇਗਾ ਉਹਨੂੰ ਸ਼ਰਨ ਮਿਲ ਜਾਵੇਗੀ, ਉਹਨੂੰ ਸ਼ਰਨ ਮਿਲੇਗਾ। ਇੱਥੇ ਪੁੱਛਿਆ ਨਹੀਂ ਜਾਵੇਗਾ ਤੇਰੀ ਗੋਤ ਕੀ ਆ, ਤੇਰੀ ਜਾਤ ਕੀ ਆ, ਤੂੰ ਕਿਸ ਮਜ਼ਹਬ ਨਾਲ ਸੰਬੰਧ ਰੱਖਦਾ ਆ, ਤੂੰ ਕੌਣ ਆ, ਤੂੰ ਕਿੱਥੋਂ ਆਇਆ, ਉੱਚਾ ਹੈ, ਨੀਵਾਂ ਹੈ, ਭਿਖਾਰੀ ਹੈ, ਰਾਜਾ ਹੈ, ਇਹ ਗੱਲ ਇੱਥੇ ਨਹੀਂ ਪੁੱਛੀ ਜਾਵੇਗੀ। ਉਹ ਫਰਲਾ ਝੂਲ ਝੂਲ ਕੇ ਇਸ ਗੱਲ ਦਾ ਸੁਨੇਹਾ ਦੇ ਰਿਹਾ ਹੈ ਕਿ ਨਿਮਾਣਿਆਂ ਦਾ ਮਾਣ ਮਿਲਦਾ ਇੱਥੇ ਭੁੱਖੇ ਨੂੰ ਰੋਟੀ ਮਿਲੇਗੀ, ਇੱਥੇ ਦੁਖੀ ਦਾ ਦਰਦ ਦੂਰ ਹੋ ਜਾਵੇਗਾ, ਬੇਸ਼ੱਕ ਕੋਈ ਵੀ ਹੋਵੇ। ਬਿਲਕੁਲ ਜੀ, ਬਿਲਕੁਲ। ਵਾਹਿਗੁਰੂ। ਜਿਵੇਂ ਵਜ਼ੀਰ ਖਾਨ ਜਿਹੜਾ ਸੀਗਾ, ਉਹ ਅਕਬਰ ਦਾ ਮਤਲਬ ਵਜ਼ੀਰ ਸੀ ਉਹ ਜੀ। ਲਾਹੌਰ ਬੈਠਾ ਸੀ ਉਹ, ਤੇ ਉਹਦਾ ਪੇਟ ਜਿਹੜਾ ਸੀ ਜਲ ਜਮਾ ਉਧਰ ਜੀ, ਉਹਦਾ ਪੇਟ ਪਾਣੀ ਨਾਲ ਭਰ ਗਿਆ ਸੀਗਾ ਜੀ। ਤੇ ਉਹ ਭਾਰਾ ਹੋਣ ਕਰਕੇ ਸਰੀਰ ਉਹ ਉੱਥੇ ਬੈਠਾ ਰਹਿੰਦਾ ਸੀਗਾ। ਤੇ ਇੱਕ ਦਿਨ ਸਿੱਖ ਗੁਰੂ ਕਾ ਉਹ ਬਾਣੀ ਗਾਉਂਦਾ ਸੁਖਮਨੀ ਸਾਹਿਬ ਜੀ ਦੀਆਂ ਪੰਕਤੀਆਂ ਪੜ੍ਹਦਾ ਜੀ, ਉਹ ਜਾ ਰਿਹਾ ਸੀ, ਕਿਉਂਕਿ ਗੁਰੂ ਕੇ ਸਿੱਖਾਂ ਦਾ ਜੀਵਨ ਗੁਰੂ ਕੀ ਬਾਣੀ ਆ। ਬਿਲਕੁਲ ਜੀ। ਉਹ ਬਾਣੀ ਨੂੰ ਅੰਦਰ ਗੁਣਗੁਣਾਉਂਦੇ ਰਹਿੰਦੇ ਸੀ, ਬਾਣੀ ਨੂੰ ਗਾਉਂਦੇ ਸੀ। ਅੱਜ ਤਾਂ ਸਾਡੇ ਕੋਲੇ ਕੇਵਲ ਤਰਕਾਂ ਤੋਂ ਬਿਨਾਂ ਜਾਂ ਕੇਵਲ ਸ਼ੰਕਿਆ ਤੋਂ ਬਿਨਾਂ ਹੋਰ ਸਾਡੇ ਕੋਲੇ ਕੁਛ ਵੀ ਨਹੀਂ, ਪਰ ਸ਼ੰਕਿਆ ਤੇ ਤਰਕਾਂ ਦੇ ਨਾਲ ਜੀਵਨ ਨਹੀਂ ਜੀਆ ਜਾਣਾ। ਇਹ ਤਾਂ ਸਿਦਕ ਤੇ ਭਰੋਸਾ ਤੇ ਗੁਰੂ ਕੀ ਬਾਣੀ ਪੜ੍ਹ ਕੇ ਜੀਵਨ ਜੀਆ ਜਾਣਾ। ਜੀ ਜੀ ਜੀ। ਬਾਬਾ ਜੀ, ਮੈਂ ਆਪ ਜੀ ਦੇ ਗੱਲ ਦੇ ਵਿੱਚ ਇੱਕ ਜੇ ਬੇਨਤੀ ਵੀ ਨਾਲ ਰੱਖਾਂ, ਖਿਮਾ ਚਾਹੁੰਦਾ ਆ ਵੀ ਜਿੱਥੇ ਆਪਾਂ ਇਹ ਸਿੱਖ ਲੈਂਦੇ ਹਾਂ ਵੀ ਜਿਹੜੀਆਂ ਛੋਟੀਆਂ ਲੀਰਾਂ ਜਿਹੜੀਆਂ ਗੁਰੂ ਗ੍ਰੰਥ ਆਪਣੇ ਨਿਸ਼ਾਨ ਸਾਹਿਬ ਜੀ ਨਾਲ ਬੱਝ ਕੇ ਮਾਣ ਪਾਉਂਦੀਆਂ ਨਾ, ਉੱਥੇ ਇੱਕ ਗੱਲ ਇਹ ਵੀ ਦੇਖੀ ਵੀ ਜੇ ਕੋਈ ਨਿਮਰਤਾ ਸਹਿਤ, ਚਾਹੇ ਉਹ ਸਭ ਤੋਂ ਥੱਲੇ ਵੱਜੀ ਆ, ਚਾਹੇ ਉਹ ਸਭ ਤੋਂ ਉੱਪਰ ਵੱਜੀ ਹੋਈ ਆ, ਤੇ ਆਪਾਂ ਅਦਬ ਸਤਿਕਾਰ ਸਾਰਿਆਂ ਦਾ ਉਨਾ ਹੀ ਕਰਦੇ, ਜਾ ਕੇ ਸਜਦਾ ਕਰਦੇ ਹਾਂ। ਪਰ ਜੇ ਕੋਈ ਹੰਕਾਰ ਵੱਸ ਪੈ ਕੇ ਖੁੱਲ੍ਹ ਕੇ ਪਰੇ ਨੂੰ ਜਾਵੇ, ਤੇ ਫਿਰ ਉਹਦੀ ਕੋਈ ਆਪਾਂ ਜੇ ਜਾਣੀਏ ਤੇ ਉਹ ਲਤਾੜ ਕੇ ਲੋਕ ਨਿਕਲ ਜਾਂਦੇ ਨੇ, ਕੋਈ ਉਹਦਾ ਸਤਿਕਾਰ ਨਹੀਂ ਰਹਿ ਜਾਂਦਾ। ਸੋ ਇਸੇ ਤਰੀਕੇ ਦੇ ਨਾਲ ਜਿਵੇਂ ਭਾਵਨਾ ਵਾਲੇ ਸਿੱਖ ਜੁੜੇ ਹੋਏ ਨੇ ਜੀ, ਤੇ ਜਿਹੜੇ ਅੱਜ ਕਹਿ ਰਹੇ ਨੇ ਵੀ ਅਸੀਂ ਗੁਰੂ ਨਾਲੋਂ ਵੀ ਉੱਪਰ ਦੀ ਕੋਈ ਨਵੀਂ ਸੋਚ ਲੈ ਕੇ ਆਉਣੀ ਆ, ਤੇ ਉਹਨਾਂ ਦਾ ਮਾਣ ਸਤਿਕਾਰ ਵੀ ਕੋਈ ਨਹੀਂ ਰਹਿ ਗਿਆ ਜੀ। ਮੈਂ ਬੇਨਤੀ ਕਰ ਰਿਹਾ ਸੀਗਾ ਵੀ ਉਹ ਵਜ਼ੀਰ ਖਾਨ ਜਿਹੜਾ ਸੀਗਾ ਨਾ, ਉਹ ਬੈਠਾ ਰਹਿੰਦਾ ਸੀਗਾ, ਤੇ ਪਰ ਉਹਨੇ ਇੱਕ ਸਿੱਖ ਕੋ ਬਾਣੀ ਸੁਣੀ, ਕੰਨਾਂ 'ਚ ਬਾਣੀ ਪਈ, ਉਹਦੇ ਭਾਗ ਚੰਗੇ ਜੀ। ਤੇ ਮਹਾਰਾਜ ਨੇ ਬਚਨ ਵਿੱਚ ਕਿਹਾ ਨਾ ਵੀ ਕੋਟ ਫਲ ਪ੍ਰਾਪਤ ਹੁੰਦਾ ਜਿਹੜਾ ਗੁਰੂ ਕੀ ਬਾਣੀ ਸੁਣਦਾ। ਵਾਹਿਗੁਰੂ ਜੀ। ਤੇ ਉਹਨੇ ਗੁਰੂ ਕੀ ਬਾਣੀ ਸੁਣੀ ਵੀ ਸਿੱਖ ਬਾਣੀ ਪੜ੍ਹਦਾ ਜਾ ਰਿਹਾ ਸੀਗਾ, ਤੇ ਜਿਵੇਂ ਮਹਾਰਾਜ ਕਹਿੰਦੇ ਕਈ ਕੋਟ ਜਗ ਫਲਾ ਸੁਣ ਗਾਵਣ ਹਾਰੇ ਰਾਮ ਜੀ, ਕੋਟ ਪੁੰਨ ਸੁਣ ਹਰ ਕੀ ਬਾਣੀ ਜੀ। ਉਹਨੇ ਬਾਣੀ ਗੁਰੂ ਕੀ ਸੁਣੀ, ਤੇ ਉਹਨੂੰ ਆਪਣੇ ਦਰਬਾਰੀਆਂ ਨੂੰ ਆਵਾਜ਼ ਮਾਰ ਕੇ ਕਿਹਾ ਵੀ ਯਾਰ ਉਹ ਬੰਦਾ ਜਿਹੜਾ ਜਾਂਦਾ ਨਾ, ਜੋ ਪੜ੍ਹ ਰਿਹਾ ਉਹ ਬੜਾ ਮਿੱਠਾ ਲੱਗਾ, ਬੜਾ ਠੰਡ ਪਈ ਮਨ ਨੂੰ, ਉਹਨੂੰ ਆਵਾਜ਼ ਮਾਰੋ ਜੀ। ਉਹਨਾਂ ਆਵਾਜ਼ ਮਾਰ ਕੇ ਕਿਹਾ ਵੀ ਗੁਰਸਿੱਖਾ ਵਜ਼ੀਰ ਖਾਨ ਤੈਨੂੰ ਸਾਦਾ, ਤੇ ਉਹ ਚਲ ਗਿਆ। ਕਹਿੰਦੇ ਵੀ ਕੌਣ ਹੈ ਤੂੰ? ਨੇ ਕਿਹਾ ਮੈਂ ਸਿੱਖ ਆ ਜੀ। ਤੇ ਉਹ ਕਹਿੰਦੇ ਵੀ ਤੂੰ ਕਿਹੜੀ ਕਲਾਮ ਪੜ੍ਹ ਰਿਹਾ ਸੀ? ਕਹਿੰਦੇ ਮੈਂ ਗੁਰੂ ਅਰਜਨ ਸਾਹਿਬ ਜੀ ਦੀ ਪਿੱਤਰ ਬਾਣੀ ਸੁਖਮਨੀ ਸਾਹਿਬ ਗਾ ਰਿਹਾ ਜੀ। ਤੇ ਉਹ ਕਹਿੰਦੇ ਸਿੰਘਾ ਜੀ ਤੂੰ ਕੀ ਕਰਦਾ? ਉਹ ਕਹਿੰਦੇ ਬਸ ਏਦਾਂ ਥੋੜਾ ਬਹੁਤਾ ਕੰਮ ਮਿਲ ਜਾਂਦਾ ਕਰ ਲਿਆ। ਕਹਿੰਦੇ ਤੈਨੂੰ ਮੈਂ ਪੈਸੇ ਦੇ ਜਾਊਂਗਾ, ਇੱਥੇ ਤੂੰ ਮੈਨੂੰ ਰੋਜ਼ ਇੱਕ ਸੁਖਮਨੀ ਸਾਹਿਬ ਦਾ ਪਾਠ ਸੁਣਾਇਆ ਕਰ ਜੀ। ਉਹ ਕਹਿੰਦੇ ਮੈਂ ਤੈਨੂੰ ਸੁਣਾਵਾਂਗਾ, ਕਿਉਂਕਿ ਸਿੱਖ ਨੇ ਤਾਂ ਕਰਨੀ ਪਰਉਪਕਾਰੀ ਹੁੰਦੀ ਦੀ, ਥੋੜਾ ਦੇਖਣਾ ਵੀ ਇਹ ਕੌਣ ਆ ਜੀ। ਬਾਣੀ ਨੇ ਤਾਂ ਸਭਨਾਂ ਦਾ ਭਲਾ ਕਰਨਾ ਨਾ ਜੀ। ਤੇ ਉਹ ਸੁਣਾਉਂਦਾ ਰਿਹਾ, ਲਾਗੇ ਕਰੀ ਆਪਾਂ ਨੂੰ ਗੱਲ ਕਰ ਰਹੇ ਹਾਂ ਕਿ ਇਹਦਾ ਜਿਹੜਾ ਫਰਲਾ ਆ ਨਾ, ਉਹ ਇਸ ਗੱਲ ਦੀ ਗਵਾਹੀ ਦੇ ਰਿਹਾ ਕਿ ਇਹ ਨਿਮਾਣਿਆਂ ਨੂੰ ਮਾਣ ਦਿੰਦਾ, ਭੁੱਖੇ ਨੂੰ ਰੋਟੀ ਦਿੰਦਾ ਆ, ਤੇ ਦੁਖੀਆਂ ਦੇ ਦਰਦ ਦੂਰ ਕਰਦਾ, ਕਿ ਇਹਦੇ ਨਾਲ ਸਾਡੇ ਕੋਲ ਇਤਿਹਾਸ ਆ ਜੀ।
ਤੇ ਉਸ ਵੇਲੇ ਉਹ ਸੁਣਦਾ ਰਿਹਾ ਉਹਨੂੰ ਬੜਾ ਆਰਾਮ ਮਿਲਿਆ ਤੇ ਉਹਨੇ ਇੱਕ ਦਿਨ ਕਿਹਾ ਵੀ ਦੇਖ ਮੈਨੂੰ ਇਹਦੇ ਨਾਲ ਥੋੜੀ ਮਤਲਬ ਮੇਰਾ ਰੋਗ ਵੀ ਘਟ ਗਿਆ ਮੇਰਾ ਤੇ ਅੱਗੇ ਨੂੰ ਸਰੀਰ ਵੀ ਮੇਰਾ ਠੀਕ ਹੋ ਰਿਹਾ ਵਾ ਤੇ ਜਿਨ੍ਹਾਂ ਦੇ ਮੁਖ ਚੋਂ ਬਾਣੀ ਆਈ ਉਹ ਕਿੱਥੇ ਆ? ਕਹਿੰਦੇ ਇਸ ਵੇਲੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਆ ਜੀ। ਤੇ ਉਹ ਨਾਲ ਲੈ ਕੇ ਕਹਿੰਦੇ ਚਲ ਆਪਾਂ ਉਹਨਾਂ ਨੂੰ ਮਿਲਦੇ ਆ। ਉਹ ਨਾਲ ਲੈ ਕੇ ਗੁਰੂ ਅਰਜਨ ਸਾਹਿਬ ਕੋ ਆ ਗਿਆ ਸਿੱਖ ਜੀ। ਗੁਰੂ ਅਰਜਨ ਸਾਹਿਬ ਜੀ ਨੇ ਬੇਨਤੀ ਕਰਤੀ ਮਹਾਰਾਜ ਨੂੰ ਵੀ ਮਹਾਰਾਜ ਸਿੱਖ ਨੇ ਬੇਨਤੀ ਕਰਤੀ ਮਹਾਰਾਜ ਵਜ਼ੀਰ ਖਾਨ ਇਹਦਾ ਪੇਟ ਪਾਣੀ ਨਾਲ ਭਰ ਗਿਆ। ਮਹਾਰਾਜ ਕਹਿੰਦੇ ਬਾਬਾ ਬੁੱਢਾ ਸਾਹਿਬ ਕੋਲ ਚੱਲ ਜਾਓ ਜੀ। ਬਾਬਾ ਬੁੱਢਾ ਸਾਹਿਬ ਜੀ ਟੋਕਰੀ ਲੈ ਕੇ ਆ ਰਹੇ ਸੀ ਤੇ ਉਹਨੇ ਆ ਕੇ ਕਿਹਾ ਮਹਾਰਾਜ ਇਹਦਾ ਪੇਟ ਪਾਣੀ ਨਾਲ ਭਰ ਗਿਆ ਜਲ ਜਮਾ ਉਧਰ ਹੋ ਗਿਆ ਇਹਨੂੰ। ਤੇ ਬਾਬਾ ਜੀ ਨੇ ਟੋਕਰਾ ਮਿੱਟੀ ਦਾ ਢਿੱਡ ਤੇ ਸੁੱਟਤਾ। ਕਹਿੰਦੇ ਮੈਂ ਕੋਈ ਡਾਕਟਰ ਆ ਤਾਂ ਜਦੋਂ ਉੱਤੇ ਮਿੱਟੀ ਪਈ ਢਿੱਡ ਤੇ ਪਾਣੀ ਮੂੰਹ ਦਾ ਹੀ ਬਾਹਰ ਆ ਗਿਆ ਸਾਰਾ ਜੀ। ਤਾਂ ਤੰਦਰੁਸਤ ਹੋ ਗਿਆ ਉੱਥੇ। ਵਾਹਿਗੁਰੂ ਜੀ। ਹਾਂਜੀ ਉਹ ਤੰਦਰੁਸਤ ਹੋ ਗਿਆ। ਉਹ ਜਿੰਨਾ ਚਿਰ ਹੋ ਰਿਹਾ ਉਸਨੇ ਵਜ਼ੀਰ ਖਾਨ ਨੇ ਰਾਜੇ ਨੂੰ ਜਹਾਂਗੀਰ ਨੂੰ ਵਾਰ-ਵਾਰ ਕਿਹਾ ਸੀ ਕਹਿੰਦਾ ਗੁਰੂ ਨਾਨਕ ਸਾਹਿਬ ਦਾ ਘਰ ਇਹ ਨਿਰੰਕਾਰ ਦਾ ਘਰ ਆ ਇੱਧਰ ਨੂੰ ਮੈਲੀ ਅੱਖ ਨਾਲ ਨਾ ਦੇਖੀ। ਉਹਨੇ ਦੇਖਣ ਨਹੀਂ ਦਿੱਤਾ। ਵਾਹਿਗੁਰੂ ਜੀ। ਉਹ ਸ਼ਰਨ ਆਇਆ ਸੀ ਉਹਦਾ ਦੁੱਖ ਵੀ ਦੂਰ ਹੋ ਗਿਆ ਉਹਨੂੰ ਭਜਨ ਵੀ ਮਿਲਿਆ। ਉਹਦੇ ਅੰਦਰ ਪਰਮਾਤਮਾ ਦੀ ਸ਼ਰਧਾ ਵੀ ਵਾਹਿਗੁਰੂ ਜੀ ਨੇ ਪਾ ਦਿੱਤੀ। ਇਹ ਨਿਸ਼ਾਨ ਸਾਹਿਬ ਦੀ ਸ਼ਰਨ ਆਉਣ ਦਾ ਨਤੀਜਾ ਆ ਕਿ ਫਰਲਾ ਇਸ ਗੱਲ ਦਾ ਪ੍ਰਤੀਕ ਆ। ਬਿਲਕੁਲ। ਫਰਲੇ ਉੱਤੇ ਕਿਰਪਾਨ ਦਾ ਜਾਂ ਖੰਡੇ ਦਾ ਨਿਸ਼ਾਨ 8 ਨੰਬਰ ਆ ਜੀ। ਉਹ ਇਹ ਗੱਲ ਦਾ ਸੁਨੇਹਾ ਦਿੰਦਾ ਕਿ ਹੰਗਤਾ ਨੂੰ ਤਿਆਗ ਕੇ ਜੀ ਖੰਡਾ ਦੀ ਕਿਰਪਾ ਕਰਨ ਵਿੱਚ ਆਵੋ। ਜਿਹੜਾ ਖੰਡਾ ਹੈ ਉਹ ਕਿਰਪਾ ਕਰ ਰਿਹਾ ਵਾ। ਅੰਮ੍ਰਿਤ ਛਕੋ ਵਾਹਿਗੁਰੂ ਜੀ ਦਾ ਨਾਮ ਜਪੋ ਤੇ ਕੰਨਾਂ ਵਿੱਚ ਹੋਰ ਕਿਸੇ ਦਾ ਮੰਤਰ ਨਾ ਲਵੋ। ਕੇਵਲ ਪਰਮਾਤਮਾ ਦਾ ਨਾਮ ਜਪੋ। ਉੱਤੇ ਲੱਗਾ ਹੋਇਆ ਏਕ ਓਂਕਾਰ ਕੇਵਲ ਇਸ ਗੱਲ ਦਾ ਸੁਨੇਹਾ ਦਿੰਦਾ ਕਿ ਉਹ ਪਰਮਾਤਮਾ ਕੇਵਲ ਏਕ ਓਂਕਾਰ ਆ। ਪਰਮਾਤਮਾ ਇੱਕ ਆ। ਉਹਦੀ ਸ਼ਕਤੀ ਜਿਹੜੀ ਆ ਉਹ ਸਾਰੇ ਪਾਸੇ ਪਸਰੀ ਹੋਈ ਆ। ਇੱਕ ਓਂਕਾਰ ਵਾਹਿਗੁਰੂ ਇੱਕ ਦੇ ਸ਼ਰਨ ਵਿੱਚ ਆਓ। ਇੱਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਨਿਸ਼ਾਨ ਸਾਹਿਬ ਦੇ ਕਮਰ ਕੱਸੇ ਸਿੱਖਿਆ ਦਿੰਦਾ ਹੈ ਕਿ ਗਊ ਗਰੀਬ ਦੀ ਰੱਖਿਆ ਲਈ ਪਰਉਪਕਾਰੀ ਵਾਸਤੇ ਹਮੇਸ਼ਾ ਕਮਰ ਕੱਸਾ ਕੱਸ ਕੇ ਰੱਖਣਾ ਹੈ। ਤਿਆਰ ਰਹਿਣਾ। ਇਹ ਇੱਕ ਨਿਹੰਗ ਸਿੰਘ ਫੌਜ ਵਾਸਤੇ ਨਿਸ਼ਾਨ ਸਾਹਿਬ ਦੀਆਂ ਜਿਹੜੀਆਂ ਚੀਜ਼ਾਂ ਉਹ ਆਪਾਂ ਬੋਲ ਰਹੇ ਹਾਂ ਇੱਕ ਤਿਆਰ ਗੁਰੂ ਕੇ ਸਿੱਖ ਵਾਸਤੇ। ਜੀ ਜੀ ਜੀ। ਜਿਨ੍ਹਾਂ ਨੂੰ ਇਹਦੇ ਬਾਰੇ ਪਤਾ ਹੀ ਨਹੀਂ ਉਹਨਾਂ ਕੀ ਬੋਲਣਾ ਕਿਉਂਕਿ ਕੋਈ ਚੀਜ਼ ਵੀ ਜਿਹੜੀ ਗੁਰੂ ਨਾਨਕ ਦੇ ਘਰੇ ਆ ਉਹ ਸਾਨੂੰ ਸਿੱਖਿਆ ਪ੍ਰਦਾਨ ਕਰਾਉਂਦੀ ਹੈ। ਕੋਈ ਐਸੀ ਚੀਜ਼ ਨਹੀਂ ਗੀ ਜਿਹੜੀ ਸਾਨੂੰ ਸਿੱਖਿਆ ਤੋਂ ਵਾਂਝੇ ਰੱਖਦੀ ਹੋਵੇ। ਬਿਲਕੁਲ ਜੀ। ਇੱਥੇ ਦਿਖਾਵਾ ਮਾਤਰ ਕੁਝ ਵੀ ਨਹੀਂ। ਸਾਨੂੰ ਖੋਜ ਕਰਨੀ ਪਵੇਗੀ। ਸਾਨੂੰ ਧਿਆਨ ਦੇਣਾ ਪਵੇਗਾ। ਅਸੀਂ ਸਮਝਾਂਗੇ ਵੀ ਨਗਾਰਾ ਘਰੇ ਐਵੇਂ ਵਜਾਈ ਜਾਂਦੇ ਜੀ ਪਰ ਉਹਦਾ ਪਿੱਛੇ ਇਤਿਹਾਸ ਆ ਬਹੁਤ ਵੱਡਾ। ਨਗਾਰਾ ਕੋਈ ਵਜਾਉਣ ਦਿੰਦਾ ਹੀ ਨਹੀਂ ਸੀ ਸਾਨੂੰ ਜੀ। ਇਹ ਕਿਉਂ ਵੱਜਿਆ ਰਣਜੀਤ ਨਗਾਰਾ? ਇਹ ਕਿਸ ਗੱਲ ਦਾ ਪ੍ਰਤੀਕ ਆ? ਇਹ ਨਗਾਰਾ ਜਿਹੜਾ ਆਜ਼ਾਦੀ ਦਾ ਪ੍ਰਤੀਕ ਆ, ਸੁਤੰਤਰਤਾ ਦਾ ਪ੍ਰਤੀਕ ਆ, ਆਜ਼ਾਦ ਕੌਮ ਦੀ ਪ੍ਰਤੀਕ ਆ। ਇਸ ਗੱਲ ਦਾ ਸੁਨੇਹਾ ਦਿੰਦਾ। ਪਰ ਜੇ ਕੋਈ ਕਵੇ ਮੇਰੇ ਕੰਨ ਪਾੜਦੇ ਆ ਤਾਂ ਉਹਨੂੰ ਆਪਾਂ ਕੀ ਕਹਿ ਸਕਦੇ ਜੀ। ਕਮਰ ਕੱਸੇ ਦੀਆਂ ਜਿਹੜੀਆਂ ਕਮਰ ਕੱਸਾ ਆ ਲੱਗਾ ਹੋਇਆ ਨੀਲੇ ਰੰਗ ਦਾ ਕਮਰ ਕੱਸਾ ਜਾਂ ਕੇਸਰੀ ਰੰਗ ਦਾ ਕਮਰ ਕੱਸਾ ਉਹ ਗੁਰਸਿੱਖ ਨੂੰ ਇਸ ਗੱਲ ਦਾ ਸੁਨੇਹਾ ਦਿੰਦਾ ਕਿ ਗਊ ਗਰੀਬ ਲਈ ਆਪਣੇ ਧਰਮ ਲਈ ਜਦੋਂ ਜ਼ੁਲਮ ਹੁੰਦਾ ਹੋਵੇ ਆਪਣੇ ਤਨ ਨੂੰ ਕਮਰ ਕੱਸਾ ਕਰਕੇ ਰੱਖੀ। ਤਿਆਰ ਰਹਿਣਾ। ਢਿੱਲੇ ਨਹੀਂ ਰਹਿਣਾ। ਤਿਆਰ ਵਾਹਿਗੁਰੂ ਜੀ। ਇਸੇ ਪ੍ਰਕਾਰ ਤੇ ਜਿਹੜੀ ਪੌਣੀ ਆ ਉਹ ਥੱਲੇ ਉੱਪਰ ਜਾਂਦੀ ਆ ਉੱਪਰੋਂ ਥੱਲੇ ਆਉਂਦੀ ਹੈ ਜਦੋਂ ਆਪਾਂ ਨਿਸ਼ਾਨ ਸਾਹਿਬ ਜੀ ਦੀ ਸੇਵਾ ਕਰਦੇ ਹਾਂ। ਜੀ ਜੀ ਜੀ। ਉਹ ਇਸ ਗੱਲ ਦਾ ਸੁਨੇਹਾ ਦਿੰਦੀ ਆ ਕਿ ਸਿੱਖਾ ਸਿਮਰਨ ਕਰਕੇ ਜਿਹੜਾ ਮਨ ਹੈ ਉਹਨੂੰ ਨੀਵਾਂ ਕਰ ਲੈਣਾ, ਮੱਤ ਉੱਚੀ ਕਰ ਲੈਣੀ ਪਰਮਾਤਮਾ ਦਾ ਸਿਮਰਨ ਕਰਕੇ ਜੀ। ਆਪਸ ਕੋ ਜੋ ਜਾਣੇ ਨੀਚਾ ਸੋਈ ਗਣੀਏ ਸਭ ਤੋਂ ਉੱਚਾ ਜੀ। तो इस प्रकार ਜਿਹੜੀ ਮੈਂ ਚੀਜ਼ਾਂ ਦੱਸ ਰਿਹਾ ਇਹ ਤਾਂ ਨਿਸ਼ਾਨ ਸਾਹਿਬ ਜੀ ਦੀ ਆਪੇ ਦਰਸ਼ਨ ਕਰਦੇ ਹੁੰਦੇ ਸੀ ਇੰਡੀਆ ਭਾਵੇਂ ਇੱਥੇ ਨਹੀਂ ਹੈ ਜੀ। तो महाराज साहब ने ਇਹ ਸਾਨੂੰ ਚੀਜ਼ਾਂ ਦਿੱਤੀਆਂ। ਹੋਰ ਵੀ ਨੇ ਖੰਡਾ ਆ ਇਸ ਗੱਲ ਦਾ ਪ੍ਰਤੀਕ ਆ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਆ ਜੀ। ਨਿਸ਼ਾਨ ਸਾਹਿਬ ਦਾ ਜਿਹੜਾ ਉਹ ਆਕਾਸ਼ ਵਿੱਚ ਜਿਹੜਾ ਝੁੱਲ ਰਿਹਾ ਆਕਾਸ਼ ਵਿੱਚ
ਜੀ ਉਹ ਵੀ ਇਸ ਗੱਲ ਦਾ ਪ੍ਰਤੀਤ ਹੈ ਕਿ ਪਰਮਾਤਮਾ ਨਿਰਲੇਪ ਆ, ਤੂੰ ਵੀ ਨਿਰਲੇਪ ਹੋ ਜਾ। ਵਾਹ ਜੀ। ਉਹਦੇ ਉੱਤੇ ਕੀੜੀ ਨਹੀਂ ਚੱਲ ਸਕਦੀ, ਉਹਦੇ ਉੱਤੇ ਮੱਖੀ ਨਹੀਂ ਬੈਠ ਸਕਦੀ, ਖੰਡੇ ਦੀ ਇੰਨਾ ਤਿੱਖਾ ਆ। ਇਸੇ ਪ੍ਰਕਾਰ ਖੰਡੇ ਧਾਰ ਗਲੀਅਤ ਭੀੜੀ, ਲੇਖਾ ਲੀਜੇ ਦਿਲ ਜੋ ਪੀੜੀ। ਧਰਮ ਦਾ ਮਾਰਗ ਖੰਡੇ ਧਾਰ ਮਾਰ ਗਿਆ। ਵਾਹ। ਇਹ ਪ੍ਰਕਾਰ ਇਹ ਆ ਜਿਹੜੀ ਇਹਦੀ ਪਹਿਲੀ ਭੂਮਿਕਾ ਹੈ ਨਿਸ਼ਾਨ ਸਾਹਿਬ ਦੀ, ਵੀ ਕਿਵੇਂ ਨਿਸ਼ਾਨ ਸਾਹਿਬ ਲੱਗਾ। ਜੀ ਜੀ ਜੀ। ਔਰ ਇਸ ਨੂੰ ਬਰਕਰਾਰ ਰੱਖਣ ਵਾਸਤੇ ਪਹਿਲਾਂ ਤਾਂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਗੋਂਦਵਾਲ ਸਾਹਿਬ ਸਭ ਤੋਂ ਪਹਿਲਾਂ ਜੀ ਸੱਚੇ ਪਾਤਸ਼ਾਹ ਜੀ ਨੇ ਵਿਸਾਖੀ ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਗੋਂਦਵਾਲ ਸਾਹਿਬ ਭਾਈ ਸ਼ਾਲੋ ਜੀ ਦੇ ਰਾਹੀਂ, ਭਾਈ ਪਾਰੋ ਜੀ ਦੇ ਰਾਹੀਂ ਨਿਸ਼ਾਨ ਸਾਹਿਬ ਗੋਂਦਵਾਲ ਸਾਹਿਬ ਦੀ ਧਰਤੀ ਤੇ ਚਲਾਇਆ ਜੀ। ਵਿਦਵਾਨਾਂ ਦੀ ਸਲਾਹ ਵੀ ਆ, ਵੀ ਇਤਿਹਾਸ ਵੀ ਕਹਿੰਦਾ ਵੀ ਉਹ ਚਿੱਟੇ ਰੰਗ ਦਾ ਕੇਸਰੀ ਜਿਹੜਾ ਨਿਸ਼ਾਨ ਸਾਹਿਬ ਚਲਾਇਆ ਸੀ ਮਹਾਰਾਜ ਸਾਹਿਬ ਜੀ ਨੇ ਜੀ। ਕਿ ਗੁਰੂ ਨਾਨਕ ਦਾ ਘਰ ਸੁੱਖ ਚਾਹੁੰਦਾ ਹੈ, ਅਮਨ ਚਾਹੁੰਦਾ ਹੈ, ਸ਼ਾਂਤੀ ਚਾਹੁੰਦਾ ਹੈ, ਪਰਉਪਕਾਰੀ ਕਰਦਾ ਹੈ। ਗੁਰੂ ਨਾਨਕ ਦਾ ਘਰ ਦੁੱਖ, ਲੜਾਈ, ਕਲੇਸ਼, ਇਸ ਪ੍ਰਕਾਰ ਈਰਖਾ, ਦਵੈਸ਼, ਗਰੀਬਾਂ ਨੂੰ ਨਤਾੜਨਾ, ਮਾਰਨਾ ਇਹ ਨਹੀਂ ਚਾਹੁੰਦਾ। ਇਹ ਇੱਕ ਰਾਜਿਆਂ ਨੂੰ ਮਹਾਰਾਜ ਜੀ ਨੇ ਸੰਕੇਤ ਦਿੱਤਾ ਸੀ ਨਿਸ਼ਾਨ ਸਾਹਿਬ ਦੇ ਦੁਆਰਾ ਕਿ ਭਾਈ ਰਾਜੇ ਜਿਹੜੇ ਹੁੰਦੇ ਆ ਉਹ ਪਰਮਾਤਮਾ ਦੀ ਵੰਸ਼ ਹੁੰਦੇ ਆ, ਜੇਕਰ ਉਹ ਪਰਉਪਕਾਰੀ ਕਰਨ ਗਰੀਬਾਂ ਦੇ ਤਾਂ ਜੀ। ਉਸ ਤੋਂ ਬਾਅਦ ਸਤਿਗੁਰੂ ਸਾਹਿਬ ਦਾ ਘਰ ਚੱਲਿਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹਦੇ ਸਮੇਂ ਦੋ ਨਿਸ਼ਾਨ ਸਾਹਿਬ ਦਾਤਾ ਸਤਿਗੁਰੂ ਸਾਹਿਬ ਜੀ ਦੇ ਦਰਬਾਰ ਤੇ ਝੁੱਲੇ ਜੀ। ਏਦਾਂ ਚੱਲਦਿਆਂ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਦਾਤਾ ਸਤਿਗੁਰੂ ਸਾਹਿਬ ਜੀ ਦਿੱਲੀ ਨੂੰ ਜਾਣ ਲੱਗੇ ਜੀ ਤਾਂ ਮਹਾਰਾਜ ਸਾਹਿਬ ਜੀ ਅੰਬਾਲੇ ਵਿਖੇ ਆਏ। ਜੀ। ਅੰਬਾਲੇ ਵਿਖੇ ਮਹਾਰਾਜ ਜੀ ਨੇ ਆ ਕੇ ਕੈਂਪ ਲਾਇਆ ਤੇ ਬਹੁਤ ਸਾਰੀ ਸੰਗਤ ਜਿਹੜੀ ਉਹ ਗੁਰੂ ਹਰਕ੍ਰਿਸ਼ਨ ਸਾਹਿਬ ਦਾਤਾ ਜੀ, ਬਾਲਾ ਪ੍ਰੀਤਮ ਜੀ ਦੇ ਨਾਲ ਆਈ ਚੱਲ ਕੇ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਜੀ। ਤੇ ਸਾਰੀ ਦੀ ਸਾਰੀ ਸੰਗਤ ਇੱਥੇ ਰੁਕ ਗਈ ਸੀ ਕਿਉਂਕਿ ਸੰਗਤਾਂ ਆ ਰਹੀਆਂ ਸਨ। ਪਿੱਛੋਂ ਸੁਨੇਹਾ ਆਇਆ ਸੀ ਕਿ ਮਹਾਰਾਜ ਸੰਗਤਾਂ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੀਆਂ, ਆਪ ਜੀ ਦਰਸ਼ਨ ਦੇ ਕੇ ਫਿਰ ਜਾਣਾ। ਜੀ। ਮਹਾਰਾਜ ਕੁਝ ਸਮਾਂ ਇੱਥੇ ਰੁਕੇ। ਲਾਲ ਚੰਦ ਹੁਣਾਂ ਦੇ ਨਾਲ ਮਹਾਰਾਜ ਸਾਹਿਬ ਜੀ ਦਾ ਗਿਆਨ ਗੋਸ਼ਟ ਵੀ ਹੋਇਆ। ਉਹਨਾਂ ਨੂੰ ਮਹਾਰਾਜ ਨੇ ਕਿਰਪਾ ਕਰਕੇ ਇਹ ਜਿਹੜਾ ਵਿਵੇਕ ਦਾ, ਨਿਮਰਤਾ ਦਾ, ਦਇਆ ਦਾ, ਪਰਉਪਕਾਰੀ ਦਾ ਗਿਆਨ ਦੇ ਕੇ ਨਿਹਾਲ ਵੀ ਕੀਤਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ। ਜੀ। ਇੱਥੇ ਮਹਾਰਾਜ ਸਾਹਿਬ ਜੀ ਨੇ ਦੇਖਿਆ ਵੀ ਸੰਗਤਾਂ ਬਹੁਤ ਆ ਗਈਆਂ ਤੇ ਟਾਂਗਰਾ ਨਦੀ ਚੱਲਦੀ ਆ ਜੀ। ਉਹਦੇ ਵਿੱਚੋਂ ਮਹਾਰਾਜ ਨੇ ਆਪਣੇ ਬੁੱਕਾਂ ਦੇ ਨਾਲ ਇੱਕ ਥੜਾ ਬਣਾਇਆ ਸੱਚੇ ਪਾਤਸ਼ਾਹ ਜੀ ਨੇ ਰੇਤਾ ਦਾ ਇਕੱਠਾ ਕਰਕੇ। ਵਾਹਿਗੁਰੂ ਜੀ। ਥੜਾ ਬਣਾ ਕੇ ਦਾਤਾ ਗੁਰੂ ਹਰਕ੍ਰਿਸ਼ਨ ਸਾਹਿਬ, ਬਾਲਾ ਪ੍ਰੀਤਮ ਜੀ ਨੇ ਤੇ ਉੱਥੇ ਇੱਕ ਨਿਸ਼ਾਨ ਸਾਹਿਬ ਗੱਡ ਦਿੱਤਾ ਉਹਦੇ ਵਿੱਚ ਜੀ। ਤੇ ਗੱਡ ਕੇ ਉਹਨੂੰ ਮਹਾਰਾਜ ਸਾਹਿਬ ਜੀ ਨੇ ਮੱਥਾ ਟੇਕ ਦਿੱਤਾ ਤੇ ਮੱਥਾ ਟੇਕ ਕੇ ਕਿਹਾ ਭਾਈ ਸੰਗਤੋ ਸਾਰਿਆਂ ਨੇ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਆ। ਇਸ ਤੋਂ ਹੁਣ ਅੱਗੇ ਸਾਡੇ ਨਾਲ ਕਿਸੇ ਨੇ ਨਹੀਂ ਜਾਣਾ। ਜਿਹੜਾ ਨਿਸ਼ਾਨ ਸਾਹਿਬ ਨੂੰ ਮੱਥਾ ਟੇਕੇਗਾ ਉਹਨੂੰ ਸਾਡੇ ਦਰਸ਼ਨ ਹੋਣਗੇ। ਸਾਡੇ ਦਰਸ਼ਨਾਂ ਦਾ ਫਲ ਉਸਨੂੰ ਇਸੇ ਵਿੱਚੋਂ ਮਿਲੇਗਾ। ਇਹ ਬਾਲਾ ਪ੍ਰੀਤਮ ਦੇ ਬਚਨ ਆ ਤੇ ਹੁਣ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਬਚਨ ਮੰਨੀਏ ਕਿ ਇਹਨਾਂ ਦੇ ਮੰਨੀਏ? ਬਿਲਕੁਲ ਜੀ। ਉਹਨਾਂ ਕਿਹਾ ਜਿਹੜੇ ਇੱਥੇ ਮੱਥਾ ਟੇਕਣਗੇ ਨਿਸ਼ਾਨ ਸਾਹਿਬ ਨੂੰ, ਪਰਿਕਰਮਾ ਕਰਨਗੇ, ਉਹਨਾਂ ਨੂੰ ਸਾਡੇ ਦਰਸ਼ਨਾਂ ਦਾ ਫਲ ਪ੍ਰਾਪਤ ਹੋਵੇਗਾ। ਇਸ ਤੋਂ ਅੱਗੇ ਕਿਸੇ ਨੇ ਨਹੀਂ ਜਾਣਾ। ਬਿਲਕੁਲ ਜੀ। ਤੇ ਸੰਗਤਾਂ ਸਾਰੀਆਂ ਉੱਥੋਂ ਇਹ ਗੁਰੂ ਸਾਹਿਬ ਜੀ ਆਪ ਬਚਨ ਕਰਕੇ ਗਏ ਤੇ ਨਿਸ਼ਾਨ ਸਾਹਿਬ ਚੜਾ ਕੇ ਗਏ। ਅੱਜ ਵੀ ਉਹ ਨਿਸ਼ਾਨ ਸਾਹਿਬ ਸ਼ੋਭਾ ਪਾ ਰਿਹਾ ਹੈ ਜੀ। ਪਜੋਖਰਾ ਸਾਹਿਬ ਜਾਂ ਅੰਬਾਲਾ ਸਾਹਿਬ ਕਹਿੰਦੇ ਨੇ ਆਪਾਂ, ਅੰਬਾਲਾ ਪਜੋਖਰਾ ਸਾਹਿਬ ਜਿਹੜਾ ਸਾਰੀ ਘਟਨਾ ਹੈ ਜੀ। ਫਿਰ ਮਹਾਰਾਜ ਸਾਹਿਬ ਜੀ ਦਿੱਲੀ ਗਏ। ਇਸ ਤੋਂ ਬਾਅਦ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿੱਖ ਸੀ ਭਾਈ ਆਲਮ ਸਿੰਘ ਜੀ। ਜੀ। ਭਾਈ ਆਲਮ ਸਿੰਘ ਜੀ ਜਦੋਂ ਇੱਕ ਸਿੰਘ ਜਦੋਂ ਬਾਹਰ ਜੰਗ ਨੂੰ ਨਿਕਲੀਦਾ ਸੀ ਤੇ ਇੱਕ ਸਿੰਘ ਜਿਹੜਾ ਸੀ ਉਹ ਨਿਸ਼ਾਨ ਸਾਹਿਬ ਰੱਖਦਾ ਹੁੰਦਾ ਸੀ ਕੋਲ ਜੀ। ਅੱਜ ਵੀ ਨਿਹੰਗ ਸਿੰਘ ਜਦੋਂ ਫੌਜਾਂ ਜੱਥਾ ਲੈ ਕੇ, ਦਲ ਪੰਥ ਲੈ ਕੇ ਚੱਲਦੀਆਂ ਵਾ ਤੇ ਇੱਕ ਸਿੰਘ ਉਹਨਾਂ ਦਾ ਨਗਾਰੇ ਤੇ ਹੁੰਦਾ, ਇੱਕ ਦਾ ਨਿਸ਼ਾਨ ਸਾਹਿਬ ਹੁੰਦਾ ਇੱਕ ਕੋਲ। ਜੀ ਬਿਲਕੁਲ ਜੀ। ਮੇਰੇ ਖਿਆਲ ਨਾਲ ਜਿਹੜੇ ਬਿਲਕੁਲ ਜੀ, ਜਿਹੜੇ ਫਰਲੇ ਵਾਲੇ ਵੀ ਸਿੰਘ ਹੁੰਦੇ ਉਹਨਾਂ ਨਾਲ 5 ਸਿੰਘਾਂ ਦਾ ਜੱਥਾ ਹੁੰਦਾ ਨਾ। ਤੇ ਜਦੋਂ ਉਹ ਜੱਥਾ ਜਾਂਦਾ ਨਾ ਘੋੜਿਆਂ ਤੇ, ਜਦੋਂ ਘੋੜਿਆਂ ਤੇ ਜਾਂਦੇ ਇਹ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ, ਵਿਸਾਖੀ ਤੇ ਜਾਂ ਕਿਤੇ ਵੀ ਸਮਾਗਮ ਤੇ ਤਾਂ ਨਗਾਰਾ ਵੱਜ ਰਿਹਾ ਹੁੰਦਾ, ਨਿਸ਼ਾਨ ਸਾਹਿਬ ਝੋਲ ਰਿਹਾ ਹੁੰਦਾ। ਜੀ ਜੀ ਜੀ। ਇਸ ਗੱਲ ਦਾ ਪ੍ਰਤੀਤ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਖਾਲਸਾ ਆ ਰਿਹਾ। ਜੀ।
ਨਗਾਰਾ ਇਸ ਗੱਲ ਦਾ ਹੁੰਦਾ ਸੁਤੰਤਰਤਾ ਹੈ, ਸਾਨੂੰ ਆਜ਼ਾਦੀ, ਅਸੀਂ ਆਜ਼ਾਦ ਹਾਂ। ਆਜ਼ਾਦ ਪੰਥ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪੰਥ ਆ ਰਿਹਾ, ਖਾਲਸਾ ਆ ਰਿਹਾ। ਸਾਰੇ ਸਾਵਧਾਨ ਹੋ ਜਾਵੋ। ਉਹ ਝੁਲਦਾ ਹੋਇਆ ਨਿਸ਼ਾਨ ਸਾਹਿਬ ਇਹ ਗੱਲ ਦੀ ਸੁਨੇਹਾ ਦੇ ਰਿਹਾ ਕਿ ਖਾਲਸਾ ਕਿਸੇ ਦਾ ਗੁਲਾਮ ਨਹੀਂ ਹੈ। ਖਾਲਸਾ ਅਕਾਲ ਪੁਰਖ ਸਾਹਿਬ ਜੀ ਦੀ ਫੌਜ ਹੈ। ਖਾਲਸਾ ਅਕਾਲ ਪੁਰਖ ਸਾਹਿਬ ਜੀ ਦਾ ਪੁੱਤਰ ਹੈ। ਬਿਲਕੁਲ ਬਿਲਕੁਲ ਜੀ। ਤੋ ਭਾਈ ਆਲਮ ਸਿੰਘ ਅੱਗੇ ਜਾ ਰਿਹਾ, ਹੱਲਾ ਬੜੀ ਜ਼ੋਰ ਨਾਲ ਬੋਲਿਆ ਸੀ ਉਹਨਾਂ ਨੇ, ਮੁਗਲਾਂ ਨੇ। ਤੋ ਕਹਿੰਦੇ ਸੀ ਨਿਸ਼ਾਨ ਸਾਹਿਬ ਨੀਵਾਂ ਕਰਦੇ ਜੀ। ਭਾਈ ਸਾਹਿਬ ਜੀ ਨੂੰ ਕਿਹਾ, ਭਾਈ ਸਾਹਿਬ ਕਹਿੰਦੇ ਮੈਂ ਨਿਸ਼ਾਨ ਸਾਹਿਬ ਨੀਵਾਂ ਨਹੀਂ ਕਰਾਂਗਾ ਜੀ। ਕਹਿੰਦੇ ਤੇਰੀਆਂ ਬਾਹਾਂ ਵੜਦੇ ਜਿੰਨਾ ਫੜਿਆ, ਕਹਿੰਦੇ ਬਾਹਾਂ ਵੜ ਦਿਓਗੇ ਤੇ ਮੈਂ ਆਪਣੇ ਮੁੱਖ 'ਚ ਪਾ ਕੇ ਉੱਚਾ ਰੱਖਾਂਗਾ। ਵਾਹਿਗੁਰੂ ਵਾਹਿਗੁਰੂ। ਨਿਸ਼ਾਨ ਸਾਹਿਬ ਥੱਲੇ ਨਹੀਂ ਜਾਣ ਦੇਵਾਂਗਾ। ਮੈਂ ਪੜ੍ਹਿਆ ਇਸ ਤਰ੍ਹਾਂ ਹੋਇਆ ਵੀ ਉਹਨਾਂ ਦੇ ਕਰ ਦਿੱਤਾ, ਉਹਨਾਂ ਮੂੰਹ ਵਿੱਚ ਪਾ ਕੇ ਨਿਸ਼ਾਨ ਸਾਹਿਬ ਉੱਚੇ ਰੱਖਿਆ ਜਿੰਨਾ ਚਿਰ ਉਹਨਾਂ ਦੇ ਸਵਾਸ ਰਹੇ। ਵਾਹਿਗੁਰੂ ਵਾਹਿਗੁਰੂ। ਉਹਨਾਂ ਫਰਲਾ ਨੀਵਾਂ ਨਹੀਂ ਹੋਣ ਦਿੱਤਾ। ਬਿਲਕੁਲ ਬਿਲਕੁਲ ਜੀ। ਦੇਖੋ ਸਾਰੇ ਦਾ ਸਾਰਾ ਇਤਿਹਾਸ ਜਿਸ ਨਿਸ਼ਾਨ ਸਾਹਿਬ ਜੀ ਦੇ ਥੱਲੇ ਆ ਸਾਡਾ। ਹਾਂਜੀ ਬਿਲਕੁਲ ਜੀ। ਇਹ ਜਿੰਨੀਆਂ ਕੌਮਾਂ ਦਾ ਜਿਹੜਾ ਜਿਹਨੇ ਸ਼ਹੀਦੀ ਦਿੱਤੀ ਹੁੰਦੀ ਆ, ਜਿੰਦੀਆਂ ਕੌਮਾਂ ਹੁੰਦੀਆਂ ਨੇ, ਸੂਰਬੀਰ ਕੌਮਾਂ ਹੁੰਦੀਆਂ ਨੇ, ਉਹਨਾਂ ਲਈ ਇਹ ਜਿਹੜਾ ਨਿਸ਼ਾਨ ਸਾਹਿਬ ਹੈ ਸ਼ਹੀਦੀ ਦਾ ਪ੍ਰਤੀਕ ਹੈ। ਇਹ ਸ਼ਹੀਦੀਆਂ ਤੋਂ ਬਾਅਦ ਸਾਨੂੰ ਜਾ ਕੇ ਪ੍ਰਾਪਤ ਹੁੰਦਾ ਹੈ। ਤੇ ਜਿਨ੍ਹਾਂ ਕੌਮਾਂ ਕੋਲ ਆਪਣਾ ਨਿਸ਼ਾਨ ਵੀ ਹੈ ਨਹੀਂ, ਉਹ ਕੌਮਾਂ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਇਆ ਕਰਦੀਆਂ। ਬਿਲਕੁਲ ਬਿਲਕੁਲ ਜੀ। ਦੇਖੋ ਜੇ ਆਪਾਂ ਕਿੰਨਾ ਪਿਆਰ ਬਣੇ ਜੇ ਅਸੀਂ ਬੱਚਿਆਂ ਨੂੰ ਨਾਲ ਲਿਜਾ ਕੇ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰਾਈਏ ਤਾਂ ਉਹਨਾਂ ਨੂੰ ਦੱਸੀਏ ਕਿ ਸਾਡਾ ਪੂਰੇ ਜਿਹੜੇ ਅੱਜ ਤੱਕ ਦੇ ਸ਼ਹੀਦ ਨੇ ਇਸੇ ਨਿਸ਼ਾਨ ਸਾਹਿਬ ਜੀ ਨੂੰ ਉੱਚਾ ਰੱਖਣ ਦੇ ਲਈ ਸ਼ਹੀਦ ਹੋਏ ਨੇ। ਤੇ ਜੇ ਬੱਚਿਆਂ ਦਾ ਤੇਰੀ ਵੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਤੂੰ ਇਸ ਧਰਮ ਤੋਂ ਜਾਨੂੰ ਹੋਰ ਉੱਪਰ ਚੱਕਣਾ ਆ, ਕੋਈ ਐਸਾ ਕਰਮ ਨਹੀਂ ਕਰਨਾ ਜਿਹਦੇ ਨਾਲ ਕਦੀ ਵੀ ਜਿਹੜਾ ਹੈਗਾ ਇਹ ਇੱਥੋਂ ਦੀ ਮਹਾਨਤਾ ਘਟੇ, ਤੇ ਕਿਆ ਉਹ ਆਨੰਦ ਬਣੇਗਾ। ਹੋਰ ਵੀ ਬਾਤ ਇਹ ਆ ਵੀ ਦੇਖੋ, ਜੇਕਰ ਦੁਨੀਆ ਅੱਜ ਸਾਰੇ ਦੇਸ਼ ਆ, ਸਾਰੇ ਦੇਸ਼ਾਂ ਦੇ ਆਪਣੇ ਨਿਸ਼ਾਨ ਆ। ਬਿਲਕੁਲ ਜੀ। ਜੇ ਆਪਣੇ ਨਿਸ਼ਾਨ ਆ, ਜੇ ਦੂਸਰਾ ਦੇਸ਼ ਦੂਸਰੇ ਨਿਸ਼ਾਨ ਸਾਹਿਬ ਦਾ ਉਹਦਾ ਨਿਸ਼ਾਨ ਦਾ ਜਿਹੜਾ ਉਹਨਾਂ ਦਾ ਨਿਸ਼ਾਨ ਆ, ਉਹਨਾਂ ਦਾ ਕੌਮੀ ਝੰਡਾ ਆ, ਜੇ ਉਹਦੀ ਕੋਈ ਬੇਅਦਬੀ ਕਰ ਦੇਵੇ ਤੇ ਇੱਥੋਂ ਜੰਗ ਹੁੰਦੀ ਆ। ਬਿਲਕੁਲ ਜੀ। ਜਿਸ ਕਰਕੇ ਇੱਕ ਮਤਲਬ ਜੇ ਖਾਲਸਾ ਪੰਥ ਨੇ ਜਾਂ ਮੰਨ ਲਓ ਵੀ ਪਾਕਿਸਤਾਨ ਦੀ ਫੌਜ ਹੋਵੇ, ਉਹਨੂੰ ਕਹੀਏ ਹਿੰਦੁਸਤਾਨ ਦੇ ਝੰਡੇ ਨੂੰ ਸਲੂਟ ਮਾਰਦੇ, ਉਹ ਕਦੀ ਵੀ ਨਹੀਂ ਮਾਰਦੇ। ਬਿਲਕੁਲ ਜੀ। ਹਿੰਦੁਸਤਾਨ ਨੂੰ ਕਹੀਏ ਪਾਕਿਸਤਾਨ ਦੇ ਝੰਡੇ ਨੂੰ ਜਾ ਕੇ ਸਲੂਟ ਮਾਰਦੇ, ਉਹ ਕਦੀ ਨਹੀਂ ਮਾਰਦੇ। ਤੇ ਕਮਾਲ ਦੀ ਗੱਲ ਆ, ਖਾਲਸੇ ਦਾ ਨਿਸ਼ਾਨ ਸਾਹਿਬ ਆ, ਖਾਲਸੇ ਨੇ ਇਹਨੂੰ ਨਮਸਕਾਰ ਨਹੀਂ ਕਰਨੀ ਤੇ ਕਿਹਨੂੰ ਕਰਨੀ ਹੈ। ਬਿਲਕੁਲ ਬਿਲਕੁਲ ਜੀ। ਕਿਸ ਨੂੰ ਨਮਸਕਾਰ ਕਰਨੀ, ਫਿਰ ਦੱਸਣਾ ਵੀ ਕਿਹਨੂੰ ਕਰਨੀ ਆ। ਅਸੀਂ ਆਜ਼ਾਦ ਹਾਂ, ਆਜ਼ਾਦੀ ਦਾ ਪ੍ਰਤੀਕ ਆ। ਤੁਹਾਡਾ ਹਰ ਸ਼ਹਿਰ ਵਿੱਚ, ਹਰ ਦੇਸ਼ ਵਿੱਚ, ਹਰ ਮੁਲਕ ਵਿੱਚ ਝੁਲਦਾ ਹੋਇਆ ਨਿਸ਼ਾਨ ਸਾਹਿਬ, ਜਿਹੜੀ ਆਪਾਂ ਪਹਿਲਾਂ ਭੂਮਿਕਾ ਰੂਪ ਵਿੱਚ ਕਿਹਾ, ਉਹ ਸਾਰੀ ਪ੍ਰਕਿਰਿਆ ਨੂੰ ਜਿਹੜਾ ਉਹ ਚੇਤੇ ਕਰਵਾ ਰਿਹਾ। ਚਾਹੇ ਕੋਈ ਗੋਰਾ ਹੋਵੇ, ਚਾਹੇ ਕੋਈ ਕਾਲਾ ਹੋਵੇ, ਉਹ ਜਿਹੜਾ ਗੁਰੂ ਨਾਨਕ ਦਾ ਸਿਧਾਂਤ ਆ, ਉਹ ਵਿਸ਼ਵ ਭਰ ਵਿੱਚ ਇਸੇ ਗੱਲ ਕਰਕੇ ਸ਼ੋਭਾ ਨਹੀਂ ਪਾ ਰਿਹਾ। ਬਿਲਕੁਲ ਬਿਲਕੁਲ ਜੀ। ਉਹ ਸ਼ੋਭਾ ਪਾ ਰਿਹਾ। ਅਸੀਂ ਪਰਮਿਸ਼ਨਾਂ ਲੈ ਕੇ ਇੱਥੇ ਬਾਹਰ ਨਿਸ਼ਾਨ ਸਾਹਿਬ ਲਾਏ ਆ ਕਿ ਭਾਈ ਗੁਰਮੁਖੋ, ਇਹ ਸਾਡੇ ਘਰ ਦਾ ਸਿਧਾਂਤ ਆ, ਗੁਰੂ ਨਾਨਕ ਦੇ ਘਰ ਦਾ ਸਿਧਾਂਤ ਆ। ਬਿਲਕੁਲ ਬਿਲਕੁਲ ਜੀ। ਗੁਰਦੁਆਰਾ ਸਾਹਿਬ ਦੀ ਇਹ ਨਹੀਂ ਕਿ ਗੁਰਦੁਆਰਾ ਸਾਹਿਬ ਨਿਸ਼ਾਨ ਸਾਹਿਬ ਕਰਕੇ ਆ ਜਾਂ ਨਿਸ਼ਾਨ ਸਾਹਿਬ ਗੁਰਦੁਆਰਾ ਸਾਹਿਬ ਕਰਕੇ ਨਹੀਂ। ਇਹਨਾਂ ਦੋਨਾਂ ਚੀਜ਼ਾਂ ਦਾ ਸੁਮੇਲ ਆ, ਇਹ ਆਪਸ ਵਿੱਚ ਤਾਲਮੇਲ ਹੈ, ਇਹਨਾਂ ਦਾ ਸੁਮੇਲ ਹੈ ਆਪਸ ਵਿੱਚ। ਬਿਲਕੁਲ ਬਿਲਕੁਲ ਜੀ, ਕੋਈ ਦੋ ਰਿਹਾ। ਤੋਂ ਇਹ ਕੁਰਬਾਨੀਆਂ ਤੋਂ ਬਾਅਦ ਸਾਨੂੰ ਸ਼ਹੀਦੀਆਂ ਤੋਂ ਬਾਅਦ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੇਸਰੀ ਨਿਸ਼ਾਨ ਸਾਹਿਬ ਲੈ ਕੇ ਦਿੱਤਾ ਜੀ। ਤੇ ਸਤਿਗੁਰਾਂ ਨੇ ਕਿਹਾ ਕਿ ਇਸ ਤਰ੍ਹਾਂ ਝੂਲਦੇ ਰਹਿਣਗੇ ਨਿਸ਼ਾਨ ਸਾਹਿਬ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇ ਤਾਂ ਸੂਬੇ ਸਰਹੰਦ ਨੂੰ ਕਿਹਾ ਸੀ ਵੀ ਤੂੰ ਸਾਨੂੰ ਵਾਰ-ਵਾਰ ਕੇ ਨਾ ਖਤਮ ਕਰ ਦਿਓ, ਮਾਰ ਦਿਓ, ਅਸੀਂ ਮਾਰ ਦਿਆਂਗੇ, ਖਤਮ ਕਰ ਦਿਆਂਗੇ। ਇਹੋ ਜਿਹੇ ਡਰਾਵੇ ਸਾਨੂੰ ਦੇ ਨਾ, ਕਿਉਂਕਿ ਇਹ ਮੌਤ ਨੂੰ ਤਾਂ ਸਾਡੇ ਬਾਪੂ ਨੇ ਸਾਨੂੰ ਖੰਡੇ ਬਾਟੇ ਵਿੱਚ ਘੋਲ ਕੇ ਪਿਆਤਾ ਆ। ਅਸੀਂ ਤਾਂ ਸ਼ਬਦ ਰੂਪੀ ਹੋ ਕੇ ਜੀਨੇ ਆ ਵੀ ਸ਼ਬਦ ਮਰੋ ਫਿਰ ਜੀਵੋ ਸਾਧੀ, ਤਾਂ ਫਿਰ ਮਰ ਨਾ ਹੋਈ। ਵਾਹਿਗੁਰੂ ਵਾਹਿਗੁਰੂ। ਤੇ ਦੂਸਰੀ ਗੱਲ, ਤੂੰ ਕਿੰਨਾ ਚਿਰ ਇੱਥੇ ਬੈਠੇ ਰਹਿਣਾ, ਯਾਦ ਰੱਖੀ ਤੂੰ ਪਾਪ ਕਰ ਰਿਹਾ ਹੈ। ਜਿਹੜੀ ਸਰਹੰਦ ਆ ਨਾ, ਭਾਈ ਇਹ ਸੰਤੋਖ ਸਿੰਘ ਹੁਣਾਂ ਨੇ ਲਿਖਿਆ ਵੀ ਜਿਹੜੀ ਸਰਹੰਦ ਆ ਨਾ ਜੀ, ਇਹਨੂੰ ਤਾਂ ਖਾਲਸਾ ਵਾਹੂਗਾ ਤੇ ਹਲ ਚਲਾਊਗਾ ਖਾਲਸਾ, ਹਲ ਚਲਾਊਗਾ, ਇਹ ਉੱਜੜ ਜਾਵੇਗੀ ਤੇਰੀ ਸਰਹੰਦ ਸਾਰੀ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵਚਨ ਕਿਹਾ ਸੀ। ਯਾਦ ਰੱਖੀ
ਇੱਥੇ ਬੜੇ ਉੱਚੇ ਉੱਚੇ ਨਿਸ਼ਾਨ ਸਾਹਿਬ ਝੁੱਲਣਗੇ ਜੀ ਤੇ ਅਸੀਂ ਨੀਂਹ ਰੱਖ ਕੇ ਚੱਲੇ ਆ, ਮਤਲਬ ਖਾਲਸਾ ਰਾਜ ਦੀ ਨੀਂਹ ਆ ਇਹ, ਤੇ ਨੀਹਾਂ ਵਿੱਚ ਅਸੀਂ ਖਲੋਵਾਂਗੇ ਆਪ, ਤੇ ਖਾਲਸੇ ਰਾਜ ਦੇ ਜਿਹੜੇ ਨਿਸ਼ਾਨ ਸਾਹਿਬ ਉੱਚੇ ਝੁੱਲਣਗੇ। ਅੱਜ ਉਹ ਸੋਭਾ ਪਾ ਰਹੇ ਆ। ਵਾਹਿਗੁਰੂ ਵਾਹਿਗੁਰੂ, ਬਿਲਕੁਲ ਜੀ। ਤੋ ਇਤਿਹਾਸ ਇਸ ਗੱਲ ਦੀ ਇਹ ਗਵਾਹੀ ਦੇ ਰਿਹਾ, ਇਹ ਗੌਰਵਮਈ ਸਾਡਾ ਇਤਿਹਾਸ ਆ। ਇਸ ਗੱਲ ਦੀਆਂ ਸੰਦਲੀ ਪੈੜਾਂ ਪਾ ਰਿਹਾ, ਨਿਸ਼ਾਨਦੇਹੀ ਦੇ ਰਿਹਾ ਹੈ ਕਿ ਗੁਰੂ ਕੇ ਖਾਲਸੇ ਨੇ ਨਿਸ਼ਾਨ ਸਾਹਿਬ ਨੂੰ ਉੱਚਾ ਰੱਖਣ ਲਈ ਦਾਤੇ ਸਤਿਗੁਰ ਦੇ ਸਿੱਖਾਂ ਨੇ ਬੇਅੰਤ ਸ਼ਹੀਦੀਆਂ ਪ੍ਰਾਪਤ ਕੀਤੀਆਂ, ਪਰ ਨਿਸ਼ਾਨ ਸਾਹਿਬ ਨੂੰ ਨੀਵਾਂ ਨਹੀਂ ਹੋਣ ਦਿੱਤਾ। ਵਾਹਿਗੁਰੂ ਵਾਹਿਗੁਰੂ, ਬਿਲਕੁਲ। ਇੱਥੇ ਮੈਂ ਇੱਕ ਬਚਨ ਤੁਹਾਨੂੰ ਨਾਲ ਸਾਂਝਾ ਕਰਦੇ ਹਾਂ ਇਤਿਹਾਸਕ ਜੀ। ਤੇ ਜਦੋਂ ਗੰਗਸਰ ਗੁਰਦੁਆਰੇ ਸਾਹਿਬ ਦਾ ਮੋਰਚਾ ਲੱਗਾ ਨਾ ਮਾਲਵੇ ਚ ਸਥਾਨ ਜੀ, ਤੇ ਉਦੋਂ ਜੱਥੇ ਜਾਂਦੇ ਸੀ, ਕਿਉਂਕਿ ਉਹਨਾਂ ਨੇ ਅਖੰਡ ਪਾਠ ਸਾਹਿਬ ਅੰਗਰੇਜ਼ਾਂ ਨੇ ਜਿਹੜਾ ਸੀਗਾ ਚੱਲਦਾ ਹੋਇਆ ਅਖੰਡ ਪਾਠ ਸਾਹਿਬ ਉਹਨਾਂ ਨੇ ਰੋਕ ਦਿੱਤਾ ਸੀ, ਭੰਗ ਕਰਤਾ ਸੀ ਅਖੰਡ ਪਾਠ ਸਾਹਿਬ ਜੀ। ਤੇ ਜੱਥੇ ਜਿਹੜੇ ਸੀ ਉਹ ਅਕਾਲ ਤਖਤ ਸਾਹਿਬ ਤੋਂ ਗੰਗਸਰ ਗੁਰਦੁਆਰੇ ਸਾਹਿਬ ਦੀ ਆਜ਼ਾਦੀ ਲਈ ਜਾਂਦੇ ਸੀ ਜੀ। ਤੇ ਮੋਰੇ ਅੰਗਰੇਜ਼ ਜਿਹੜੇ ਸੀ ਉਹ ਤੋਪਾਂ ਲਾ ਕੇ ਬੰਦੂਕਾਂ ਲਾ ਕੇ ਬੈਠੇ ਸੀਗੇ। ਜਿਹੜੇ ਸਿੰਘ ਜਾਂਦੇ ਸੀ ਕੁਛਾਂ ਨੂੰ ਗ੍ਰਿਫਤਾਰ ਕਰ ਲੈਂਦੇ ਸੀ, ਕੋਈਆਂ ਨੂੰ ਗੋਲੀਆਂ ਵੱਜ ਜਾਂਦੀਆਂ ਸੀ, ਕੁਝ ਫੱਟੜ ਹੋ ਜਾਂਦੇ, ਸ਼ਹੀਦ ਹੋ ਜਾਂਦੇ ਸੀ। ਉਹ ਗੁਰਦੁਆਰੇ ਸਾਹਿਬ ਤੱਕ ਜਾਣ ਨਹੀਂ ਸੀ ਦਿੰਦੇ ਜੀ। ਜੱਥਾ ਇਸੇ ਪ੍ਰਕਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੋਰਦੇ ਸੀ ਜੀ। ਤੇ ਇੱਕ ਜੱਥਾ ਜਦੋਂ ਇਸ ਤਰ੍ਹਾਂ ਜਥੇ ਜਾ ਰਹੇ ਸੀ, ਸ਼ਹੀਦੀਆਂ ਹੋ ਰਹੀਆਂ ਸੀ, ਤੇ ਗੁਰਦੁਆਰੇ ਸਾਹਿਬ ਦੀ ਜਿਹੜੀ ਮਰਜ਼ਾਦਾ ਸੀ ਉਹ ਬਹਾਲ ਨਹੀਂ ਸੀ ਹੋ ਰਹੀ ਜੀ। ਇਸ ਤਰ੍ਹਾਂ ਚੱਲਦਿਆਂ ਜਥੇਦਾਰ ਸਾਹਿਬ ਨੇ ਇੱਕ ਦਿਨ ਫੈਸਲਾ ਕੀਤਾ ਕਿ ਮੈਂ ਖੁਦ ਇਸ ਜਥੇ ਵਿੱਚ ਜਾਵਾਂਗਾ, ਤੇ ਜਿਹੜੇ ਮੇਰੇ ਨਾਲ ਜਾਣਗੇ ਪਾਏ ਗਏ ਉਹਨਾਂ ਨੂੰ ਸ਼ਹੀਦੀ ਗਾਨਾ ਕਿਹਾ ਜਾਂਦਾ ਸੀ। ਵਾਹਿਗੁਰੂ ਜੀ। ਇੱਕ ਬੀਬੀ ਬਲਵੀਰ ਕੌਰ ਆ, ਤੇ ਉਹਦਾ ਛੋਟਾ ਜਿਹਾ ਭਚੰਗੀ ਜਿਹੜਾ ਉਹਨੇ ਆਪਣੇ ਕੁਛੜ ਚੱਕਿਆ ਹੋਇਆ, ਉਹਦੇ ਗਲ ਵਿੱਚ ਵੀ ਸਿੰਘਾਂ ਨੇ ਹਾਰ ਪਾਤਾ। ਬੀਬੀ ਦੇ ਜਦੋਂ ਗਲ 'ਚ ਹਾਰ ਪਾਇਆ ਤਾਂ ਉਹਨਾਂ ਕਿਹਾ ਬੀਬੀ ਇਹ ਬੱਚਾ ਬੜਾ ਛੋਟਾ ਆ ਜੀ, ਤੇ ਇਸ ਨੂੰ ਇੱਥੇ ਛੱਡ ਜਾਵੋ, ਤੁਸੀਂ ਰੱਬ ਨਾ ਜਾਣੇ ਕੀ ਭਾਣਾ ਵਰਤੇ, ਕਿਉਂਕਿ ਵਰਤ ਰਿਹਾ ਸੀ, ਸਾਰਿਆਂ ਨੂੰ ਪਤਾ ਸੀ ਵੀ ਕੁਝ ਵੀ ਹੋ ਸਕਦਾ ਹੈ ਜੀ। ਅਸੀਂ ਤਾਂ ਸ਼ਹੀਦੀ ਗਾਨੇ ਬੰਨ ਕੇ ਤੁਰੇ ਆ, ਜਾਓ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਤੱਕ ਤਲੀ ਗਲੀ ਮੇਰੀ ਆਓ। ਬਿਲਕੁਲ। ਤੇ ਬੀਬੀ ਜੀ ਨੇ ਬੜੇ ਪਿਆਰ ਨਾਲ ਕਿਹਾ, ਕਹਿਣ ਲੱਗੀ ਸਿੰਘ ਸਾਹਿਬ ਜੀ ਮੇਰਾ ਪਤੀ ਸ਼ਹੀਦ ਹੋ ਗਿਆ, ਮੇਰਾ ਪੁੱਤਰ ਵੀ ਇੱਕ ਸ਼ਹੀਦ ਹੋ ਗਿਆ, ਤੇ ਮੈਂ ਹੁਣ ਇਸ ਨੂੰ ਨਾਲ ਤਾਂ ਲੈ ਕੇ ਚੱਲੀ ਆ ਕਿ ਰੱਬ ਨਾ ਜਾਣੇ ਕਿ ਕੋਈ ਭਾਣਾ ਵਰਤ ਜਾਵੇ, ਮੈਂ ਸ਼ਹੀਦ ਹੋ ਜਾਵਾਂ, ਤੇ ਇਹ ਜਿਹੜਾ ਮੇਰਾ ਬੱਚਾ ਵਾ ਇਹ ਐਸੇ ਕਿਸੇ ਮਨੁੱਖ ਦੇ ਹੱਥ ਆ ਕੇ ਪੜੇ ਜਿਹੜਾ ਇਹਨੂੰ ਗੁਰੂ ਨਾਨਕ ਦੇ ਘਰ ਤੋਂ ਬੇਮੁਖ ਕਰ ਦੇਵੇ, ਤਾਂ ਮੈਨੂੰ ਉਸ ਘਰ ਵਿੱਚ ਥਾਂ ਨਹੀਂ ਮਿਲੇਗੀ ਜੀ। ਤੇ ਮੈਂ ਇਸੇ ਨਾਲ ਲੈ ਕੇ ਜਾਵਾਂ ਵੀ ਜੇ ਇਹ ਗੁਰਦੁਆਰਾ ਸਾਹਿਬ ਦੀ ਆਜ਼ਾਦੀ ਲਈ ਸ਼ਹੀਦ ਹੋ ਜਾਵੇ, ਮੇਰਾ ਦੁੱਧ ਸਫਲਾ ਹੋ ਜਾਵੇਗਾ। ਵਾਹਿਗੁਰੂ ਜੀ। ਤੇ ਬੱਚੇ ਦੀ ਗੱਲ 'ਚ ਵੀ ਹਾਰ ਪਾਇਆ ਗਿਆ। ਇੰਟਰਸਟਿੰਗ ਗੱਲ ਇਹ ਆ ਜੀ ਕਿ ਉਹ ਜਦੋਂ ਜਾ ਰਹੇ ਸੀ ਤੇ ਮੋਰੇ ਗੋਲੀਆਂ ਚੱਲ ਰਹੀਆਂ ਸੀ ਜੀ। ਇੱਕ ਗੋਲੀ ਐਸੀ ਚੱਲੀ ਜਿਹੜੀ ਉਹ ਬੱਚੇ ਨੂੰ ਆ ਕੇ ਲੱਗੀ, ਤੇ ਮਾਂ ਨੇ ਬੱਚੇ ਨੂੰ ਜ਼ਮੀਨ ਤੇ ਲਟਾਉਂਦਿਆਂ ਹੋਇਆ ਇੱਕ ਹੱਥ ਨਾਲ ਨਿਸ਼ਾਨ ਸਾਹਿਬ ਫੜਿਆ ਹੋਇਆ ਸੀ ਜੀ। ਉਹਨੇ ਉਹ ਨਹੀਂ ਨੀਵਾਂ ਹੋਣ ਦਿੱਤਾ, ਨਿਸ਼ਾਨ ਸਾਹਿਬ ਉੱਚਾ ਰੱਖਿਆ, ਬੱਚੇ ਨੂੰ ਜ਼ਮੀਨ ਤੇ ਲਟਾ ਕੇ ਕਹਿਣ ਲੱਗੀ ਮੇਰੇ ਲਾਲ ਤੇਰੀ ਮੰਜ਼ਿਲ ਆ ਗਈ ਹੈ, ਮੇਰੀ ਮੰਜ਼ਿਲ ਹਜੇ ਹੋਰ ਅੱਗੇ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪਰ ਨਿਸ਼ਾਨ ਸਾਹਿਬ ਉੱਚਾ ਰੱਖਿਆ, ਵਾਹਿਗੁਰੂ। ਬੱਚਾ ਜ਼ਮੀਨ ਤੇ ਲਟਾ ਦਿੱਤਾ, ਨਿਸ਼ਾਨ ਸਾਹਿਬ ਜ਼ਮੀਨ ਤੇ ਨਹੀਂ ਰੱਖਿਆ। ਵਾਹਿਗੁਰੂ। ਇੱਥੇ ਨਿਸ਼ਾਨ ਸਾਹਿਬ ਦਾ ਜਿਹੜਾ ਉਹਦੇ ਹੱਥ ਵਿੱਚ ਨਿਸ਼ਾਨ ਸੀ ਝੂਲ ਰਿਹਾ ਖਾਲਸਾ ਪੰਥ ਦਾ, ਉਹਨੂੰ ਉੱਚਾ ਰੱਖਿਆ। ਵਾਹਿਗੁਰੂ। ਇੱਥੇ ਆ ਕੇ ਬਚਨ ਉਸ ਨੂੰ ਨੀਵਾਂ ਨਹੀਂ ਹੋਣ ਦਿੱਤਾ। ਇਹ ਸ਼ਹੀਦੀ ਜਜ਼ਬਾ ਆ, ਇਹ ਪੰਥ ਲਈ ਪਿਆਰ ਆ ਸਾਡੇ ਵਡੇਰਿਆਂ ਦੇ ਮਨ ਵਿੱਚ, ਇਹ ਉਹਨਾਂ ਦਾ ਜਜ਼ਬਾ ਆ, ਇਹ ਉਹਨਾਂ ਦਾ ਪਿਆਰ ਆ, ਤੇ ਪਿਆਰ ਤੇ ਉਹਨਾਂ ਦੀ ਦਲੇਰੀ ਆ, ਸੂਰਮਗਤੀ ਆ, ਜਿਹਦਾ ਕਰਕੇ ਕੇਸਰੀ ਨਿਸ਼ਾਨ ਸਾਹਿਬ ਹਰ ਮੁਲਕ ਵਿੱਚ ਚੱਲ ਰਿਹਾ। ਇੱਥੋਂ ਬਾਬਾ ਜੀ ਇੱਕ ਗੱਲ ਆ ਵੀ ਦੇਖੋ, ਜਿਨ੍ਹਾਂ ਨੇ ਇਸ ਨਿਸ਼ਾਨ ਨੂੰ ਸਜਦੇ ਕੀਤੇ, ਕੁਰਬਾਨੀਆਂ ਵੀ ਉਹਨਾਂ ਨੇ ਕੀਤੀਆਂ। ਜਦੋਂ ਸਾਡੇ ਬੱਚੇ ਦੇਖ ਕੇ ਇਹਨਾਂ ਨੂੰ ਕਹਿ ਦਿੱਤਾ ਗਿਆ ਵੀ ਪਰੇ ਨੂੰ ਮੂੰਹ ਕਰਕੇ ਨਿਕਲ ਜਾਇਓ, ਤੇ ਕੱਲ ਨੂੰ ਕੁਰਬਾਨੀ ਕਿਵੇਂ ਕਰਨਗੇ? ਕਿਉਂਕਿ ਉਹਨਾਂ ਨੂੰ ਪਤਾ ਨਹੀਂ, ਉਹਨਾਂ ਨੂੰ ਦੱਸਿਆ ਨਹੀਂ ਕਿ ਜਿਸ ਕੌਮ ਕੋਲ ਆਪਣਾ ਕੋਈ ਨਿਸ਼ਾਨ ਸਾਹਿਬ ਨਹੀਂ ਹੁੰਦਾ, ਜਿਹਦਾ ਆਪਣਾ ਕੋਈ ਨਿਸ਼ਾਨ ਨਹੀਂ ਹੁੰਦਾ, ਉਹ ਕੌਮ ਕੀ ਹੁੰਦੀ ਹੈ ਸੰਸਾਰ ਤੇ। ਬਿਲਕੁਲ ਬਿਲਕੁਲ ਜੀ। ਕਿਉਂਕਿ ਗੱਲ ਏਦਾਂ, ਜੇ ਕਿਤੇ ਇੱਕ ਚੀਜ਼ ਬਣਾਉਣੀ ਪੈ ਜਾਵੇ ਨਾ, ਪਤਾ ਫਿਰ ਲੱਗਦਾ ਹੁੰਦਾ ਵੀ ਉਹ ਚੀਜ਼ ਬਣਦੀ ਕਿਵੇਂ ਆ। ਕਾਰਨ ਤਾਂ
ਸਾਡਾ ਇਹ ਆ ਬਸ ਆਹ ਕੰਮ ਆ, ਕਿਉਂਕਿ ਸਾਨੂੰ ਹਰ ਚੀਜ਼ ਪਰੋਸੀ ਹੋਈ ਪ੍ਰਾਪਤ ਹੋਈ ਆ, ਇਸ ਕਰਕੇ ਅਸੀਂ ਨੱਕ ਮੂੰਹ ਚੜਾਉਂਦੇ ਆ। ਜੇ ਅੰਮ੍ਰਿਤ ਅਸੀਂ ਭਾਈ ਦਇਆ ਸਿੰਘ ਵਾਂਗੂ ਲੈਣਾ ਹੁੰਦਾ ਤੇ ਫਿਰ ਸਾਡੇ ਚੋਂ ਕੌਣ ਲੈਂਦਾ? ਵਾਹਿ ਬਿਲਕੁਲ ਜੀ। ਜੇ ਅਸੀਂ ਇਹਨਾਂ ਵਾਂਗੂ ਲੈਣਾ ਹੁੰਦਾ, ਜੇ ਸਾਨੂੰ ਕਹਿੰਦੇ ਵੀ ਨਿਸ਼ਾਨ ਸਾਹਿਬ ਵਾਸਤੇ ਆਪਣੇ ਪੁੱਤ ਦੀ ਹਿੱਕ 'ਚ ਗੋਲੀਆਂ ਖਾਓ ਤੇ ਕੌਣ ਖਾਂਦਾ? ਕਿਉਂਕਿ ਸਾਨੂੰ ਚੀਜ਼ਾਂ ਪਰੋਸੀਆਂ ਹੋਈਆਂ ਮਿਲ ਗਈਆਂ, ਤੇ ਜਦੋਂ ਪਰੋਸੀਆਂ ਹੋਈਆਂ ਮਿਲਦੀਆਂ, ਜਦੋਂ ਪਿਆਸ ਨਾ ਹੋਵੇ ਤੇ ਤੁਸੀਂ ਬੱਠਲ ਰੱਖ ਕੇ ਮੋਹਰੇ ਕਹੋ ਸੀਓ ਪਾਣੀ ਪੀ ਲਓ, ਉਹਨੇ ਪੀਣਾ ਹੀ ਨਹੀਂ। ਬਿਲਕੁਲ ਜੀ ਬਿਲਕੁਲ, ਸਿਆਣੀ ਕਿਉਂਕਿ ਪਿਆਸ ਨਹੀਂ ਗੀ। ਤੇ ਜਦੋਂ ਪਿਆਸ ਹੋਊਗੀ ਤੁਸੀਂ ਨਲਕੇ ਨੂੰ ਜਾਂ ਪਾਣੀ ਦੇ ਕਿਸੇ ਸਾਧ ਨੂੰ ਹੱਥ ਮਗਰੋਂ ਲਾਓਗੇ, ਉਹਨੇ ਪਹਿਲਾਂ ਸੰਗਲ ਤੜਾਉਣਾ। ਬਿਲਕੁਲ ਬਿਲਕੁਲ ਜੀ। ਅੱਜ ਸਾਡੀ ਧਰਮ ਪ੍ਰਤੀ ਪਿਆਸ ਮੁਕਾਈ ਜਾ ਰਹੀ ਆ, ਸਾਡੀ ਸ਼ਰਧਾ ਮੁਕਾਈ ਜਾ ਰਹੀ ਆ। ਤੁਹਾਡੇ ਅੰਦਰ ਪਿਆਸ ਨਹੀਂ ਰਹੀ, ਸ਼ਰਧਾ ਹੀ ਨਹੀਂ ਰਹੀ, ਵਿਸ਼ਵਾਸ ਤੁਹਾਡਾ ਖਤਮ ਕਰ ਦੇਣਾ। ਤੇ ਤੁਹਾਨੂੰ ਤਾਂ ਕਹਿੰਦੇ ਗੁਰੂ ਨੂੰ ਮੱਥਾ ਟੇਕਣ ਦੀ ਕੋਈ ਲੋੜ ਨਹੀਂ, ਨਿਸ਼ਾਨ ਸਾਹਿਬ ਤਾਂ ਹਜੇ ਬਹੁਤ ਦੂਰ ਦੀ ਗੱਲ ਹੈ। ਵਾਹਿਗੁਰੂ ਵਾਹਿਗੁਰੂ। ਦੇਖੋ ਖਾਲਸਾ ਜੀ ਬਿਲਕੁਲ ਮੱਥਾ ਟੇਕਣਾ ਕਹਿੰਦੇ ਇੱਕ ਜਰੀਆ, ਇਹ ਤਾਂ ਜਰੀਆ, ਕਹਿੰਦੇ ਜਰੀਏ ਨੂੰ ਮੱਥਾ ਥੋੜਾ ਟੇਕੀਦਾ, ਕਹਿੰਦੇ ਤੇ ਗਿਆਨ ਆ ਜਿਵੇਂ ਮੋਬਾਈਲ ਫੋਨ ਆ, ਕਹਿੰਦੇ ਐਵੇਂ ਗੁਰੂ ਗ੍ਰੰਥ ਸਾਹਿਬ ਜੀ ਆ। ਜੀ 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 ਬਿਲਕੁਲ ਬਿਲਕੁਲ ਬਾਬਾ ਜੀ। ਦੇਖੋ ਆਪਣੇ ਕਿਹਾ ਨਹੀਂ ਉਹਨਾਂ ਨੂੰ। ਜੀ ਜੀ ਬਾਬਾ ਜੀ ਬਿਲਕੁਲ ਜੀ। ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਇਹਨਾਂ ਨੂੰ ਢੁੱਕਵੇਂ ਜਵਾਬ ਦਿੱਤੇ। ਕੱਲ੍ਹ ਨੂੰ ਫਿਰ ਆਪਾਂ ਜਿਹੜੀ ਹੈਗੀ ਆ ਖਾਲਸਾ ਜੀ, ਮੈਂ ਇੱਕ ਵਾਰੀ ਯਾਦ ਕਰਾ ਦਾਂ ਵੀ ਕੱਲ੍ਹ ਨੂੰ ਫਿਰ ਆਪਾਂ ਟ੍ਰੇਨਾਂ ਬਰਾਬਰ 'ਤੇ ਤੋਰਾਂਗੇ ਜਿਹੜਾ ਬਾਬਾ ਜੀ, ਕਿਉਂਕਿ ਮੈਂ ਚਲੋ ਟੌਪਿਕ ਅਲੱਗ ਹੈ, ਜਿਵੇਂ ਸਰਸੇ ਵਾਲੇ ਦੇ ਸੀਗੇ ਤੇ ਉਹਦੇ ਚੇਲੇ ਬਾਲ ਕੇ ਸੀ, ਉਵੇਂ ਹੀ ਇਹ ਨੇ। ਆਪਾਂ ਕੱਲ੍ਹ ਨੂੰ ਇਹ 'ਤੇ ਸਾਰਾ ਗੱਲ ਕਰਾਂਗੇ। ਔਰ ਸਵੇਰੇ 10 ਵਜੇ ਪਹਿਲਾ ਪ੍ਰੋਗਰਾਮ ਹੈ, ਸ਼ਾਮ ਨੂੰ 8 ਵਜੇ ਦੂਸਰਾ ਹੈ। ਅਤੇ ਅੱਜ ਦਾ ਮੈਂ ਬਾਬਾ ਜੀ ਹੈ ਨਾ, ਇਹ ਕੇਵਲ ਅਤੇ ਕੇਵਲ ਚਲੋ ਆਪਣੇ ਗੁਰਸਿੱਖਾਂ ਦੇ ਅੱਗੇ ਤਰਲਾ ਹੈ ਬਈ ਸੱਚਮੁੱਚ ਜਦੋਂ ਆਪਾਂ ਇੱਦਾਂ ਜਾ ਕੇ ਨਾ ਇੱਕ ਵਾਰੀ ਦੇਖਦੇ ਹਾਂ, ਜਦੋਂ ਆਪਾਂ ਨਿਸ਼ਾਨ ਸਾਹਿਬ ਜੀ ਥੱਲੇ ਖੜ੍ਹ ਕੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਉਸ ਸਰਮੋਰ ਇਤਿਹਾਸ ਨੂੰ ਯਾਦ ਕਰਦੇ ਹਾਂ, ਤਾਂ ਉਹ ਸਾਰੀ ਚੀਜ਼ ਅੱਖਾਂ ਦੇ ਸਾਹਮਣੇ ਦੇ ਨਿਕਲ ਜਾਂਦੀ ਹੈ। ਅਤੇ ਫਿਰ ਦਿਲ ਕਰਦਾ ਆ ਵੀ ਦੇਖੀਏ ਸਹੀ। ਮੈਂ ਅੱਗੇ ਵੀ ਇਹ ਵਚਨ ਕਈ ਵਾਰੀ ਸਾਂਝੇ ਕੀਤੇ ਨੇ ਸੰਗਤ ਦੇ ਨਾਲ ਬਾਬਾ ਜੀ, ਬਈ ਇੱਕ ਮੁਸਲਮਾਨ ਵੀਰ ਦੇ ਬੋਲ ਨੇ ਇਹ, ਉਹ ਕਹਿੰਦਾ ਵੀ ਮੁਹੰਮਦ ਸਾਹਿਬ ਜਦੋਂ ਨਿਕਲਦੇ ਸੀ ਨਾ ਗਲੀਆਂ ਦੇ ਵਿੱਚ, ਅਤੇ ਜੇ ਕੋਈ ਬੀਬੀ ਸਬਜ਼ੀ ਕੱਟਦੀ ਹੁੰਦੀ ਸੀ ਅਤੇ ਉਹ ਇੰਨੇ ਸੋਹਣੇ ਸੀ ਵੀ ਦੇਖ ਕੇ ਆਪਣੇ ਹੱਥ ਵੀ ਕੱਟ ਲੈਂਦੀਆਂ ਸੀ ਬੀਬੀਆਂ, ਕਿਉਂਕਿ ਉਹਨਾਂ ਦਾ ਨੂਰ ਇਹੋ ਜਿਹਾ ਸੀ। ਉਹ ਕਹਿੰਦਾ ਮੈਂ ਕਿਹਾ ਵੀ ਇਹੋ ਜਿਹਾ ਨੂਰ ਕਾਇਨਾਤ 'ਚ ਕਿਤੇ ਨਹੀਂ ਮਿਲ ਸਕਦਾ। ਕਹਿੰਦਾ ਜਦੋਂ ਮੈਂ ਇਤਿਹਾਸ ਪੜ੍ਹਦੇ ਨੇ, ਕਿਉਂਕਿ ਉਹ ਇਤਿਹਾਸਕਾਰ ਸੀ, ਅਤੇ ਜਦੋਂ ਇਤਿਹਾਸ ਸਿੱਖਾਂ ਦਾ ਲਿਖਦਾ ਕਿ ਤਾਂ ਸਿੱਖਾਂ ਨੂੰ ਕੁੱਤੇ ਲਿਖਦਾ ਸੀ। ਜਦੋਂ ਉਹਨੇ ਕਾਜੀ ਨੂਰ ਮੁਹੰਮਦ, ਹਾਂਜੀ, ਜਦੋਂ ਕਹਿੰਦਾ ਮੈਂ ਨਾ ਜਦੋਂ 9ਵੇਂ ਪਾਤਸ਼ਾਹ ਦਾ ਇਤਿਹਾਸ ਦੇਖਿਆ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ, ਉਹ ਕਹਿੰਦਾ ਵੀ ਜਦੋਂ ਮੈਂ ਦੇਖਿਆ ਬਈ ਔਰਤਾਂ ਤੇ ਕਾਮਬਸ ਹੋ ਕੇ ਜਾਂ ਮਰਦ ਕਾਮਬਸ ਹੋ ਕੇ ਤੇ ਕੱਟ ਕਟਾਉਂਦੇ ਬਹੁਤ ਵਾਰੀ ਦੇਖੇ, ਪਰ ਇਹ ਕੈਸਾ ਗੁਰੂ ਹੈ, ਉਹ ਕਿੰਨਾ ਸੋਹਣਾ ਹੋਵੇਗਾ। ਮਰਦ ਉਹਦੇ ਵੱਲ ਦੇਖਦੇ ਦੇਖਦੇ ਕਿਵੇਂ ਬੰਦ ਕਟਵਾ ਕੇ ਪਤਾ ਹੀ ਨਹੀਂ ਚੱਲਿਆ, ਦੇਗਾਂ 'ਚ ਕਦੋਂ ਬਾਲੇ ਗਏ ਪਤਾ ਹੀ ਨਹੀਂ ਚੱਲਿਆ, ਕਦੋਂ ਰੂਹ 'ਚ ਲਪੇਟ ਕੇ ਸਾੜ ਦਿੱਤੇ ਗਏ ਪਤਾ ਹੀ ਨਹੀਂ ਚੱਲਿਆ। ਦੇਖੋ ਕੈਸਾ ਪਿਆਰ ਹੈ ਗੁਰੂ ਦੇ ਸਿੱਖਾਂ ਦਾ। ਇਹ ਧਰਮ ਦਾ ਪਿਆਰ ਸੀ। ਕਾਇਆ ਕੱਪ ਚੀਰ ਬਹੁ ਫਾਰੇ, ਹਰ ਰੰਗ ਨਾ ਲੈ ਸੁਭਾਗਾ। ਵਾਹਿਗੁਰੂ ਵਾਹਿਗੁਰੂ। ਇਸ ਪ੍ਰਕਾਰ ਕਿਉਂਕਿ ਧਰਮ ਦਾ ਪਿਆਰ ਸੀਗਾ, ਤੇ ਫਿਰ ਉਹ ਬੀਬੀ ਜਿਹੜੀ ਆ, ਉਹ ਬੀਬੀ ਵੀ ਸ਼ਹੀਦ ਹੋ ਗਈ। ਉਹ ਵਾਹਿਗੁਰੂ ਜੀ ਜੀ ਜੀ। ਤੇ ਨਿਸ਼ਾਨ ਸਾਹਿਬ ਕਿਸੇ ਹੋਰ ਵੀਰ ਨੇ ਲੈ ਲਿਆ। ਉਸ ਦਿਨ ਫਿਰ ਜਿਹੜੀ ਅੰਗਰੇਜ਼ ਸਰਕਾਰਾਂ ਨੂੰ ਗੋਡੇ ਟੇਕਣੇ ਪਏ। ਇਹ 14 ਸਤੰਬਰ 1923 ਨੂੰ ਜਾ ਕੇ ਗੰਗਸਰ ਗੁਰਦੁਆਰੇ 'ਚ ਅਖੰਡ ਜਿਹੜਾ ਕੀਤਾ ਗਿਆ ਅਖੰਡ ਪਾਠ ਸਾਹਿਬ ਸੀ, ਉਹਨੂੰ ਨਵੇਂ ਸਿਰੋਂ ਫਿਰ ਜਾ ਕੇ ਗੁਰਸਿੱਖਾਂ ਨੇ ਆਰੰਭ ਕੀਤਾ ਤੇ 101 ਦੀ ਲੜੀ ਚਲਾਈ। ਵਾਹਿਗੁਰੂ ਵਾਹਿਗੁਰੂ। ਇਹ ਸਾਡਾ ਇਤਿਹਾਸ ਹੈ। ਜਿਹੜੇ ਮੈਂ ਦੇਖੋ ਇੱਕ ਬੇਨਤੀ ਹੋਰ ਕਰਦੇ ਹਾਂ ਵੀ ਭਾਵੇਂ ਆਪਣਾ ਵਿਸ਼ਾ ਆਪਾਂ ਕਿਸੇ ਨਿਸ਼ਾਨ ਸਾਹਿਬ ਦੇ ਸੰਦਰਭ 'ਚ ਬੋਲ ਰਹੇ ਹਾਂ ਜੀ, ਪਰ ਮੈਂ ਇੱਥੇ ਬੇਨਤੀ ਕਰਦੇ ਹਾਂ ਵੀ ਕਈ ਵਾਰੀ ਖੰਡਨ ਮੰਡਨ ਕਰਨ ਲੱਗੇ ਨਾ, ਸਾਡੇ ਬੰਦੇ ਖਿਆਲ ਨਹੀਂ ਰੱਖਦੇ, ਲੜੀਆਂ ਖਤਮ ਕਰ ਦਿਓ। ਮੈਂ ਸਮਝਦਾ ਵੀ ਕਿਤੇ ਨਾ ਕਿਤੇ ਹੋ ਸਕਦਾ ਆ ਵੀ ਇਹਨਾਂ ਪ੍ਰਥਾਏ ਵੀ ਕਿਤੇ ਕੋਈ ਮਨਮਤ ਹੁੰਦੀ ਹੋਵੇਗੀ, ਪਰ ਅਸੀਂ ਇਹਨਾਂ ਦਾ ਖੰਡਿਤ ਨਹੀਂ ਕਰ ਸਕਦੇ ਮੁੱਢ ਤੋਂ ਜੀ। ਇਹ ਸ਼ਹੀਦਾਂ ਦੀ ਦੇਣ ਆ, ਕਿਸੇ ਸਾਧੂ ਦੀ ਦੇਣ ਨਹੀਂ ਗੀ। ਕਹੋ ਮੈਂ ਜੋ ਬੋਲ ਰਿਹਾ ਵਾ 50 ਸਾਲਾ ਸ਼੍ਰੋਮਣੀ ਕਮੇਟੀ ਇਤਿਹਾਸ ਛੱਡਿਆ ਵਾ ਜੀ, ਉਹਦੇ ਵਿੱਚੋਂ ਗੰਗਸਰ ਗੁਰਦੁਆਰੇ ਸਾਹਿਬ ਦਾ ਇਤਿਹਾਸ ਪੜ੍ਹ ਲਵੇ ਜੇ ਕਿਸੇ ਵੀਰ ਨੂੰ ਕੋਈ ਸ਼ੰਕਾ ਹੋਵੇ ਤਾਂ। ਬਿਲਕੁਲ ਬਿਲਕੁਲ ਜੀ। ਗੱਲ ਇਹ ਆ ਕਿ ਅਸੀਂ ਇਹ ਕਹਿੰਦੇ ਹਾਂ ਕਿ ਜਿੱਥੇ ਪਖੰਡ ਹੋ ਰਿਹਾ ਉਹਦਾ ਵਿਰੋਧ ਚਾਹੀਦਾ, ਪਰ ਇਹ ਤੇ ਜੋ ਗੁਰੂ ਸਾਹਿਬ ਨੇ ਸਾਨੂੰ ਹੈ ਨਾ ਕਿਰਪਾ ਕਰਕੇ ਜਾਂ ਗੁਰੂ ਦੇ ਪਿਆਰੇ ਨੇ ਜੋ ਸਾਨੂੰ ਰਹਿਤ ਬਹਿਤ ਬਖਸ਼ੀ, ਉੱਤੇ ਕਿੰਤੂ ਕਰ ਛੱਡੇ। ਝੂਠ ਦਾ ਵਿਰੋਧ ਕਰਨੀ ਆ, ਸੱਚ ਦੀ ਵਿਰੋਧ ਨਹੀਂ ਕਰਨੀ। ਉਸ ਵੇਲੇ 10 ਮਹੀਨੇ, 1 ਸਾਲ ਤੇ 10 ਮਹੀਨੇ ਅਣਥੱਕ
ਜੀ ਅਣਥੱਕ ਘਾਲਣਾ ਘਾਲ ਕੇ ਸੈਂਕੜੇ ਸਿੰਘ ਸ਼ਹੀਦ ਹੋਏ, ਸੈਂਕੜੇ ਸਿੰਘ ਜੇਲ੍ਹਾਂ 'ਚ ਗਏ, ਸੈਂਕੜੇ ਸਿੰਘ ਜਿਹੜੇ ਫੱਟੜ ਨਕਾਰੇ ਹੋ ਗਏ। ਤੇ ਫਿਰ ਗੰਗਸਰ ਗੁਰਦੁਆਰੇ ਸਾਹਿਬ 101 ਪਾਠ ਦੀ ਲੜੀ ਪ੍ਰਾਰੰਭ ਹੋਈ ਤੇ ਨਿਸ਼ਾਨ ਸਾਹਿਬ ਜਾ ਕੇ ਚੁਲਾਏ ਗਏ ਜਿਹੜੇ ਉਹਨਾਂ ਨੇ ਪੱਟ ਦਿੱਤੇ ਸੀ। ਵਾਹਿਗੁਰੂ ਵਾਹਿਗੁਰੂ। ਇਹ ਸਾਡੇ ਸ਼ਹੀਦਾਂ ਦੀ ਦੇਣ ਆ। ਸਾਡੇ ਵਡੇਰਿਆਂ ਦਾ ਜਿਹੜਾ ਸੀਗਾ ਪਿਆਰ ਗੁਰੂ ਘਰਾਂ ਲਈ ਕਿਹੋ ਜਿਹਾ ਸੀ ਤੇ ਅਸੀਂ ਆਪਣੇ ਆਪ 'ਚ ਝਾਤੀ ਮਾਰ ਕੇ ਦੇਖੀਏ ਅੱਜ ਸਾਡਾ ਜਿਹੜਾ ਮਹਾਰਾਜ ਸਾਹਿਬ ਦੇ ਘਰ ਨਾਲ ਪਿਆਰ ਕਿਹੋ ਜਿਹਾ ਆ। ਜੀ 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 ਜੀ। ਤੇ ਜਦੋਂ ਜਾ ਕੇ ਥੱਲੇ ਨਿਸ਼ਾਨ ਸਾਹਿਬ ਦੇ ਕੋਲ ਖਲੋਂਦਾ ਆ ਉਦੋਂ ਸ਼ਹੀਦਾਂ ਦਾ ਧਿਆਨ ਧਰਦਾ, ਨਮਸਕਾਰ ਕਰ ਦਿੰਦਾ ਆ ਕਿ ਇਹ ਸ਼ਹੀਦੋ, ਇਹ ਤੁਹਾਡਾ ਕਰਕੇ ਅੱਜ ਫਰਲੇ ਝੁੱਲ ਰਹੇ ਆ। ਜੋ ਮਾਨ ਸਨਮਾਨ ਸਾਨੂੰ ਅੱਜ ਮਿਲ ਰਿਹਾ ਤੁਹਾਡਾ ਕਰਕੇ ਮਿਲ ਰਿਹਾ ਹੈ। ਅਸੀਂ ਤੁਹਾਨੂੰ ਨਮਸਕਾਰ ਕਰਦੇ ਹਾਂ। ਤੇ ਉਹ ਗਿਆਨੀ ਗਿਆਨ ਸਿੰਘ ਉਹਨਾਂ ਨੇ ਦਗੜ ਦਗੜ ਹੋਤ ਰਹੇ, ਏਦਾਂ ਬਚਨ ਆਉਂਦਾ ਨਾ ਉਹਨਾਂ ਦਾ। ਜੀ 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 ਜੀ। ਦਗੜ ਦਗੜ ਹੋਤ ਰਹੇ, ਤਗੜ ਤੀ ਬਜਤ ਰਹੇ, ਪੰਥ ਸਦਾ ਗਜਤ ਰਹੇ, ਲੋ ਲੰਗਰ ਤਪਤ ਰਹੇ, ਹਨਾ। ਤੇ ਇਸ ਪ੍ਰਕਾਰ ਇਹ ਪੰਥ ਸਦਾ बढ़त रहे, लो लंगर तपत रहे, के झूलते निशान रहे पंथ महाराज की, है ना। दागते दीवान रहे, साजते दीवान रहे, के पंथ सदा बढ़त रहे, झूलते निशान रहे पंथ महाराज की। इस तरह उन्होंने दोहरा ਗਿਆਨੀ ਗਿਆਨ ਸਿੰਘ ਉਹਨਾਂ ਦਾ ਪੰਥ ਪ੍ਰਕਾਸ਼ ਵਿੱਚ। ਬਿਲਕੁਲ ਬਿਲਕੁਲ। ਇਹ ਸਦਾ ਝੁੱਲ ਗਏ ਨੇ, ਇਸ ਗੱਲ ਦੀ ਅਗਵਾਈ ਦੇ ਰਹੇ ਉਦੋਂ ਵੀ ਤੇ ਅੱਜ ਵੀ ਇਹ ਨਿਆਸਰਿਆਂ ਦਾ ਆਸਰਾ ਹੈ। ਬਿਲਕੁਲ ਬਿਲਕੁਲ ਜੀ। ਇੱਥੇ ਮੈਂ ਇੱਕ ਹੋਰ ਘਟਨਾ ਕਹਾਂ ਜੀ। ਕਿ ਜਦੋਂ ਮਹਾਰਾਜ ਸਾਹਿਬ ਜੀ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਮਹਾਰਾਜ ਨੇ ਰੌਣਕਾਂ ਲਾਈਆਂ ਦਾਤਾ ਜੀ ਨੇ ਨਾ ਜੀ, ਤੇ ਉਦੋਂ ਦੇਖੋ ਪਹਿਲਾਂ ਪਹਾੜੀ ਜਿਹੜੇ ਸੀਗੇ ਮਹਾਰਾਜ ਦੀ ਸ਼ਰਨ ਵੀ ਆਏ ਪਰ ਮੁੜ ਕੇ ਉਹ ਬਾਗੀ ਹੋ ਗਏ ਸਨ ਜੀ। ਜਿਹੜੇ ਭੀਮ ਚੰਦ ਹੋਣੀ, ਅਜਮੇਰ ਚੰਦ ਹੋਣੀ, ਇਹ ਵਿਰੋਧਤਾ ਕਰਦੇ ਰਹੇ ਗੁਰੂ ਨਾਨਕ ਦੇ ਘਰ ਦੀ। ਜੀ। ਭੀਮ ਚੰਦ ਹੋਣਾ ਨੇ ਇੱਕ ਦੇਵੀ ਨੰਦ ਜਿਹੜਾ ਦੇਵੀ ਚੰਦ ਵਜ਼ੀਰ ਸੀ ਉਹਨੂੰ ਭੇਜਿਆ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਵਿੱਚ ਵੀ ਤੁਸੀਂ ਜਾ ਕੇ ਸਾਰੀ ਦੀ ਸਾਰੀ ਜਿਹੜੀ ਆ ਮਹਾਰਾਜ ਸਾਹਿਬ ਦੀ ਮੁਖਬਰੀ ਕਰੋ ਵੀ ਉੱਥੇ ਹੁੰਦਾ ਕੀ ਆ, ਕਰਦੇ ਕੀ ਆ, ਉਹ ਉਹਨਾਂ ਦਾ ਰਹਿਣ ਦੇਣ ਕਿਹੋ ਜਿਹਾ, ਉਹਨਾਂ ਦੀ ਦਿੱਖ ਕਿਹੋ ਜਿਹੀ ਆ, ਉਹ ਆਪਣੀਆਂ ਫੌਜਾਂ 'ਚ ਕੀ ਕੁਛ ਭਰ ਰਹੇ ਆ, ਕੀ ਸਿਖਾ ਰਹੇ ਆ ਉਹ। ਜੀ। ਤੇ ਉਹ ਦੇਵੀ ਚੰਦ ਇਸ ਭਾਵਨਾ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋ ਸਾਰੀ ਮੁਖਬਰੀ ਕਰਨ ਵਾਸਤੇ ਆਇਆ। ਤੇ ਪਰ ਜਦੋਂ ਉਹ ਆਇਆ, ਕਿਉਂਕਿ ਇੱਥੇ ਤਾਂ ਨਿਆਸਰਿਆਂ ਨੂੰ ਆਸਰਾ ਮਿਲਦਾ, ਨਿਸ਼ਾਨ ਸਾਹਿਬ ਤਾਂ ਇਹ ਗੁਰੂ ਤੇ ਨਿਸ਼ਾਨ ਸਾਹਿਬ ਜਿਹੜਾ ਝੁਲਦਾ ਉਹ ਸਭਨਾਂ ਦਾ ਭਲਾ ਮੰਗਦਾ ਹੈ। ਬਿਲਕੁਲ ਬਿਲਕੁਲ ਜੀ। ਉਹਨੇ ਜਦੋਂ ਮਹਾਰਾਜ ਸਾਹਿਬ ਨੂੰ ਦੇਖਿਆ, ਦੀਵਾਨ ਸੁਣੇ, ਸਿੱਖਾਂ ਨੂੰ ਸੇਵਾ ਕਰਦਿਆਂ ਦੇਖਿਆ, ਸ਼ਾਸਤਰਬਾਜ਼ੀ ਸਿੱਖਦਿਆਂ ਦੇਖਿਆ, ਵਿਤਕਰੇ ਤੋਂ ਰਹਿਤ ਦੇਖੇ, ਗੁਰੂ ਕੀ ਬਾਣੀ ਸੁਣੀ, ਇਤਿਹਾਸ ਸੁਣਿਆ, ਸੱਚੇ ਪਾਤਸ਼ਾਹ ਜੀ ਦੇ ਦਿਦਾਰੇ ਕੀਤੇ, ਤੇ ਇਹ ਊਚ ਨੀਚ ਤਾਂ ਕੋਈ ਵੀ ਨਹੀਂ, ਸਾਰੇ ਇੱਕ ਭਾਈ ਭਾਈ ਦੇਖੇ ਤੇ ਉਹਦੇ ਮਨ ਨੂੰ ਬੜਾ ਪ੍ਰਭਾਵ, ਉਹਦੇ ਮਨ ਨੇ ਬਹੁਤ ਪ੍ਰਭਾਵ ਕਬੂਲਿਆ। ਵਾਹਿਗੁਰੂ ਜੀ। ਤੇ ਉਹ ਇੱਕ ਦਿਨ ਮਹਾਰਾਜ ਸਾਹਿਬ ਜੀ ਕੋਲ ਆ ਕੇ ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਮੈਂ ਦੇਵੀ ਚੰਦ ਦਾ ਵਜ਼ੀਰ ਆ। ਮਹਾਰਾਜ ਕਹਿੰਦੇ ਮੈਂ ਜਾਣਦਾ ਆ ਜੀ। ਜੇ ਤੁਸੀਂ ਜਾਣਦੇ ਹੋਗੇ ਤੇ ਫਿਰ ਜਿਹੜਾ ਮੁਖਬਰੀ ਕਰਨ ਵਾਸਤੇ ਆਉਂਦਾ ਹੈ ਉਹਦੇ ਵਾਸਤੇ ਬੜੀ ਤਕੜੀ ਸਜ਼ਾ ਹੁੰਦੀ ਹੈ, ਤੁਸੀਂ ਮੈਨੂੰ ਸਜ਼ਾ ਕਿਉਂ ਨਹੀਂ ਦਿੱਤੀ? ਜੀ। ਮਹਾਰਾਜ ਨੇ ਸਾਡੇ ਕੋਲ ਐਸਾ ਕੁਛ ਗਲਤ ਹੁੰਦਾ ਹੀ ਨਹੀਂਗਾ, ਤੂੰ ਕੀ ਮੁਖਬਰੀ ਕਰੇਗਾ? ਅਸੀਂ ਕੁਛ ਗਲਤ ਕਰਦੇ ਨਹੀਂ ਆ। ਬਿਲਕੁਲ। ਇੱਥੇ ਤਾਂ ਗੁਰਮਤਿ ਦਾ ਪ੍ਰਚਾਰ ਹੋ ਰਿਹਾ, ਭੁੱਖੇ ਨੂੰ ਲੰਗਰ ਮਿਲ ਰਿਹਾ, ਭੁੱਖੇ ਨੂੰ ਭੋਜਨ ਮਿਲ ਰਿਹਾ, ਭੁੱਖੇ ਨੂੰ ਭਜਨ ਮਿਲ ਰਿਹਾ। ਮੈਂ ਤਾਂ ਕੇਵਲ ਜੀਣ ਦਾ ਤਰੀਕਾ ਦੱਸ ਰਿਹਾ, ਇਹ ਵੀ ਕੋਈ ਜੀਣਾ ਜਿਹੜਾ ਤੁਸੀਂ ਜੀ ਰਹੇ ਹੋ। ਬੁੱਧਲਾਂ ਵਾਲਾ ਵੀ ਕੋਈ ਜੀਵਨ ਹੁੰਦਾ। ਅਣਖ ਨਾ ਜੀਵੋ, ਗੈਰਤ ਨਾ ਜੀਵੋ, ਭੈ ਕਾਹੇ ਕੋ ਦੇਤ ਨਹਿ, ਨਹਿ ਭੈ ਮਾਨ ਧਿਆਨ, ਕਹੋ ਨਾਨਕ ਸੁਣ ਰਹੇ ਮਨਾ ਗਿਆਨੀ ਤਾਹੇ ਬਖਾਨ। ਜੀ ਜੀ ਜੀ। ਇਹ ਕਿਹੜਾ ਜੀਵਨ ਤੁਹਾਡਾ ਜਿਹੜਾ ਤੁਸੀਂ ਜੀ ਰਹੇ ਆ? ਮੈਂ ਤੇ ਨਾ ਅੰਦਰ ਅਣਖ ਤੇ ਗੈਰਤ ਭਰਿਆ ਕਿ ਆਪਣੇ ਘਰ ਦੀ ਰਾਖੀ ਕਰਨੀ ਤੁਹਾਡਾ ਮੁੱਢਲਾ ਫਰਜ਼ ਹੈ। ਬਿਲਕੁਲ ਬਿਲਕੁਲ ਜੀ। ਤੇ ਤੁਸੀਂ ਤਾਂ ਜਾਤ ਪਾਤ ਸੂਹਾ ਛਾਤ, ਇਸ ਜਾਤ ਵਰਨ ਆਸ਼ਰਮ ਵਰਨ ਵਿੱਚ ਵਰਤਾਦ ਵਿੱਚ ਵੰਡੇ ਪਏ ਆ। ਤੁਹਾਡਾ ਤੇ ਘਰ ਹੀ ਸਾਰਾ ਲੁੱਟ ਕੇ ਲੈ ਗਏ, ਤੁਹਾਡਾ ਤੇ ਮਾਨ ਸਨਮਾਨ ਹੀ ਕੋਈ ਨਹੀਂ ਰਿਹਾ, ਤੁਹਾਡੀਆਂ ਤੇ ਧੀਆਂ ਭੈਣਾਂ ਦੀ ਰੱਖਿਆ ਨਹੀਂ ਤੁਸੀਂ ਕਰ ਸਕੇ, ਹੋਰ ਤੁਸੀਂ ਸਮਾਜ ਦੀ ਧਰਮ ਦੀ ਰੱਖਿਆ ਕੀ ਕਰੋਗੇ? ਜੋ ਕਹਿਣ ਲੱਗਾ ਮਹਾਰਾਜ ਮੈਂ ਇਹ ਚੀਜ਼ਾਂ ਦੇਖ ਕੇ ਨਾ ਦਾਤਾ ਜੀ ਮੈਂ ਆਇਆ ਤੇ ਮੁਖਬਰੀ ਕਰਨ ਵਾਸਤੇ ਆ,
ਪਰ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮੈਂ ਤੁਹਾਡੇ ਚਰਨਾਂ ਦਾ ਭੋਰਾ ਬਣ ਗਿਆ ਜੀ। ਮਹਾਰਾਜ ਕਹਿੰਦੇ ਦੇਖ ਗੱਲ ਗੁਰਮੁਖਾ, ਅਸੀਂ ਨਹੀਂ ਤੈਨੂੰ ਕਹਿੰਦੇ, ਅਸੀਂ ਤੈਨੂੰ ਇਹ ਕਹਿ ਰਹੇ ਤੂੰ ਜਿਸ ਕੰਮ ਲਈ ਆਇਆ ਉਹਨੂੰ ਇਮਾਨਦਾਰੀ ਨਾਲ ਕਰ। ਮੈਂ ਕਹਿੰਦਾ ਕੈਸਾ ਗੁਰੂ ਨਿਰਵੈਰ ਆ। ਵਾਹਿਗੁਰੂ ਵਾਹਿਗੁਰੂ, ਬਿਲਕੁਲ ਜੀ। ਤੂੰ ਉਹਨੂੰ ਇਮਾਨਦਾਰੀ ਨਾਲ ਕਰ, ਤੈਨੂੰ ਇੱਥੇ ਕੋਈ ਟੱਚ ਨਹੀਂ ਕਰੇਗਾ। ਜਿਸ ਤਰ੍ਹਾਂ ਮਰਜ਼ੀ ਤੂੰ ਅੱਗੇ ਲੋਕੇ ਕਰਦਾ ਸੀ ਨਾ, ਮੈਂ ਤੈਨੂੰ ਕਹਿੰਦਾ ਤੂੰ ਖੁੱਲ ਕੇ ਕਰ। ਲਿਖ ਅਸੀਂ ਕੀ ਕਰਦੇ ਹਾਂ ਇੱਥੇ। ਜੀ ਜੀ ਜੀ। ਉਹ ਕਿਉਂਕਿ ਹੁਣ ਉਹਦੇ ਅੰਦਰ ਦੀ ਜਿਹੜਾ ਹਾਵ ਭਾਵ ਉਹ ਬਦਲ ਚੁੱਕੇ ਸੀ। ਹੁਣ ਉਹ ਭਾਵਨਾ ਸੀ। ਮਨੁੱਖ ਜਦੋਂ ਬਦਲਦਾ ਨਾ, ਉਹਦਾ ਕੀ ਬਦਲਦਾ ਆ। ਆਪਾਂ ਕਹਿੰਦੇ ਗੁਰਦੁਆਰੇ ਗਏ, ਸਾਨੂੰ ਕੀ ਮਿਲਿਆ? ਗੁਰਦੁਆਰੇ ਜਾ ਕੇ ਹੱਥ ਨਹੀਂ ਬਦਲਨੇ, ਸਾਡੇ ਪੈਰ ਨਹੀਂ ਬਦਲਨੇ, ਬੰਦੇ ਦਾ ਮਨ ਬਦਲ ਜਾਂਦਾ ਹੈ, ਹਾਵ ਭਾਵ ਜੀਵਨ ਦਾ ਬਦਲ ਜਾਂਦਾ ਹੈ। ਉਹ ਹੁਣ ਦੇਖੋ ਨਾ, ਹੱਥ ਬਦਲਨੇ ਆ ਨਾ ਪੈਰ ਬਦਲਨੇ ਆ, ਬੰਦੇ ਦਾ ਸੁਭਾਅ ਬਦਲ ਜਾਂਦਾ ਹੈ। ਗੁਰੂ ਸੁਭਾਅ ਬਦਲ ਦਿੰਦਾ ਹੈ। ਸੁਭਾਅ ਜਦੋਂ ਬਦਲਦਾ ਹੈ, ਗੁਰੂ ਅੰਦਰੋਂ ਮਨ ਦੀ ਮੱਤ ਕੱਢ ਦਿੰਦਾ ਹੈ। ਜਦੋਂ ਮਨ ਦੀ ਮੱਤ ਨਿਕਲਦੀ ਹੈ, ਬੰਦਾ ਮੱਤ ਦੇ ਆਸਰੇ ਜਿੰਦਾ ਸੀ, ਹੁਣ ਉਹ ਗੁਰੂ ਆਸਰੇ ਜਿੰਦਾ ਹੈ। ਤੇ ਜਦੋਂ ਗੁਰੂ ਆਸਰੇ ਜਿੰਦਾ, ਉਹਦੇ ਅੰਦਰ ਧਰਮ ਪ੍ਰਵੇਸ਼ ਕਰਦਾ ਹੈ। ਜਦੋਂ ਧਰਮ ਪ੍ਰਵੇਸ਼ ਕਰਦਾ ਹੈ ਤੇ ਕੋਈ ਵੀ ਕੰਮ ਕਰਨ ਲੱਗਿਆ ਸੋਚਦਾ ਕਿ ਨਹੀਂ, ਗੁਰੂ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਜੀ। ਇਹੀ ਤੇ ਧਰਮ ਦਾ ਰਾਹ ਹੈ। ਬਿਲਕੁਲ ਜੀ, ਇਹੀ ਤਾਂ ਧਰਮ ਦਾ ਰਾਹ ਹੈ। ਉਹ ਕਹਿੰਦਾ ਨਹੀਂ, ਗੁਰੂ ਏਦਾਂ ਵੇਖਣ ਦੀ ਇਜਾਜ਼ਤ ਨਹੀਂ ਦਿੰਦਾ, ਗੁਰੂ ਇਸ ਖਾਣ ਦੀ ਇਜਾਜ਼ਤ ਨਹੀਂ ਦਿੰਦਾ। ਉਹ ਮੇਰੇ ਨਾਲ ਰਹਿੰਦਾ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਵਾਹਿਗੁਰੂ ਵਾਹਿਗੁਰੂ, ਬਿਲਕੁਲ ਬਿਲਕੁਲ। ਉਹੀ ਹੁੰਦਾ ਹੈ। ਆਪਣੇ ਘਰ ਦੀ ਕਈ ਵਾਰੀ ਆਪਾਂ ਨੂੰ ਕਹਿ ਦਿੰਦੇ ਯਾਰ ਤੂੰ ਤਾਂ ਬਦਲ ਹੀ ਗਿਆ, ਤੇ ਬਦਲਿਆ ਕੀ ਹੈ? ਬਿਲਕੁਲ ਬਿਲਕੁਲ ਬਿਲਕੁਲ। ਬਦਲਿਆ ਕੀ ਹੈ? ਨਾ ਚਿਹਰਾ ਬਦਲ ਸਕਦਾ, ਨਾ ਸਰੀਰ ਬਦਲਦਾ, ਨਾ ਹੱਥ ਬਦਲਦੇ, ਕੁਛ ਵੀ ਤਾਂ ਨਹੀਂ ਬਦਲਿਆ। ਗੁਰੂ ਨੇ ਮਨ ਬਦਲ ਦਿੱਤਾ, ਗੁਰੂ ਨੇ ਦੀਪਕ ਜਗਾ ਦਿੱਤਾ ਅੰਦਰ। ਬਿਲਕੁਲ ਬਿਲਕੁਲ ਬਿਲਕੁਲ। ਤੋ ਗਿਆਨ ਦਾ ਐਸਾ ਦੀਵਾ ਜਗਾ ਦਿੱਤਾ। ਗੁਰੂ ਨੇ ਕਿਹਾ ਨਹੀਂ, ਈਰਖਾ ਨਾ ਕਰਿਆ ਕਰ। ਗੁਰੂ ਕਹਿੰਦਾ ਭਾਈ ਪਰਾਈ ਤਾਤ ਤੇ ਛੜਿਆ ਨਾ ਕਰ। ਗੁਰੂ ਕਹਿੰਦਾ ਹੋਮੇ ਅੰਦਰੋਂ ਕੱਢ। ਗੁਰੂ ਆਖਦਾ ਤੂੰ ਸਥਿਰ ਨਹੀਂ ਰਹਿਣਾ। ਗੁਰੂ ਆਖ ਦਿੰਦਾ ਤੂੰ ਨਿਮਾਣਾ ਬਣ ਜਾ। ਜਿਹੜਾ ਨਿਮਾਣਾ ਬਣ ਜਾਵੇਗਾ, ਮਾਣੂ ਨੂੰ ਗੁਰੂ ਨਾਨਕ ਦੇ ਘਰੋਂ ਪ੍ਰਾਪਤ ਹੋ ਜਾਵੇ। ਬਿਲਕੁਲ ਬਿਲਕੁਲ ਬਾਬਾ, ਮੈਂ ਜਦੋਂ ਹਨਾ ਸਾਰੀਆਂ ਚੀਜ਼ਾਂ ਨੂੰ ਸਰਵਣ ਕਰਦਾ ਹਾਂ ਹਨਾ, ਸੱਚ ਕਰ ਜਾਣਿਓ, ਮੇਰੇ ਮਨ ਦੇ ਵਿੱਚ ਇੱਕ ਸਵਾਲ ਉਹ ਬੜਾ ਜ਼ਿਆਦਾ ਫਿਰ ਮਨ ਦੇ ਵਿੱਚ ਉਛਲਦਾ ਆ ਵੀ ਜਿਹੜਾ ਇੱਕ ਗੋਰੇ ਨੇ ਕਿਹਾ ਸੀ, ਕਹਿੰਦੇ ਵੀ ਦੁਨੀਆ 'ਚ ਸਭ ਤੋਂ ਭਾਗਸ਼ਾਲੀ ਕੌਮ ਕੌਣ ਹੈ? ਉਹ ਕਹਿੰਦੇ ਵੀ ਸਿੱਖ ਕੌਮ ਆ। ਹਰ ਇੱਕ ਸਿਧਾਂਤ ਗੁਰੂ ਸਾਹਿਬ ਜੀ ਨੇ ਚੜ੍ਹਦੀ ਕਲਾ ਨਾਲ ਬਖਸ਼ਿਆ, ਔਰ ਕੇਵਲ ਤੇ ਕੇਵਲ ਗੁਰੂ ਨਾਨਕ ਦਾ ਦਰ ਇੱਥੇ ਐਸਾ ਹੈ ਜਿੱਥੇ ਗੁਰੂ ਸਾਹਿਬ ਜੀ ਹਾਜ਼ਰ ਨਾਜ਼ਰ ਨੇ। ਉਹ ਕਹਿੰਦੇ ਫਿਰ ਦੁਨੀਆ ਦੀ ਸਭ ਤੋਂ ਬਦਨਸੀਬ ਕੌਮ ਕੌਣ ਹੈ? ਕਹਿੰਦੇ ਸਿੱਖ ਆ। ਇਹ ਹਰ ਇੱਕ ਦਾਤ ਨੂੰ ਜਿਹੜੀ ਸੀ ਨਾ, ਆਪ ਹੀ ਕਲੰਕਿਤ ਕਰੀ ਜਾਂਦੇ ਨੇ, ਆਪ ਹੀ ਬੋਲੀ ਜਾਂਦੇ ਨੇ, ਔਰ ਗੁਰੂ ਸਾਹਿਬ ਜੀ ਨੂੰ ਆਪ ਹੀ ਜਰੀਆ ਤੱਕ ਆਖ ਸੁਣਾਈ ਜਾਂਦੇ ਨੇ। ਕਦੀ ਉਸ ਗੁਰੂ ਦੀ ਜਾ ਕੇ ਸੁਣਦੇ ਹੀ ਕੋਈ ਨਹੀਂ। ਅਸਲ ਮੈਂ ਤਾਂ ਹਾਂਜੀ ਬਾਬਾ ਜੀ, ਇੱਕੋ ਸੈਕਿੰਡ ਲਵਾਂਗਾ ਜੀ, ਮਾਫੀ ਚਾਹੁੰਦਾ ਹਾਂ। ਮੈਂ ਕੇਵਲ ਤੇ ਕੇਵਲ ਫਿਰ ਤੋਂ ਚਰਨਾਂ 'ਚ ਸਿਰ ਰੱਖ ਕੇ ਇੱਕੋ ਹੀ ਬੇਨਤੀ ਕਰ ਸਕਦਾ ਹਾਂ। ਖਾਲਸਾ ਜੀ, ਸਾਨੂੰ ਚੰਗੇ ਕਹਿ ਲਓ, ਮਾੜੇ ਕਹਿ ਲਓ, ਜੋ ਵੀ ਤੁਹਾਡਾ ਦਿਲ ਕਰੇ ਕਹਿ ਸਕਦੇ ਹੋ। ਸਾਰੇ ਜਾਣੇ ਇੱਥੇ ਕਮੈਂਟ ਵੀ ਕਰਦੇ ਨੇ, ਪਰ ਮੇਰਾ ਇੱਕੋ ਹੀ ਤਰਲਾ ਹੈ ਸਾਰਿਆਂ ਦੇ ਚਰਨਾਂ ਦੇ ਵਿੱਚ, ਆਪ ਬਾਣੀ ਪੜ੍ਹਨੀ ਸ਼ੁਰੂ ਕਰ ਦਿਓ। ਆਪ ਬਾਣੀ ਦੇ ਲੜ ਲੱਗ ਜਾਓ। ਗੁਰੂ ਸਾਹਿਬ ਜੀ ਨੂੰ ਜਾ ਕੇ ਬੈਠੋ, ਗੁਰੂ ਸਾਹਿਬ ਜੀ ਤੋਂ ਸੋਝੀ ਲਵੋ। ਹਾਜ਼ਰਾ ਹਜ਼ੂਰ ਨੇ ਗੁਰੂ ਸਾਹਿਬ ਜੀ। ਜਿਵੇਂ ਸਾਡੇ ਘਰੇ ਕੋਈ ਆਪਾਂ ਕਹਿੰਦੇ ਵੀ ਬਹੁਤ ਮਹਾਨ ਕਥਾਵਾਚਕ ਆਏ ਨੇ, ਕੋਈ ਭੱਦਰ ਪੁਰਸ਼ ਆਏ ਨੇ, ਆਪਾਂ ਉਦੋਂ ਕਹਿ ਦਿੰਦੇ ਹਾਂ ਵੀ ਅੱਜ ਸਾਡਾ ਕੁਛ ਨਾ, ਸਾਡਾ ਰਹਿਣਾ ਬਹਿਣਾ ਬਦਲ ਜਾਂਦਾ ਬਾਬਾ ਜੀ। ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੂਪ ਘਰ ਦੇ ਵਿੱਚ ਲੈ ਕੇ ਆਉਂਦੇ ਹਾਂ, ਸਾਡਾ ਬਦਲਦਾ ਨਹੀਂ। ਅਸੀਂ ਉੱਪਰ ਪਾਠ ਆਰੰਭ ਕਰਵਾਉਂਦੇ ਹਾਂ, ਥੱਲੇ ਸਾਡੀਆਂ ਫਿਰ ਉਹੀ ਗੱਲਾਂ ਚੱਲ ਪੈਂਦੀਆਂ ਨੇ। ਸੋ ਕੇਵਲ ਤੇ ਕੇਵਲ ਖਾਲਸਾ ਜੀ, ਅੱਜ ਇੱਕ ਚੀਜ਼ ਦੀ ਲੋੜ ਹੈ, ਉਸ ਗੁਰੂ ਦੇ ਲੜ ਲੱਗ ਜਾਓ ਬਸ। ਉਸ ਤੋਂ ਬਾਅਦ ਫਿਰ ਸਾਨੂੰ ਕਿਸੇ ਨੂੰ ਬੋਲਣ ਦੀ ਲੋੜ, ਕਿਸੇ ਨੂੰ ਕੁਝ ਕਹਿਣ ਦੀ ਲੋੜ ਰਹਿ ਨਹੀਂ ਜਾਵੇਗੀ। ਫਿਰ ਗੁਰੂ ਸਾਹਿਬ ਆਪ ਬਦਲ ਲੈਂਦੇ ਨੇ। ਬਿਲਕੁਲ ਬਾਬਾ ਜੀ। ਹਾਂਜੀ, ਮਾਫੀ ਚਾਹੁੰਦਾ ਮੈਂ ਤੁਹਾਡਾ ਉਹ ਵਿੱਚੋਂ ਗੱਲ ਨੂੰ ਟੁੱਟੇ। ਨਹੀਂ ਠੀਕ ਹੈ ਗੱਲ। ਦੇਖੋ ਬਦਲਣਾ ਤਾਂ ਸਾਨੂੰ ਪਵੇਗਾ ਜੀ। ਜੇ ਬਦਲਾਂਗੇ ਨਹੀਂ ਤਾਂ ਜੀਵਨ ਵਿੱਚ ਕਦੀ ਵੀ ਉਹ ਜਿਹੜੀ ਖੁਸ਼ਹਾਲੀ ਆ ਹਾਲੀ ਕਦੇ ਨਹੀਂ ਆਵੇਗੀ। ਜੀ ਜੀ ਜੀ। ਸਾਡਾ ਹੁਣ ਹਿਸਾਬ ਇਹ ਬਣਿਆ ਹੋਇਆ ਵਾ ਵੀ ਇਹ ਕਿਉਂ ਕਰਨਾ, ਇਹ ਕਿਉਂ ਕਰਨਾ ਆ, ਇਹ ਕਿਉਂ ਕਰਨਾ ਆ। ਨਹੀਂ, ਸਾਨੂੰ ਜਦੋਂ ਆਪਾਂ ਉਹਨੇ ਜਿਹੜਾ ਐਪੀਸੋਡ ਕਹਿ ਚੁੱਕੇ ਹਾਂ ਵੀ ਜਦੋਂ ਜਾਣਾ ਆ ਨਾ ਜੀ, ਉਦੋਂ ਮਨ ਦੀ ਮੱਤ ਤਿਆਗ ਦੇਣੀ ਆ। ਬਿਲਕੁਲ ਜੀ। ਤੇ ਜਾ ਕੇ ਨਿਸ਼ਾਨ ਸਾਹਿਬ ਦੇ ਕੋਲ ਉੱਥੇ ਪਰਿਕਰਮਾ ਕਰਕੇ ਨਮਸਕਾਰ ਕਰਕੇ ਕਹਿਣਾ, ਹੇ ਦਾਤਾ ਕਲਗੀਧਰ ਪਾਤਸ਼ਾਹ, ਜੇ ਤੂੰ ਇਹ ਨਿਸ਼ਾਨ ਸਾਹਿਬ ਲਾਉਂਦਾ ਤਾਂ ਅਸੀਂ ਕਿਸ ਨੂੰ ਨਮਸਕਾਰ ਕਰਦੇ? ਕਿਵੇਂ ਸਾਡੀ ਜਿਹੜੀ ਵੱਖਰੀ ਹੋਂਦ ਕਿਵੇਂ ਹੁੰਦੀ? ਤੂੰ ਫਕਰ ਮਹਿਸੂਸ ਕਰ ਕਿ ਤੇਰੇ ਵੱਡਿਆਂ ਨੇ ਕੁਰਬਾਨੀ ਕਰ ਗਏ, ਕੁਰਬਾਨੀ ਜੂਝ ਕੇ ਸ਼ਹੀਦ ਹੋ ਗਏ।
ਪਰ ਉਹਨਾਂ ਨੇ ਇਹ ਗੁਰੂ ਨਾਨਕ ਦੇ ਘਰ ਦਾ ਜਿਹੜਾ ਪ੍ਰੇਮ ਦਾ ਰੰਗ ਆ ਉਹਨੂੰ ਮੱਧਮ ਨਹੀਂ ਪੈਣ ਦਿੱਤਾ। ਵਾਹਿਗੁਰੂ ਵਾਹਿਗੁਰੂ, ਬਿਲਕੁਲ ਜੀ। ਉਦੋਂ ਸਾਰਾ ਇਤਿਹਾਸ ਜਿਹੜਾ ਸਾਡੀਆਂ ਅੱਖਾਂ ਦੇ ਸਾਹਮਣੇ ਹੋਵੇ। ਹਾਂ, ਉਹਨੂੰ ਇੱਕ ਸੀਨ ਰੂਪੀ ਚਲਾਈਏ ਕਿ ਜਾਂ ਕੋ ਹਰ ਰੰਗ ਲਾਗੂ ਇਸ ਯੁੱਗ ਮੈਂ ਸੋ ਕਹੀਏ ਤੇ ਹੈ ਸੂਰਾ। ਵਾਹਿਗੁਰੂ, ਬਿਲਕੁਲ ਬਿਲਕੁਲ ਜੀ। ਖਾਲਸਾ ਜੀ, ਬਿਲਕੁਲ ਜਦੋਂ ਤੁਸੀਂ ਗੁਰੂ ਘਰ ਜਾਂਦੇ ਹੋ ਪਹਿਲੀ ਦੇਖੋ ਇਸ ਚੀਜ਼ ਨੂੰ ਦਿਲ ਦੇ ਵਿੱਚ ਧਰ ਕੇ, ਤਾਂ ਪ੍ਰੈਕਟੀਕਲ ਜ਼ਰੂਰ ਕਰਕੇ ਦੇਖਿਓ, ਫਿਰ ਉਦੋਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਂ ਅੱਗੇ ਪੰਜ ਪਿਆਰੇ ਸਾਹਿਬਾਨ ਜਿਹੜੇ ਹੁੰਦੇ ਸੀ ਨਾ ਪਿੰਡਾਂ ਚ, ਆਪਾਂ ਜਦੋਂ ਹੁੰਦੇ ਸੀ ਜੀ ਜੀ ਜੀ, ਕੋਈ ਛੋਟੀ ਮੋਟੀ ਜਾਂ ਕੋਈ ਸਰੀਰ ਦਾ ਕੋਈ ਪਾਰਟ ਦਾ ਆਪਰੇਸ਼ਨ ਵਗੈਰਾ ਹੋਣਾ ਤਾਂ ਰੂਮ ਕੱਟੇ ਜਾਣੇ ਤਾਂ ਉਹ ਸਜ਼ਾ ਰੂਪ ਵਿੱਚ ਕਹਿੰਦੇ ਹੁੰਦੇ ਸੀ ਭਾਈ ਸੇਵਾ ਰੂਪ ਵਿੱਚ ਵਾਹਿਗੁਰੂ। ਸੇਵਾ ਰੂਪ ਵਿੱਚ ਕਹਿੰਦੇ ਹੁੰਦੇ ਸੀ ਵੀ ਥੜੇ ਸਾਹਿਬ ਦੀ ਸੇਵਾ ਕਰੋ, ਥੜੇ ਸਾਹਿਬ ਨੂੰ ਜਲ ਨਾਲ ਧੋਵੋ। ਵਾਹਿਗੁਰੂ, ਬਿਲਕੁਲ ਜੀ। ਥੜੇ ਸਾਹਿਬ ਦੀ ਇੰਨੇ ਹਫ਼ਤੇ ਜਾ ਕੇ ਜਲ ਨਾਲ ਧੋ ਕੇ ਸੇਵਾ ਕਰਨੀ, ਸਾਫ਼ ਕੱਪੜਾ ਲੈ ਕੇ ਉਹਨੂੰ ਸਾਫ਼ ਕਰਨਾ। ਕੇਵਲ ਥੜਾ ਨਹੀਂ ਆ ਉਹ, ਬਿਲਕੁਲ ਜੀ, ਕੇਵਲ ਥੜਾ ਨਹੀਂ। ਦੇਖੋ ਇੱਟਾਂ ਅਸੀਂ ਬਾਹਰੋਂ ਲਿਆ ਕੇ ਥੜਾ ਬਣਾ ਲੈਂਦੇ ਹਾਂ, ਥੜਾ ਬਣਾ ਕੇ ਉੱਤੇ ਲਾਤਿਆ ਸਭ ਕੁਛ, ਉਹ ਨਿਸ਼ਾਨ ਸਾਹਿਬ ਝੁੱਲ ਗਿਆ। ਉਹ ਉਸ ਹੋਣ ਦਾ ਪ੍ਰਤੀਕ ਆ ਸੀ, ਉਸ ਕਰਕੇ ਨਮਸਕਾਰ ਕਰ ਰਹੇ ਹਾਂ ਕਿ ਅੱਜ ਤੱਕ ਕਿਤੇ ਵੀ ਲਾ ਸਕਦਾ ਤੁਸੀਂ ਆਪਣੇ ਘਰ ਬਣਾ ਲਓ, ਮੈਂ ਆਪਣੇ ਘਰ ਬਣਾ ਲਾਂਗਾ, ਪਰ ਅਸੀਂ ਨਮਸਕਾਰ ਉਹਨੂੰ ਇਸ ਤਰ੍ਹਾਂ ਕਰ ਰਹੇ ਹਾਂ ਜਿਵੇਂ ਸਾਨੂੰ ਸਤਿਗੁਰਾਂ ਜੀ ਨੇ ਇਹ ਸਾਨੂੰ ਸੀਨੇ ਪਸੀਨੇ ਭਗਤੀ ਤੇ ਸ਼ਕਤੀ ਦਾ ਪ੍ਰਤੀਕ ਦਿੱਤਾ। ਵਾਹਿਗੁਰੂ ਵਾਹਿਗੁਰੂ, ਬਿਲਕੁਲ ਜੀ। ਅਸੀਂ ਉਸ ਤਰ੍ਹਾਂ ਦੇਖਣਾ ਉਸ ਨੂੰ, ਜੇ ਅਸੀਂ ਇੰਡੀਆ ਬੈਠੇ ਹਾਂ, ਚਾਹੇ ਕੈਨੇਡਾ ਬੈਠੇ ਹਾਂ, ਚਾਹੇ ਅਮਰੀਕਾ ਬੈਠੇ, ਚਾਹੇ ਕਿਸੇ ਵੀ ਦੁਨੀਆ ਦੇ ਥਾਂ ਤੇ ਬੈਠੇ, ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਈਏ ਤਾਂ ਅਸੀਂ ਜਾ ਕੇ ਨਮਸਕਾਰ ਕਰਕੇ ਕਹੀਏ ਦਾਤਾ ਸਤਿਗੁਰੂ ਤੇਰੇ ਚਰਨਾਂ ਨੂੰ ਕਰੋੜਾਂ ਵਾਰ ਨਮਸਕਾਰ, ਤੇਰੇ ਗੁਰਸਿੱਖਾਂ ਨੂੰ, ਤੂੰ ਸਾਨੂੰ ਇਹ ਆਜ਼ਾਦੀ ਦਾ ਪ੍ਰਤੀਕ ਨਿਸ਼ਾਨ ਸਾਹਿਬ ਦਿੱਤਾ। ਸਾਰੀ ਦੁਨੀਆ ਨੂੰ ਪਤਾ ਹੈ ਕਿ ਸਿੱਖਾਂ ਦਾ ਨਿਸ਼ਾਨ ਸਾਹਿਬ ਹੈ, ਜਿਵੇਂ ਰੈੱਡ ਕਰਾਸ ਆ ਸਵਿਸ ਤੋਂ ਚੱਲਿਆ ਸੀ। ਜੀ 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 ਜੀ, ਇਹ ਸਵਿਸ ਦਾ ਨਿਸ਼ਾਨ ਆ। ਅੱਜ ਦੁਨੀਆ ਦੀਆਂ ਜਿੰਨੀਆਂ ਮੈਡੀਕਲ ਸਟੋਰ ਨੇ, ਮੈਡੀਕਲ ਜਿਹੜੇ ਸਾਰੇ ਨੇ ਹਸਪੀਟਲ ਨੇ, ਉਹਨਾਂ ਵਿੱਚ ਇੱਕ ਰੈੱਡ ਕਰਾਸ ਜਿਹੜਾ ਦੁਨੀਆ ਭਰ ਵਿੱਚ ਇੱਕੋ ਨਿਸ਼ਾਨ ਆ। ਵਾਹਿਗੁਰੂ, ਬਿਲਕੁਲ ਬਿਲਕੁਲ ਜੀ। ਉਹਨਾਂ ਦਾ ਦਿੱਤਾ ਹੋਇਆ ਸਿੰਬਲ, ਇਹ ਸਿੰਬਲ ਸਾਰੀ ਦੁਨੀਆ ਵਿੱਚ ਨਪੜ੍ਹ ਤੋਂ ਨਪੜ੍ਹ ਵੀ ਬੰਦਾ ਸਮਝ ਲੂਗਾ ਵੀ ਇਹ ਡਾਕਟਰੀ ਦਾ ਨਿਸ਼ਾਨ ਹੈ। ਬਿਲਕੁਲ ਬਿਲਕੁਲ ਜੀ, ਇਹ ਬਿਲਕੁਲ ਬਾਬਾ ਜੀ। ਦੇਖੋ ਗੱਲ ਜੇ ਸਮਝਣੀ ਹੋਵੇ ਨਾ, ਅਮਰੀਕਾ ਦਾ ਝੰਡਾ ਦੇਖਦੇ ਨੇ ਕਹਿੰਦੇ ਸਾਨੂੰ ਅਮਰੀਕਾ ਚੇਤੇ ਆ ਗਿਆ, ਇੰਗਲੈਂਡ ਦਾ ਝੰਡਾ ਦੇਖਦੇ ਕਹਿੰਦੇ ਸਾਨੂੰ ਇੰਗਲੈਂਡ ਚੇਤੇ ਆ ਗਿਆ, ਕੈਨੇਡਾ ਦੇਖ ਕੇ ਕਹਿੰਦੇ ਕੈਨੇਡਾ ਚੇਤੇ ਆ ਗਿਆ। ਜਦੋਂ ਗੁਰੂ ਸਾਹਿਬ ਦਾ ਨਿਸ਼ਾਨ ਸਾਹਿਬ ਦੇਖਦੇ ਨੇ ਕਹਿੰਦੇ ਸਾਨੂੰ ਗੁਰੂ ਭੁੱਲ ਜਾਣਾ ਜੇ ਤੁਸੀਂ ਨਿਸ਼ਾਨ ਸਾਹਿਬ ਦੇ ਥੱਲੇ ਖੜ ਗਏ। ਹੈ ਹੈਰਾਨੀ। ਕਮਾਲ ਦੀ ਗੱਲ ਹੈ ਵੀ ਫਾਰਮੇਸੀ ਮੋਰੇ, ਸਾਡੇ ਫਾਰਮੇਸੀ ਕਹਿੰਦੇ ਨੂੰ ਜਿਹੜੇ ਮੈਡੀਕਲ ਸਟੋਰ ਜੀ ਜੀ ਬਿਲਕੁਲ, ਹਾਂਜੀ। ਫਾਰਮੇਸੀ ਮੋਰੇ ਲੱਗਾ ਹੋਇਆ ਪਲੱਸ ਦਾ ਨਿਸ਼ਾਨ ਇਸ ਗੱਲ ਦਾ ਪ੍ਰਤੀਕ ਹੈ ਕਿ ਇੱਥੋਂ ਤੈਨੂੰ ਦਵਾਈ ਮਿਲਦੀ ਹੈ। ਵਾਹਿਗੁਰੂ, ਬਿਲਕੁਲ ਜੀ। ਸਤਿਗੁਰੂ ਦੇ ਘਰ ਲੱਗਾ ਹੋਇਆ ਨਿਸ਼ਾਨ ਇਸ ਗੱਲ ਦਾ ਪ੍ਰਤੀਕ ਆ, ਉੱਥੋਂ ਦਵਾਈ ਮਿਲਦੀ ਹੈ, ਇੱਥੋਂ ਦਵਾਵਾਂ ਮਿਲਦੀਆਂ ਨੇ। ਇੱਥੇ ਦਾਤਾ ਜੀ ਜਿਹੜੀ ਇੱਕ ਰੇਖਾ ਖਿੱਚ ਦਿੰਦੇ ਨੇ ਭਾਈ, ਉਹ ਐਸੀ ਰੇਖਾ ਆ ਜਿਹੜਾ ਇਸ ਰੇਖਾ ਵਿੱਚ ਆ ਜਾਵੇਗਾ ਤਾਤੀ ਵਾਉ ਨਾ ਲੱਗਾ ਪਾਰ ਬ੍ਰਹਮ ਸਰਨਾਈ। ਵਾਹਿਗੁਰੂ ਜੀ, ਇਹ ਇਸ ਗੱਲ ਦੀ ਪ੍ਰਤੀਕ ਆ। ਨਿਸ਼ਾਨ ਸਾਹਿਬ ਸਾਨੂੰ ਦੇਖਦੇ ਆਂ ਸਾਡੇ ਉਸ ਮਹਾਨ ਯੋਧਿਆਂ ਦਾ, ਗੁਰੂ ਦੇ ਘਰ ਦਾ ਸਿਧਾਂਤ, ਗੁਰੂ ਦੇ ਘਰ ਦਾ ਪਿਆਰ, ਗੁਰੂ ਦੇ ਘਰ ਦਾ ਦੁਲਾਰ ਸਾਨੂੰ ਉਸੇ ਵੇਲੇ ਚੇਤੇ ਆ ਜਾਂਦਾ ਹੈ ਜਦੋਂ ਅਸੀਂ ਨਿਸ਼ਾਨ ਸਾਹਿਬ ਦੇਖਦੇ ਹਾਂ। ਕਹਿੰਦੇ ਸਿੱਖਾਂ ਦਾ ਗੁਰਦੁਆਰਾ ਸਾਹਿਬ ਆ ਗਿਆ। ਬਿਲਕੁਲ ਬਿਲਕੁਲ, ਇਹ ਗੁਰਦੁਆਰਾ ਇੱਥੇ ਜ਼ਰੂਰ ਗੁਰਦੁਆਰਾ ਹੋਏਗਾ ਕਿਉਂਕਿ ਬਾਹਰ ਲੱਗਾ ਹੋਇਆ ਨਿਸ਼ਾਨ ਸਾਹਿਬ ਇੱਕ ਆਵਾਜ਼ਾਂ ਦੇ ਰਿਹਾ, ਉਹਦਾ ਝੁਲਦਾ ਹੋਇਆ ਨਿਸ਼ਾਨ ਸਾਹਿਬ ਇੱਕ ਆਵਾਜ਼ਾਂ ਦੇ ਰਿਹਾ, ਉਹਦੀਆਂ ਲੱਗੀਆਂ ਹੋਈਆਂ ਖਿੱਚਾਂ ਇੱਕ ਸੁਨੇਹਾ ਦੇ ਰਹੀਆਂ, ਉਹਦਾ ਬਣਿਆ ਹੋਇਆ ਥੜਾ ਇੱਕ ਸੁਨੇਹਾ ਦੇ ਰਿਹਾ ਕਿ ਇਹ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੇਹੂ ਮੈਂ ਸਤਾ। ਬਿਲਕੁਲ 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 ਗਿਆਨੀ ਜੀ। ਉਹਦਾ ਪਰਲਾ ਇਸ ਗੱਲ ਦਾ ਸੁਨੇਹਾ ਦੇ ਰਿਹਾ ਵੀ ਭਾਈ ਇੱਥੇ ਜਾਤ ਵਿਤਕਰਾ ਕੋਈ ਨਹੀਂ ਹੈ, ਕੋਈ ਆ ਜਾਵੇ ਉਹ ਉਸ ਨੂੰ ਲੰਗਰ ਮਿਲੇਗਾ, ਉਸ ਨੂੰ ਭਜਨ ਮਿਲੇਗਾ, ਉਸ ਨੂੰ ਰਹਿਣ ਦੀ ਥਾਂ ਮਿਲੇਗਾ, ਉਸ ਨੂੰ ਮਾਣ ਮਿਲੇਗਾ, ਉਸ ਨੂੰ ਸਨਮਾਨ ਮਿਲੇਗਾ। ਕਿਉਂਕਿ ਸਾਡੇ ਵਡੇਰਿਆਂ ਨੇ ਦੇ ਪਿੱਛੇ ਬੜੀ ਵੱਡੀ ਘਾਲਣਾ ਘਾਲੀ ਆ, ਵੱਡੀਆਂ ਘਾਲਣਾ ਕਰਕੇ ਸਾਨੂੰ ਇਹ ਗੁਰੂ ਕੇ ਨਿਸ਼ਾਨ ਸਾਹਿਬ ਦਿੱਤੇ ਜੀ। ਤਾਂ ਮੈਂ ਬੇਨਤੀ ਕਰ ਰਿਹਾ ਸੀਗਾ ਸਮਾਂ ਲਾਗੇ ਹੋ ਗਿਆ। ਹਾਂਜੀ ਹਾਂਜੀ, ਸਮਾਂ ਆਪਣੇ ਕੋਲ ਤਕਰੀਬਨ ਦੇਵੀ ਚੰਦ ਨੇ ਮਹਾਰਾਜ ਦੇ ਬੜੇ ਪਿਆਰ ਨਾਲ ਕਿਹਾ, ਦੇਵੀ ਚੰਦ ਜਿਸ ਤੇਰੇ ਮਨ ਦਾ ਸੁਭਾਅ ਬਦਲਿਆ ਨਾ, ਤੂੰ ਸਾਡੇ ਕੋਲ ਆਇਆ ਜੀ ਤੇ ਤੂੰ ਖਾਲਸੇ ਦੇ ਨਿਸ਼ਾਨ ਸਾਹਿਬ ਤੇ ਹੇਠਾਂ ਆ ਗਿਆ। ਤੇਰਾ ਮਨ ਜਿਹੜਾ ਉਹ ਖਾਲਸੇ ਦਾ ਜਿਹੜਾ ਪ੍ਰਭਾਵ ਹੈ, ਅਕਾਲ ਪੁਰਖ ਦਾ ਪ੍ਰਭਾਵ ਕਬੂਲ ਚੁੱਕਾ ਹੈ ਜੀ। ਤੋ ਕਹਿਣ ਲੱਗਾ ਮਹਾਰਾਜ ਫਿਰ ਮੈਂ ਹੁਣ ਜਾਣਾ ਨਹੀਂ ਹੈ। ਮਹਾਰਾਜ ਕਹਿੰਦੇ ਨਾ, ਇਹ ਗੱਲ ਨਹੀਂ ਕਰਨੀ, ਜਿਸ ਤੂੰ ਕੰਮ ਲਈ ਆਇਆ ਉਹ ਕੰਮ ਕਰ, ਜਦੋਂ ਤੇਰਾ ਜੀ ਕਰੇ ਤੂੰ ਜਾਣ, ਤੈਨੂੰ ਜਾਣਾ ਪਵੇਗਾ ਜੀ।
ਤੂੰ ਭੀਮ ਚੰਦ ਨੂੰ ਜਾ ਕੇ ਦੱਸ ਕਿ ਮੈਂ ਕੀ ਦੇਖ ਕੇ ਆਇਆ। ਜੀ ਜੀ ਜੀ। ਉਹ ਇੱਕ ਦਿਨ ਤੁਰ ਲੱਗਿਆ, ਕਹਿਣ ਲੱਗਾ ਠੀਕ ਹੈ ਮਹਾਰਾਜ, ਜੇ ਤੁਸੀਂ ਕਹਿੰਦੇ ਮੇਰਾ ਜਿੱਤ ਨਹੀਂ ਕਰਦਾ, ਪਰ ਤੁਸੀਂ ਕਹਿੰਦੇ ਜਾ ਤੇ ਤੁਹਾਡੇ ਚਰਨਾਂ 'ਚ ਜੋ ਆਨੰਦ ਆ ਉਹ ਉੱਥੇ ਜਾ ਕੇ ਮੈਨੂੰ ਸਾਰੀ ਜ਼ਿੰਦਗੀ ਰਹਿ ਕੇ ਵੀ ਪ੍ਰਾਪਤ ਨਹੀਂ ਹੋਇਆ। ਪਰ ਮੇਰੇ ਨਾਲ ਇੱਕ ਵਾਅਦਾ ਕਰੋ ਮਹਾਰਾਜ ਕਿ ਤੁਸੀਂ ਜਦੋਂ ਮੈਂ ਤੁਹਾਡੇ ਚਰਨਾਂ ਦਾ ਧਿਆਨ ਕਰਾਂ ਤੁਸੀਂ ਮੇਰੀ ਰੱਖਿਆ ਕਰੋਗੇ ਜੀ। ਤੇ ਮਹਾਰਾਜ ਸਾਹਿਬ ਕਹਿੰਦੇ ਠੀਕ ਹੈ, ਕਿਉਂਕਿ ਗੁਰਬਾਣੀ ਦਾ ਬਚਨ ਹੈ ਵੀ ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੇ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੇ, ਸੇਵਕ ਕੋ ਲਿਖਤੀ ਹੋਏ ਦਿਖਾਵੇ। ਵਾਹਿਗੁਰੂ ਵਾਹਿਗੁਰੂ, ਬਿਲਕੁਲ तो ਬਿਲकुल। इस प्रकार महाराज नमस्कार करके ਤੇ ਉਹ ਭੀਮ ਰਾਜੇ ਭੀਮ ਚੰਦ ਜਿਹੜਾ ਉਹਦੇ ਕੋਲ ਪਹਾੜੀ ਰਾਜਾ ਉਹਦੇ ਕੋਲੇ ਚਲ ਗਿਆ। ਰਾਜੇ ਹੋਰ ਵੀ ਆਏ ਹੋਏ ਸੀ, ਮੇਦਨੀ ਪ੍ਰਕਾਸ਼ ਦੇ ਰਾਜੇ ਹੋਰ ਵੀ ਆਏ ਹੋਏ ਸੀਗੇ ਤੇ ਉਹਨੇ ਬੜੀ ਸਾਰੀ ਉੱਚੀ ਸਾਰੀ ਕਿਹਾ, ਲੈ ਮੇਰਾ ਵਜ਼ੀਰ ਆ ਗਿਆ, ਮੈਂ ਹੁਣ ਤੁਹਾਨੂੰ ਸਾਰੀ ਜੋ ਮੁਖਬਰੀ ਕਰਕੇ ਆਇਆ ਤੁਹਾਨੂੰ ਸਾਰੀ ਮੈਂ ਦੱਸਦਾ ਹਾਂ ਜੀ। ਤੇ ਭਾਈ ਸਾਹਿਬ ਜੀ ਦੇ ਹੁਣ ਚਾਲ 'ਚ ਜਿਹੜਾ ਗਰੂਰ ਸੀ ਅੱਖਾਂ 'ਚ, ਜਿਹੜਾ ਉਹਦੇ ਗੁਰੂ ਨਾਨਕ ਦੇ ਘਰ ਦਾ ਨੂਰ ਸੀ, ਉਹਦੀ ਤੱਕਣੀ ਹੁਣ ਬਾਦਸ਼ਾਹ ਵਾਲੀ ਹੋ ਚੁੱਕੀ ਸੀ ਤੇ ਉਹ ਬੜੇ ਪਿਆਰ ਦੇ ਨਾਲ ਬੋਲਿਆ, ਕਹਿਣ ਲੱਗਾ ਭੀਮ ਚੰਦ ਰਾਜਾ ਬਾਦਸ਼ਾਹ, ਮੈਂ ਤੈਨੂੰ ਇੱਕ ਗੱਲ ਦੱਸਾਂ, ਮੁਖਬਰੀ ਤੇ ਮੈਂ ਤੈਨੂੰ ਕੀ ਦੇਣੀ ਆ, ਮੈਂ ਤੈਨੂੰ ਇੱਕ ਸਲਾਹ ਦੇ ਦਿੰਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚੜ੍ਹਦਾ ਹੋਇਆ ਸੂਰਜ ਆ ਤੇ ਤੁਸੀਂ ਡੁੱਬਦੀ ਹੋਈ ਸ਼ਾਮ ਦੇਖ, ਡੁੱਬਦੀ ਹੋਈ ਸ਼ਾਮ ਤੇ ਚੜ੍ਹਦੇ ਹੋਏ ਸੂਰਜ ਵਿੱਚ ਬੜਾ ਅੰਤਰ ਆ। ਮੈਂ ਆਖਦਾ ਗੁਰੂ ਨਿਰਵੈਰ ਆ, ਸਾਨੂੰ ਸਾਰੀ ਦੁਸ਼ਮਣੀ ਛੱਡ ਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਣਾ ਚਾਹੀਦਾ ਹੈ। ਮੈਂ ਤੁਹਾਨੂੰ ਦੱਸ ਦੇਣਾ, ਜੇ ਆਪਾਂ ਮੱਥਾ ਟੇਕਾਂਗੇ ਗੁਰੂ ਸਾਨੂੰ ਬਖਸ਼ ਕਰੇਗਾ ਰਾਜ ਭਾਗ, ਗੁਰੂ ਸਾਡਾ ਕਲਿਆਣ ਕਰੇਗਾ, ਸਾਨੂੰ ਜੁਰਤ ਨਾਲ ਜੀਣਾ ਸਿਖਾਵੇਗਾ ਜੋ ਮੈਂ ਦੇਖ ਕੇ ਆਇਆ। ਵਾਹਿਗੁਰੂ। ਪਰ ਇਹ ਗੱਲ ਉਹਨਾਂ ਨੂੰ ਕਿਵੇਂ ਬਰਦਾਸ਼ਤ ਸੀ? ਉਹ ਕਹਿੰਦਾ ਹੱਦ ਹੋ ਗਈ, ਮੇਰਾ ਵਜ਼ੀਰ ਹੋਵੇ ਤੇ ਮੇਰੇ ਦੁਸ਼ਮਣ, ਉਹ ਤਾਂ ਦੁਸ਼ਮਣ ਹੀ ਕਵੇਗਾ ਨਾ ਕਿ ਮੇਰੇ ਦੁਸ਼ਮਣ ਦੀ ਤਾਰੀਫ ਕਰੇ। ਜੀ 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 ਜੀ। ਕਹਿੰਦਾ ਮੇਰਾ ਤਾਂ ਜੀ ਇਹ ਕਰਦਾ ਕਿ ਮੈਂ ਆਪਣੀ ਸ਼੍ਰੀ ਸਾਹਿਬ ਕੱਢਾਂ, ਤੇਰੇ ਦੋ ਹੁਣੇ ਟੋਟੇ ਕਰਦਾ, ਪਰ ਮੈਨੂੰ ਲੱਜਿਆ ਆ ਰਹੀ ਆ, ਤੇਰਾ ਪਿਓ ਵੀ ਮੇਰਾ ਵਜ਼ੀਰ ਸੀ। ਜੀ 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 ਜੀ। ਬਾਬਾ ਜੀ ਮੈਂ ਇੱਕ ਸੈਕਿੰਡ ਲਈ ਆਪ ਜੀ ਨੂੰ ਮੈਂ ਟੋਕ ਰਿਹਾ, ਮੈਂ ਮਾਫੀ ਚਾਹੁੰਦਾ ਜੀ। ਵੀਰ ਮਹਿੰਦਰ ਸਿੰਘ ਖਾਲਸਾ ਜੀ, ਮੇਰੀ ਇੱਕ ਆਪ ਜੀ ਦੇ ਚਰਨ ਵਿੱਚ ਬੇਨਤੀ, ਆਪ ਜੀ ਕੱਲ੍ਹ ਕਾਲ 'ਤੇ ਵੀ ਆਏ ਸੀ ਤੇ ਜੇ ਕੋਈ ਹੋਰ ਵਿਚਾਰ ਹੋਈ ਤਾਂ ਮੈਂ ਪ੍ਰੋਗਰਾਮ ਤੋਂ ਬਾਅਦ ਆਪ ਜੀ ਨੂੰ ਕਾਲ ਵੀ ਕਰ ਲਾਂਗਾ। ਆਪ ਜੀ ਇੱਥੇ ਸੰਗਤ ਦੇ ਵਿੱਚ ਜ਼ਰੂਰ ਦੱਸਣਾ ਕਰਿਓ ਕਿ ਕਿਹੜੇ ਪ੍ਰਚਾਰਕ, ਕਿਹੜੇ ਵਿਦਵਾਨ ਨੂੰ ਅਸੀਂ ਪੜ੍ਹਨਾ ਕਰਿਆ ਕਰੀਏ। ਤੁਸੀਂ ਉਹਦਾ ਨਾਮ ਲਿਖ ਦਿਓ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਮੈਂ ਹੋਰ ਕੋਈ ਕਰੇ। ਜੀ ਜੀ, ਇੱਕ ਸੈਕਿੰਡ ਬਾਬਾ ਜੀ, ਅਤੇ ਤੁਸੀਂ ਮੈਨੂੰ ਇਹ ਦੱਸਣਾ ਕਰ ਦਿਓ ਕਿ ਕਿਹਨੂੰ ਪੜ੍ਹਨਾ ਸ਼ੁਰੂ ਕਰੀਏ। ਜਿਹੜਾ ਵੀ ਕੋਈ ਵਿਦਵਾਨ, ਇੱਕ ਮਿੰਟ ਬਾਬਾ ਜੀ, ਹਾਂਜੀ ਮੈਂ ਮਾਫੀ ਚਾਹੁੰਦਾ ਜੀ, ਇੱਕੋ ਸੈਕਿੰਡ ਜੀ। ਮੈਂ ਤੁਹਾਡੇ ਅੱਗੇ ਨਿਮਰਤਾ ਸਹਿਤ ਇਹ ਬੇਨਤੀ ਕਰਦਾ, ਤੁਸੀਂ ਸਤਿਕਾਰਯੋਗ ਸਿੰਘ ਹੋ ਸਾਡੇ, ਮੈਨੂੰ ਕੋਈ ਵੀ ਉਹ ਵਿਦਵਾਨ ਦੱਸ ਦਿਓ, ਕਿਉਂਕਿ ਮੈਨੂੰ ਪਤਾ ਤੁਹਾਡੇ ਮੁੱਦੇ ਜਿਹੜੇ ਹੈਗੇ ਨੇ। ਤੁਸੀਂ ਉਹ ਪ੍ਰਚਾਰਕ ਦਾ, ਉਹ ਵਿਦਵਾਨ ਦਾ ਮੈਨੂੰ ਇੱਥੇ ਨਾਮ ਜ਼ਰੂਰ ਦੱਸਣਾ ਕਰਿਓ, ਜਿਹੜੇ ਵਿਦਵਾਨ ਨੇ ਸੰਪੂਰਨ ਬਾਣੀ ਦੇ ਅਰਥ ਕੀਤੇ ਹੋਣ ਅਤੇ ਕਰਨ ਤੋਂ ਬਾਅਦ ਜਿਹੜੇ ਸਵਾਲ ਤੁਸੀਂ ਚੱਕਣਾ ਚਾਹੁੰਦੇ ਹੋ, ਇੱਥੇ ਮੇਰੇ 'ਤੇ ਥੋਪਣਾ ਚਾਹੁੰਦੇ ਹੋ, ਚਾਹੇ ਉਹ ਦਸਮ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਹੋਵੇ, ਨਿਸ਼ਾਨ ਸਾਹਿਬ ਜੀ ਨੂੰ ਲੈ ਕੇ ਹੋਵੇ, ਗੁਰੂ ਘਰ ਦੀ ਕੋਈ ਵੀ ਮਰਿਆਦਾ ਹੋਵੇ, ਜਿਹਦੇ 'ਤੇ ਪੂਰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ ਅਰਥ ਕਰਨ ਤੋਂ ਬਾਅਦ ਕਿੰਤੂ ਚੱਕਵੇ, ਇੱਕ ਵਿਦਵਾਨ ਦਾ ਇੱਥੇ ਮੈਨੂੰ ਨਾਮ ਦੱਸ ਦਿਓ ਅਤੇ ਮੈਂ ਤੁਹਾਨੂੰ ਉਹਨਾਂ ਲੱਖਾਂ ਵਿਦਵਾਨਾਂ ਦੇ ਬਾਰੇ ਕੱਲ੍ਹ ਦੱਸ ਦਿਆਂਗਾ, ਜਿਨ੍ਹਾਂ ਨੇ ਗੁਰਬਾਣੀ ਦੀ ਇੱਕ ਇੱਕ ਪੰਕਤੀ ਲੈ ਕੇ ਅਤੇ ਭੰਡਿਆ ਅਤੇ ਸਾਡੇ ਇਤਿਹਾਸ ਨੂੰ, ਸਾਡੇ ਗ੍ਰੰਥਾਂ ਨੂੰ ਬਹੁਤ ਜ਼ਿਆਦਾ ਆ, ਪਰ ਪੱਲੇ ਝੋਲੀ ਦੇ ਵਿੱਚ ਕੁਝ ਨਹੀਂ ਪਾਇਆ। ਇਹ ਟ੍ਰੇਨਾਂ ਮੈਂ ਕੱਲ੍ਹ ਤੋਰਾਂਗਾ, ਥੋੜ੍ਹਾ ਜਿਹਾ ਸਬਰ ਰੱਖੋ, ਆਪਾਂ ਕੱਲ੍ਹ ਨੂੰ ਸਾਰੀ ਟ੍ਰੇਨ ਤੋਰਾਂਗੇ। ਅਤੇ ਮੇਰੀ ਤੁਹਾਡੇ ਚਰਨਾਂ ਵਿੱਚ ਫਿਰ ਤੋਂ ਸਿਰ ਰੱਖ ਕੇ ਬੇਨਤੀ ਹੈ, ਤੁਸੀਂ ਸਤਿਕਾਰਯੋਗ ਹੋ, ਕਿਉਂਕਿ ਤੁਸੀਂ ਨਾਮ ਦੇ ਪਿੱਛੇ ਸਿੰਘ ਆ, ਖਾਲਸਾ ਆ, ਅਤੇ ਤੁਸੀਂ ਜ਼ਰੂਰ ਦੱਸਣਾ ਕਰਿਓ। ਹੋਰ ਕੋਈ ਪੜ੍ਹੇ ਨਾ ਪੜ੍ਹੇ, ਮੈਂ ਜ਼ਰੂਰ ਪੜ੍ਹਾਂਗਾ। ਵਾਹਿਗੁਰੂ ਕਿਰਪਾ ਕਰਨ। ਹਾਂਜੀ ਗਿਆਨੀ ਜੀ। ਮੈਂ ਬੇਨਤੀ ਕਰ ਰਿਹਾ ਸੀਗਾ ਵੀ ਉਹਨਾਂ ਨੇ ਕਿਹਾ ਕਿ ਇਹਨਾਂ ਕੀ ਕਹਿੰਦੇ ਆ, ਇਹਨਾਂ ਦੇ ਭਾਈ ਸਾਹਿਬ ਜੀ ਥੋੜ੍ਹੇ ਜਿਹੇ ਮੁੱਦੇ ਨੇ ਇੱਥੇ, ਚਲੋ ਉਹਨਾਂ ਨੇ ਜ਼ਿਆਦਾ ਹੁਣ ਗੱਲ ਦਾ ਨਹੀਂ ਕੀਤਾ। ਇਹ ਕਹਿ ਰਹੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਮਹਾਨ ਨੇ, ਪਰ ਸਾਡੀ ਛੋਟੀ ਮੱਤ ਜਿਹੜੀਆਂ ਸੰਸਥਾਵਾਂ ਵਿੱਚ ਪੜ੍ਹਦੇ ਪ੍ਰਚਾਰਕ ਬਣ ਕੇ ਰਹਿ ਗਏ ਨੇ ਅਤੇ ਗੁਰੂ ਸਾਹਿਬ ਦੀ ਸੋਚ ਨੂੰ ਪਿੱਛੇ ਛੱਡ ਦਿੱਤਾ ਇਹਨਾਂ ਨੇ, ਜਿਹੜੇ ਪ੍ਰਚਾਰਕ ਨੇ। ਸੋ ਪਰ ਗੱਲ ਇਹ ਆ ਕਿ ਸਾਨੂੰ ਇਹ ਤਾਂ ਦੱਸਣਾ ਪਵੇਗਾ ਨਾ। ਮੈਂ ਕਹਿ ਦਿੰਦਾ ਕਿ ਤੁਸੀਂ ਰੋਂਗ ਸਾਈਡ 'ਤੇ ਜਾ ਰਹੇ ਹੋ ਅਤੇ ਭਾਈ ਸਾਹਿਬ ਜੀ ਮੈਨੂੰ ਤਾਂ ਰਾਈਟ ਸਾਈਡ 'ਤੇ ਜਾਣਾ ਪਵੇਗਾ ਨਾ। ਸੋ ਇਹ ਮੈਂ ਵਿਸ਼ੇ ਦੇ ਵਿੱਚ ਤੁਹਾਨੂੰ ਤਾਂ ਇਨਵੋਲਵ ਨਹੀਂ ਕਰ ਰਿਹਾ ਕਿਉਂਕਿ ਮੈਂ ਅੱਜ ਬਹੁਤ ਪਿਆਰ ਦੇ ਵਿੱਚ ਪ੍ਰਸੰਗ ਚੱਲ ਰਿਹਾ। ਮੈਂ ਇਹ ਚਾਹੁੰਦਾ ਵੀ ਜਦੋਂ ਸੰਗਤਾਂ ਸਰਵਣ ਕਰਨਾ ਬਾਬਾ ਜੀ, ਅਤੇ ਇਹ ਜਿਹੜਾ ਪ੍ਰੈਕਟੀਕਲ ਕਰਕੇ ਜ਼ਿੰਦਗੀ 'ਚ ਦੇਖਣ, ਜਦੋਂ ਸੰਗਤਾਂ ਪ੍ਰੈਕਟੀਕਲ ਕਰ ਲੈਣ ਬਾਬਾ ਜੀ, ਇਹ ਮਿਟ ਜਾਣੇ। ਪਤਾ ਨਹੀਂ ਕਿਸ ਐਂਗਲ ਤੋਂ ਗੁਰਮੁਖ ਸੋਚਦੇ ਹੋਣਗੇ, ਪਰ ਮੈਂ ਇੱਕ ਬੇਨਤੀ ਕਰਦਾ ਕਿ ਗੁਰੂ ਨੂੰ ਪਿੱਛੇ ਕਰਕੇ ਅਸੀਂ ਅੱਗੇ ਕਿਵੇਂ, ਪ੍ਰਚਾਰਕ ਅੱਗੇ ਕਿਵੇਂ ਜਾ ਸਕਦੇ ਆ।
ਜੀ 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 ਉਹ ਹੋਣਗੇ ਉਹ ਲੋਕ ਜਿਹੜੇ ਕਹਿੰਦੇ ਹੋਣਗੇ ਵੀ ਗੁਰੂ ਦੀ ਮੱਤ ਨੂੰ ਪਿੱਛੇ ਕਰ ਦਈਏ, ਆਪਣੀ ਮੱਤ ਉੱਚੀ ਕਰ ਦਈਏ, ਤਾਂ ਏਦਾਂ ਨਹੀਂ ਚੱਲਿਆ ਜਾਣਾ। ਗੁਰ ਕੀ ਮੱਤੋਂ ਦੇ ਇਆਨੇ ਭਗਤ ਬਿਨਾਂ ਬਹੁਤ ਡੁੱਬੇ ਸਨ। ਬਿਲਕੁਲ 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 ਜੀ। ਗੁਰੂ ਦੀ ਅਸੀਂ ਤਾਂ ਜੋ ਕੁਝ ਬੋਲ ਰਹੇ ਹਾਂ ਗੁਰੂ ਦੀ ਮੱਤ ਬੋਲ ਰਹੇ ਹਾਂ, ਵਰਨਾ ਗੁਰੂ ਕੇ ਸ਼ਬਦ ਤੋਂ ਬਿਨਾਂ ਅਸੀਂ ਇੱਕ ਅੱਖਰ ਵੀ ਨਹੀਂ ਬੋਲ ਸਕਦੇ। ਬਿਲਕੁਲ 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 ਜੀ। ਵਾਹਿਗੁਰੂ ਕਿਰਪਾ ਕਰਨ ਜੀ। ਤਾਂ ਗੁਰੂ ਹਮੇਸ਼ਾ ਅੱਗੇ ਹੁੰਦਾ ਹੈ, ਗੁਰੂ ਸਾਡੇ ਕੀਤਿਆਂ ਪਿੱਛੇ ਨਹੀਂ ਹੋ ਸਕਦਾ। ਬੜੇ ਆਏ ਗੁਰੂ ਨੂੰ ਪਿੱਛੇ ਕਰਨ ਵਾਲੇ, ਗੁਰੂ ਨੂੰ ਕੋਈ ਪਿੱਛੇ ਨਹੀਂ ਕਰ ਸਕਦਾ। ਗੁਰੂ ਸੁਪਰੀਮ ਪਾਵਰ ਆ, ਉਹਨੇ ਹਮੇਸ਼ਾ ਅੱਗੇ ਰਹਿਣਾ। ਜੇ ਬੰਦੇ 10 20 50 100 ਇਕੱਠਾ ਹੋ ਕੇ ਜੇ ਸੂਰਜ ਵੱਲ ਨੂੰ ਉੱਪਰ ਨੂੰ ਕਰਕੇ ਚਾਦਰ ਤਾਣ ਦੇਣਗੇ ਤਾਂ ਕੀ ਉਹ ਛਾਂ ਹੋ ਜਾਵੇਗੀ? ਬਿਲਕੁਲ 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 ਜੀ। ਮੈਂ ਇੱਕ ਹੀ ਬੇਨਤੀ ਕਰਦਾ ਜਿਹੜੇ ਵੀਰਾਂ ਨੂੰ ਜਿਹੜੇ ਕਹਿ ਰਹੇ ਨੇ ਗਲ ਦੇ ਵਿੱਚ ਛਾਂ ਨਹੀਂ ਹੁੰਦੀ ਜੀ, ਏਦਾਂ ਨਹੀਂ ਹੋਣਾ ਕੁਛ ਵੀ ਜੀ ਗਲ ਦੇ ਵਿੱਚ ਪੱਲਾ ਪਾਓ। ਭਾਈ ਮਹਿੰਦਰਪਾਲ ਸਿੰਘ ਜੀ, ਮਹਿੰਦਰ ਸਿੰਘ ਜੀ, ਸੋਰੀ ਪਾਲ ਪਿੱਛੇ ਕਹਿ ਗਿਆ, ਮਹਿੰਦਰ ਸਿੰਘ ਜੀ, ਤੁਸੀਂ ਵੀ ਗਲ ਦੇ ਵਿੱਚ ਪੱਲਾ ਪਾਓ। ਦਾਸੜਾ ਵੀ ਪੱਲਾ ਪਾਉਂਦਾ ਆ। ਆਓ ਆਪਾਂ ਘਰ ਘਰ ਸਿੱਖਾਂ ਨੂੰ ਇੱਕ ਹੀ ਜਿਹੜਾ ਤਰਲਾ ਕਰੀਏ, ਰਲ ਮਿਲ ਕੇ ਬਾਣੀ ਪੜ੍ਹੋ। ਜਿੱਦਣ ਬਾਣੀ ਪੜ੍ਹ ਲੈਣਗੇ ਨਾ ਸਿੱਖ, ਬਾਣੀ ਦੇ ਲੜ ਲੱਗ ਗਏ, ਉਦਣ ਸਾਰਾ ਕੁਝ ਹੀ ਹੱਲ ਹੋ ਜਾਣਾ। ਸਾਰੇ ਹਜ਼ਾਰਾਂ ਕਰੋੜਾਂ ਮਸਲਿਆਂ ਦਾ ਹੱਲ ਇੱਕੋ ਇੱਕ ਹੈ, ਗੁਰੂ ਦੇ ਲੜ ਲੱਗ ਕੇ ਜਿਹੜਾ ਹੋਣਾ। ਤੇ ਜੇ ਤੁਸੀਂ ਸਾਡੀ ਗੱਲ ਕਰੋ ਤੇ ਸਾਡੇ ਮੁੱਖਾਂ 'ਚ ਇੰਨੀ ਕਿੱਥੇ ਪਾਵਰ ਹੈਗੀ ਕਿ ਗੁਰੂ ਦੇ ਇੱਕ ਬਚਨ ਨੂੰ ਅਸੀਂ ਕੱਥ ਸਕੀਏ। ਜੀ ਕਿਉਂਕਿ ਇਹ ਬੰਦਗੀ ਨਾਲ ਹੀ ਹੋਣਾ। ਕਰ ਬੰਦੇ ਤੂੰ ਬੰਦਗੀ ਜਿੱਚ ਘੱਟ ਮੈਂ ਸਾਹ। ਵਾਹਿਗੁਰੂ ਵਾਹਿਗੁਰੂ। ਬਿਲਕੁਲ ਤਾਂ ਕਰਨੀ ਨੂੰ ਵੀ ਫਰਮਾਨ ਤੇਰਾ ਸਿਰੇ ਉੱਪਰ ਫਿਰਨਾ ਘਰਤ ਵਿਚਾਰ। ਤੂੰ ਹੀ ਦਰਿਆ ਤੂੰ ਹੀ ਕਿਰਿਆ ਤੁਝ ਤੇ ਨਿਸਤਾਰ ਬੰਦੇ ਬੰਦਗੀ ਇਖਤਿਆਰ ਸਾਹਿਬ ਰੋਜ਼ ਧਰੇ ਕੇ ਪਿਆਰ। ਵਾਹਿਗੁਰੂ ਵਾਹਿਗੁਰੂ। ਤੋ ਇਸ ਕਰਕੇ ਠੀਕ ਹੈ, ਪਰਮਾਤਮਾ ਦੇ ਨਾਮ ਨੇ ਸਾਡਾ ਬੇੜਾ ਪਾਰ ਕਰਨਾ। ਸੋ ਬੜੀ ਨਿਮਰਤਾ ਨਾਲ ਮੈਂ ਕਹੂੰਗਾ ਕਿ ਗੁਰੂ ਨੂੰ ਕੋਈ ਸੰਸਾਰ ਤੇ ਪਿੱਛੇ ਨਹੀਂ ਕਰ ਸਕਦਾ। ਗੁਰੂ ਹਮੇਸ਼ਾ ਅੱਗੇ ਆ, ਉਸਨੇ ਅੱਗੇ ਹੀ ਰਹਿਣਾ ਆ। ਲੱਖਾਂ ਲੋਕ ਪਿੱਛੇ ਕਰਨ ਦਾ ਯਤਨ ਕਰਦੇ ਰਹੇ ਪਰ ਕਰ ਨਹੀਂ ਸਕੇ। ਬਿਲਕੁਲ 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 ਜੀ। ਤੋ ਮੈਂ ਬੇਨਤੀ ਕਰ ਰਿਹਾ ਸੀ ਆਪਾਂ ਆਪਣੇ ਜਿਹੜਾ ਵਿਸ਼ਾ ਉਸ ਨਾਲ ਚੱਲਦੇ ਰਹੀਏ। ਜੀ ਜੀ ਜੀ। ਖਾਲਸਾ ਕੇਵਲ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਤਰ ਹੁੰਦਾ ਆ, ਤਾਂ ਹੀ ਚੜ੍ਹਦੀ ਕਲਾ ਹੁੰਦੀ ਆ, ਤਾਂ ਹੀ ਕੁਰਬਾਨੀਆਂ ਹੁੰਦੀਆਂ ਜਦੋਂ ਖਾਲਸਾ ਕੇਸਰੀ ਨਿਸ਼ਾਨ ਸਾਹਿਬ ਥੱਲੇ ਹੁੰਦਾ। ਤੇ ਕੇਸਰੀ ਨਿਸ਼ਾਨ ਸਾਹਿਬ ਵੀ ਇਕੱਤਰਤਾ ਦਾ ਸਾਨੂੰ ਜਿਹੜਾ ਸੁਨੇਹਾ ਵੀ ਦੇ ਰਿਹਾ ਹੈ। ਜੀ ਜੀ ਜੀ। ਬਿਲਕੁਲ 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 ਜੀ। ਮੈਂ ਬੇਨਤੀ ਕਰ ਰਿਹਾ ਸੀ, ਉਹਨਾਂ ਨੇ ਕਿਹਾ ਵੀ ਹੁਣ ਇਹਨੂੰ ਕੀ ਕਰਨਾ ਹੈ ਇਹ ਬੰਦਾ। ਤੂੰ ਤਾਂ ਕਹਿੰਦਾ ਸੀ ਮੇਰਾ ਬੜਾ ਵਫਾਦਾਰ ਆ। ਦੂਜੇ ਰਾਜੇ ਕਹਿੰਦੇ ਦੇਖ ਇਹ ਕਹਿ ਰਿਹਾ ਗੁਰੂ ਗੋਬਿੰਦ ਸਿੰਘ ਚੜ੍ਹਦੀ ਸੂਰਜ ਆ, ਉਹ ਕੱਲ ਹਜੇ ਅਨੰਦਪੁਰ ਸਾਹਿਬ ਉਹਨਾਂ ਵਸਾਇਆ ਤੇ ਆਪਾਂ ਪੁਰਾਤਨ ਇੱਥੇ ਬੈਠੇ ਹੋਏ ਆ। ਆਪਾਂ ਏਡੇ ਵਿਸ਼ਾਲ ਰਾਜੇ ਤੇ ਸਾਨੂੰ ਡੁੱਬਦੀ ਸ਼ਾਮ ਤੇਰਾ ਵਜ਼ੀਰ ਦੱਸ ਰਿਹਾ। ਉਹਨਾਂ ਕਿਹਾ ਕੋਈ ਗੱਲ ਨਹੀਂ। ਉਹਨਾਂ ਆਪਣੇ ਜਲਾਦਾਂ ਨੂੰ ਕਿਹਾ, ਕਹਿੰਦੇ ਇਹਨੂੰ ਪਹਾੜੀ ਤੇ ਲੈ ਜਾਓ ਤੇ ਸਿੱਖਾਂ ਤੱਤੀਆਂ ਕਰਕੇ ਨਾ ਇਹਦੀਆਂ ਅੱਖਾਂ ਕੱਢ ਦਿਓ। ਅੱਖਾਂ ਕੱਢ ਕੇ ਇਹਨੂੰ ਪਹਾੜੀ ਤੋਂ ਥੱਲੇ ਸੁੱਟੋ ਜੀ। ਉਹ ਲੈ ਗਿਆ। ਉਹ ਜਿਹੜੇ ਉਹਦੇ ਦੂਤ ਸੀਗੇ, ਦੈਂਤ ਸੀਗੇ, ਉਹ ਕਹਿਣ ਲੱਗੇ, ਵਜ਼ੀਰ ਨੂੰ ਕਹਿਣ ਲੱਗੇ ਯਾਰ ਤੂੰ ਹਜੇ ਵੀ ਕੁਛ ਗੱਲ ਸਮਝ ਲਾ, ਦੇਖ ਸਾਡਾ ਜੀ ਨਹੀਂ ਕਰਦਾ। ਅਸੀਂ ਤੇਰੇ ਕੋਲ ਤਾਂ ਜਿਹੜਾ ਸਾਰਾ ਕੁਛ ਲੈਂਦੇ ਰਹੇ ਆ, ਭੱਤੇ ਲੈਂਦੇ ਰਹੇ ਆ, ਪੈਸੇ ਲੈਂਦੇ ਰਹੇ ਆ, ਮਾਨ ਸਨਮਾਨ ਲੈਂਦੇ ਰਹੇ, ਤੇਰੀਆਂ ਅੱਖਾਂ ਕੱਢੀਏ ਸਾਨੂੰ ਬੜਾ ਔਖਾ ਲੱਗਦਾ। ਕਹਿੰਦੇ ਨਹੀਂ ਤੁਹਾਨੂੰ ਜੋ ਹੁਕਮਾਂ ਕਰੋ, ਪਰ ਮੈਨੂੰ ਇੱਕ ਕਿਰਪਾ ਕਰਿਓ, ਮੈਨੂੰ ਥੋੜਾ ਜਿਹਾ ਇੰਨਾ ਕੁ ਇਜਾਜ਼ਤ ਦੇ ਦਿਓ। ਜਦੋਂ ਤੁਸੀਂ ਸਿੱਖਾਂ ਤੱਕੀਆਂ ਕਰਦੇ ਹੋ ਮੈਂ ਪਰਮਾਤਮਾ ਦੇ ਨਾਮ ਵਿੱਚ ਬੈਠਣਾ ਹੈ। ਉਹ ਝੁਲਦੇ ਹੋਏ ਨਿਸ਼ਾਨ ਸਾਹਿਬ ਦਾ ਜਿਹੜੀਆਂ ਮੈਂ ਪਰਿਕਰਮਾ ਕਰਦਾ ਰਿਹਾ, ਜਿਸ ਗੁਰੂ ਕੋਲੇ ਮੈਂ ਗਿਆ ਉਸ ਨਿਆਸਰੇ ਦਾ ਆਸਰਾ ਲੈਣਾ ਮੈਂ ਬਸ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹ ਕਹਿੰਦੇ ਕੋਈ ਗੱਲ ਨਹੀਂ ਤੂੰ ਕਰ ਸਕਦਾ ਹੈ। ਉਹਨਾਂ ਨੇ ਨਾ ਜਦੋਂ ਮੈਂ ਸਿਰ ਥੱਲੇ ਨੂੰ ਕਰੂੰਗਾ, ਤੁਸੀਂ ਜਿਹੜੀਆਂ ਤੱਕੀਆਂ ਹੋਈਆਂ, ਜਿਹੜੀਆਂ ਲਾਲ ਸੁਰਖ ਕੀਤੀਆਂ ਹੋਈਆਂ ਸਿੱਖਾਂ ਆ, ਉਹ ਸਲਾਈਆਂ ਆ, ਉਹ ਸਲਾਈਆਂ ਮੇਰੇ ਨੇਤਰਾਂ ਚ ਪਾ ਦਿਓ। ਤੁਸੀਂ ਜੋ ਤੁਹਾਨੂੰ ਹੁਕਮ ਕਰ ਦਿਓ। ਵਾਹਿਗੁਰੂ। ਇਸੇ ਪ੍ਰਕਾਰ ਹੀ ਉਹਨਾਂ ਨੇ ਉਹ ਸਲਾਈਆਂ ਤੱਕੀਆਂ ਕਰਕੇ ਲਾਲ ਸੁਰਖ ਜਦੋਂ ਹੋ ਗਈਆਂ, ਉਹਨਾਂ ਨੇ ਸਿਰ ਨੀਵਾਂ ਕੀਤਾ ਜਾਂ ਇਸ਼ਾਰਾ ਦਿੱਤਾ ਤੇ ਉਹਨਾਂ ਨੇ ਅੱਖਾਂ ਦੇ ਵਿੱਚ ਮਾਰੀਆਂ। ਅੱਖਾਂ ਦੇ ਵਿੱਚ ਮਾਰਦੇ ਕੋਈ ਸ਼ਾਂ ਸ਼ਾਂ ਦੀ ਆਵਾਜ਼ ਆਈ ਤੇ ਉਸੇ ਪ੍ਰਕਾਰ ਧੱਕਾ ਮਾਰ ਕੇ ਪਹਾੜੀ ਤੋਂ ਥੱਲੇ ਛੁੱਟਦਾ। ਵਾਹਿਗੁਰੂ ਵਾਹਿਗੁਰੂ। ਜਦੋਂ ਥੱਲੇ ਆਏ ਡਿੱਗੇ ਉੱਠੇ, ਫੁੱਲਾਂ ਵਾਂਗੂ ਆਏ, ਡਿੱਗੇ ਉੱਠੇ, ਦੇਖਿਆ ਕਿ ਨੇਤਰਾਂ ਦੇ ਵਿੱਚੋਂ 2 ਮੋਤੀ ਡਿੱਗੇ ਥੱਲੇ। ਤਾਂ ਉਸ ਤੋਂ ਬਾਅਦ ਅੱਖਾਂ ਖੋਲ ਕੇ ਦੇਖੀਆਂ, ਅੱਖਾਂ ਬਿਲਕੁਲ ਨੰਬਰ 9 ਸੀ, ਕੁਛ ਵੀ ਨਹੀਂ ਹੋਇਆ ਸੀ। ਤੇ ਮਨ ਵਿੱਚ ਆਇਆ ਇਹਨੂੰ ਵਜ਼ੀਰ ਖਾਨ ਨੂੰ ਜਾ ਕੇ ਦੱਸਾਂ, ਜਾਂ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਂ ਕੀ ਕਮੀਆਂ। ਇਹਨੂੰ ਜਾ ਕੇ ਦੱਸਾਂ, ਜਾਮ ਹੋਏ ਗੁਰੂ ਵੱਲ ਧਨੇ ਕਿਆ ਗਰਭ ਦੀਜੈ,
ਜਾਮ ਹੋਏ ਗੁਰੂ ਵੱਲ ਤੇ ਲੱਖ ਬਾਹੇ ਕਿਆ ਕੀਤੀ। ਵਾਹਿ ਵਾਹਿ ਤੂੰ ਕਹਿਣ ਲੱਗੇ ਹੁਣ ਇਹਨੂੰ ਕੀ ਦੱਸਣਾ, ਗੁਰੂ ਕੋਲ ਚੱਲਦੇ ਆ ਮਹਾਰਾਜ ਕੋ, ਹੁਣ ਸਦਾ ਉਹਨਾਂ ਕੋਲ ਹੀ ਰਹਿਣਾ। ਜਦੋਂ ਅਨੰਦਪੁਰ ਸਾਹਿਬ ਮੁੜ ਆਏ ਤੇ ਮਹਾਰਾਜ ਨੇ ਪਹਿਰਾ ਲਾਇਆ ਹੋਇਆ ਸੀ, ਕਹਿਣ ਲੱਗੇ ਦਸਮ ਪਾਤਸ਼ਾਹ ਦੇ ਦਰਸ਼ਨ ਕਰਨੇ ਗੁਰੂ ਗੋਬਿੰਦ ਸਿੰਘ ਜੀ। ਕਹਿੰਦੇ ਨਹੀਂ ਕਰ ਸਕਦੇ, ਮਹਾਰਾਜ ਨੇ ਸਾਨੂੰ ਵਰਜਿਤ ਕੀਤਾ, ਕਿਸੇ ਨੂੰ ਅੰਦਰ ਨਹੀਂ ਆਉਣ ਦੇਣਾ। ਕਹਿੰਦੇ ਕਾਰਨ, ਕਹਿੰਦੇ ਪੈਰਾਂ ਤੇ ਮਹਾਰਾਜ ਸਾਹਿਬ ਜੀ ਦੇ ਕੋਈ ਇਸ ਪ੍ਰਕਾਰ ਦੀ ਚੋਟ ਆਈ ਆ ਤੇ ਪੱਟੀਆਂ ਕੀਤੀਆਂ ਹੋਈਆਂ ਮਹਾਰਾਜ ਸਾਹਿਬ ਦੇ ਚਰਨਾਂ ਤੇ ਦਾਤਾ ਜੀ ਨੇ ਆਗਿਆ ਨਹੀਂ ਦਿੱਤੀ ਕਿ ਕੋਈ ਦਰਸ਼ਨ ਨਾ ਕਰੇ। ਜੀ 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 ਜੀ। ਉਹ ਕਹਿੰਦੇ ਜੀ ਮੈਂ ਤਾਂ ਹਜੇ ਕੱਲ ਗਿਆ, ਹਜੇ ਠੀਕ ਸੀ ਬਿਲਕੁਲ। ਕਹਿੰਦੇ ਜੀ ਪਤਾ ਨਹੀਂ ਅਚਾਨਚੱਕ ਹੀ ਹੋਇਆ। ਤੇ ਜਦੋਂ ਆਵਾਜ਼ ਸੁਣੀ ਮਹਾਰਾਜ ਕਹਿੰਦੇ ਸਿੱਖ ਨੂੰ, ਕਹਿੰਦੇ ਦਰਬਾਰੀ ਜਿਹੜਾ ਪਹਿਰੇ ਤੇ ਸੀ, ਮਹਾਰਾਜ ਕਹਿੰਦੇ ਸਿੰਘਾ ਆਉਣ ਦੇ ਇਹਨੂੰ ਅੰਦਰ ਜੀ। ਉਹ ਜਦੋਂ ਅੰਦਰ ਚਲ ਗਿਆ, ਤੰਬੂ ਚ ਪ੍ਰਵੇਸ਼ ਕਰ ਗਿਆ ਤਾਂ ਮੱਥਾ ਟੇਕ ਕੇ ਕਹਿਣ ਲੱਗੇ ਦਾਤਾ ਜੀ ਮੈਂ ਤਾਂ ਕੱਲ ਗਿਆ, ਬਿਲਕੁਲ ਠੀਕ ਸੀ, ਤੁਹਾਡੇ ਚਰਨਾਂ ਤੇ ਕੀ ਹੋਇਆ? ਮਹਾਰਾਜ ਕਹਿੰਦੇ ਕਮਾਲ ਦੀ ਗੱਲ ਆ ਭਾਈ, ਆਪੇ ਹੀ ਤੂੰ ਸਭ ਕੁਝ ਕਰਦਾ ਹੈ, ਸਾਨੂੰ ਮੁੜ ਕੇ ਆਪੇ ਪੁੱਛਦਾ ਹੈ। ਕਹਿਣ ਲੱਗਾ ਮਹਾਰਾਜ ਮੈਂ ਕੀ ਕੀਤਾ? ਮਹਾਰਾਜ ਕਹਿੰਦੇ ਤੂੰ ਕੁਛ ਨਹੀਂ ਕੀਤਾ, ਤੂੰ ਤਾਂ ਉੱਥੇ ਧਿਆਨ ਨਹੀਂ ਸੀ ਧਰਿਆ ਸਾਡੇ ਚਰਨਾਂ ਦਾ, ਤੂੰ ਧਿਆਨ ਧਰਿਆ ਸੀ ਮਹਾਰਾਜ ਮੇਰੀ ਰੱਖਿਆ ਕਰੋ, ਤੂੰ ਸਾਡੇ ਚਰਨਾਂ ਦਾ ਧਿਆਨ ਧਰਿਆ ਸੀ, ਅਸੀਂ ਆਪਣੇ ਦੋਵੇਂ ਚਰਨ ਤੇਰੇ ਨੇਤਰਾਂ ਦੇ ਮੋਹਰੇ ਕਰ ਦਿੱਤੇ ਸੀ। ਵਾਹਿਗੁਰੂ ਵਾਹਿ। ਕਿਉਂਕਿ ਅਨਕ ਰੂਪ ਜਿਹੜਾ ਨਾ ਪ੍ਰਮਾਤਮਾ ਖਿਨ ਮਾਹੇ ਧਾਰਦਾ, ਉਹ ਇੱਕ ਖਿਨ ਵਿੱਚ ਹੀ ਅਨੇਕਾਂ ਰੂਪ ਪ੍ਰਮਾਤਮਾ ਧਾਰਦਾ ਆ। ਉਹ ਚੱਕਰ ਚਿਹਨ ਔਰ ਬਰਨ ਜਾਤ ਆ। ਬਿਲਕੁਲ 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 ਜੀ। ਵਾਹਿਗੁਰੂ। ਉਹ ਹੈ ਹਜੂਰ ਤਬ ਦੂਰ ਬਤਾਓ। ਵਾਹਿਗੁਰੂ। ਉਹ ਸੁੰਦਰ ਬੰਦੋ ਦੁੰਦਰ ਬੰਦੋ ਸੁੰਦਰ ਪਾਓ। ਵਾਹਿਗੁਰੂ ਵਾਹਿ ਜੀ। ਉਸ ਵੇਲੇ ਅਸੀਂ ਆਪਣੇ ਚਰਨ ਕਰ ਦਿੱਤੇ ਸੀ ਮੋਹਰੇ, ਤੇ ਉਹਨੇ ਦੋਵੇਂ ਮਹਾਰਾਜ ਸਾਹਿਬ ਦੇ ਚਰਨ ਫੜ ਲਏ ਔਰ ਰੋ ਰੋ ਕੇ ਹਜੂਰ ਦੇ ਚਰਨ ਧੋਤੇ। ਮਹਾਰਾਜ ਕਹਿੰਦੇ ਨੇ ਭਾਈ ਖੋਲ ਦਿਓ ਪੱਟੀਆਂ, ਬਸ ਹੁਣ ਵਿਰਾਗ ਦਾ ਜਿਹੜੀ ਦਵਾਈ ਹੈ ਸਾਡੇ ਚਰਨਾਂ ਤੇ ਪੈ ਗਈ ਹੈ, ਪ੍ਰੇਮ ਤੇ ਵਿਰਾਗ ਦੀ ਦਵਾਈ। ਕੁਛ ਨਹੀਂ ਹੋਇਆ ਇਹਨਾਂ ਨੂੰ, ਕੀ ਹੋਇਆ? ਖੋਲ ਦਿਓ ਬਸ, ਠੀਕ ਹੋ ਗਏ ਨੇ। ਦਾਤਾ ਸਤਿਗੁਰੂ ਏਡੀ ਪਰਉਪਕਾਰੀ। ਮਾਰੇ ਕਹਿੰਦੇ ਹਾਂ ਭਾਈ, ਜਿਹੜਾ ਸਾਡੀ ਸ਼ਰਨ ਆ ਜਾਂਦਾ ਅਸੀਂ ਉਹਨੂੰ ਕੰਠ ਲਾ ਲੈਂਦੇ, ਉਹਦੀ ਅਸੀਂ ਰੱਖਿਆ ਕਰਦੇ ਹਾਂ। ਇਸ ਕਰਕੇ ਇਹ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਆ। ਨਿਸ਼ਾਨ ਸਾਹਿਬ ਅੱਜ ਵੀ ਇਸ ਗੱਲ ਦਾ ਪ੍ਰਤੀਤ ਆ, ਜਿਹੜਾ ਗੁਰੂ ਦੀ ਸ਼ਰਨ ਆਵੇਗਾ ਗੁਰੂ ਨੂੰ ਕੰਠ ਲਾਵੇਗਾ। ਬਿਲਕੁਲ ਬਿਲਕੁਲ ਜੀ। ਤਕਰੀਬਨ ਹੁਣ ਜੀ ਹਾਂਜੀ ਆਪਣਾ ਵਾਧੀ ਹੋ ਗਿਆ ਅੱਜ ਤੇ ਹਾਂਜੀ। ਕੰਠ ਲਾਇਆ ਉਗਣ ਸਭ ਮੇਟੇ, ਦਿਆਲ ਪੁਰਖ ਬਖਸ਼ਣ। ਵਾਹਿਗੁਰੂ ਵਾਹਿ। ਬਿਲਕੁਲ ਜੀ। ਇਸ ਕਰਕੇ ਸਾਨੂੰ ਕਿਸੇ ਸ਼ੰਕਾ ਵਿੱਚ, ਕਿਸੇ ਪ੍ਰਕਾਰ ਦੀ ਵੀ ਜਿਹੜੀ ਦਚੁੱਚੀ ਆ ਉਹਦੇ ਵਿੱਚ ਨਹੀਂ ਪੈਣਾ ਚਾਹੀਦਾ। ਸਗੋਂ ਸ਼ਰਧਾ ਭਾਵਨਾ ਨਾਲ ਕਿ ਜਿੱਥੇ ਨਿਸ਼ਾਨ ਸਾਹਿਬ ਜੀ ਨੂੰ ਮੱਥਾ ਟੇਕਦੇ ਆ ਉੱਥੇ ਪਰਿਕਰਮਾ ਕਰਦੇ ਆ, ਫਖਰ ਤੇ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਹੈ। ਇਹ ਸਾਡੇ ਗੁਰੂ ਵੱਲੋਂ ਤੇ ਸ਼ਹੀਦਾਂ ਵੱਲੋਂ ਝੁਲਦੇ ਹੋਏ ਨਿਸ਼ਾਨ ਸਾਹਿਬ ਇਸ ਗੱਲ ਦੀ ਗਵਾਹੀ ਹੀ ਦੇ ਰਹੇ ਆ ਕਿ ਖਾਲਸਾ ਪੰਥ ਇੱਕ ਵੱਖਰਾ ਖਾਲਸਾ ਫੌਜ ਹੈ, ਅਕਾਲ ਪੁਰਖ ਦੀ ਫੌਜ ਹੈ। ਖਾਲਸਾ ਅਕਾਲ ਪੁਰਖ ਦੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਵਾਹਿਗੁਰੂ। ਬਿਲਕੁਲ ਬਿਲਕੁਲ। ਇਹ ਪਰਮਾਤਮਾ ਇਹ ਉਹ ਨਿਰੰਕਾਰ ਦਾ ਘਰ ਆ, ਉਹ ਅਕਾਲ ਪੁਰਖ ਦਾ ਘਰ ਆ। ਕਿਸੇ ਪ੍ਰਕਾਰ ਦੀ ਵੀ ਸ਼ੰਕਾ ਤੇ ਸਾਨੂੰ ਦੂਰੀ ਭਾਵ ਲੈ ਕੇ ਨਹੀਂ ਜਾਣਾ ਚਾਹੀਦਾ, ਬਲਕਿ ਸ਼ਰਧਾ ਤੇ ਭਾਵਨਾ ਨਾਲ ਸਾਨੂੰ ਇਹਦੇ ਨਾਲ ਮੱਥਾ ਟੇਕਿਆ ਅਸੀਂ ਬ੍ਰਾਹਮਣ ਨਹੀਂ ਬਣ ਜਾਂਦੇ, ਕਿਉਂਕਿ ਇਹ ਸਾਡਾ ਨਿਸ਼ਾਨ ਆ। ਸਾਨੂੰ ਕਿਸੇ ਬ੍ਰਾਹਮਣ ਨੇ ਨਹੀਂ ਦਿੱਤਾ, ਸਾਨੂੰ ਗੁਰੂ ਦੇ 4 ਸਾਹਿਬਜ਼ਾਦਿਆਂ ਦੀਆਂ ਆਂਦਰਾਂ ਪਈਆਂ ਨੇ, ਬਾਬਾ ਫਤਿਹ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੀਆਂ। ਹਜੂਰ ਦੇ ਭੂਆ ਦੇ ਪੁੱਤਰ ਗੰਗੂ ਸ਼ਾਹ ਹੁਣੀ, ਭਾਈ ਦਾਇਆ ਸਿੰਘ ਜੀ ਦੇ ਨਾਲ ਪਿਆਰਿਆਂ ਦੀਆਂ, ਔਰ ਹੋਰ ਅਨੇਕਾਂ ਸਿੰਘਾਂ ਦੀਆਂ। ਕਿ ਖੂਨ ਡੁੱਲ ਕੇ ਮਿੱਝ ਡੁੱਲ ਕੇ ਸਾਨੂੰ ਨਿਸ਼ਾਨ ਸਾਹਿਬ ਜਿਹੜਾ ਉਹਦਾ ਫਰਲਾ ਮਿਲਿਆ, ਇਸ ਕਰਕੇ ਇਹਨੂੰ ਮੱਥਾ ਟੇਕਿਆ ਅਸੀਂ ਬ੍ਰਾਹਮਣ ਨਹੀਂ ਬਣਦੇ। ਬਿਲਕੁਲ ਬਿਲਕੁਲ ਬਿਲਕੁਲ। ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ। ਦਾਤਾ ਸਤਿਗੁਰੂ ਕਿਰਪਾ ਕਰਨ, ਆਪਾਂ ਜਿਤਨਾ ਵੀ ਹੋ ਸਕਿਆ, ਜਿਤਨੇ ਕੁ ਸਰੋਤ ਮੇਰੇ ਕੋਲੇ ਸੀਗੇ ਉਹ ਮੈਂ ਆਪ ਜੀ ਨਾਲ ਸਾਂਝੇ ਕੀਤੇ। ਆਏ ਨਹੀਂ ਕਿ ਇੱਥੇ ਮੁਕੰਮਲ ਹੋ ਗਿਆ, ਬਹੁਤ ਸਾਰੇ ਸਰੋਤ ਜਿਹੜੇ ਹੋਰ ਵੀ ਜਿਹੜੇ ਮਤਲਬ ਵਿਚਾਰਨ ਤੋਂ ਬਾਕੀ ਰਹਿ ਸਕਦੇ ਆ, ਕਿਉਂਕਿ ਆਪ ਆਪਣੀ ਬੁੱਧ ਹੈ ਜੀ। ਤੁਸੀਂ ਤਿਆਰੀ ਕੀਤੀ ਸਾਰੀ। ਹਾਂਜੀ। ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਜਿਤਨੇ ਕਿ ਮੈਨੂੰ ਪਤਾ ਸੀ ਮੈਂ ਆਪ ਜੀ ਦੇ ਸਨਮੁਖ ਰੱਖ ਦਿੱਤੇ। ਵਾਹਿਗੁਰੂ। ਬਹੁਤ ਬਹੁਤ ਧੰਨਵਾਦ ਆ ਗਿਆਨੀ ਜੀ। ਬਸ ਕਿਉਂਕਿ ਸੰਪੂਰਨ ਕੋਈ ਵੀ ਆਪਾਂ ਉਸ ਦਿਨ ਕਿਹਾ ਸੀਗਾ, ਸਰੋਤੇ ਵਿਦਵਾਨ ਆ ਵਿੱਚ, ਗੁਰਮੁਖਿਆ ਬਾਣੀ ਪੜ੍ਹਨ ਵਾਲੇ ਆ, ਗਿਆਨੀ ਸਿੰਘ ਸਾਰੇ ਸੁਣਦੇ ਆ। ਮੈਂ ਬਹੁਤ ਨਿਮਰਤਾ ਦੇ ਨਾਲ ਉਹਨਾਂ ਦੇ ਚਰਨਾਂ ਤੇ ਆਪਣਾ ਸੀਸ ਰੱਖ ਕੇ ਕਹੂੰਗਾ ਕਿ ਸੰਪੂਰਨਤਾ ਗੁਰੂ ਨਾਨਕ ਦੇ ਘਰ ਦੀ ਕਹੀ ਹੀ ਨਹੀਂ ਜਾ ਸਕਦੀ। ਜੀ ਜੀ ਜੀ। ਨਾ ਕੋਈ ਕਹਿ ਸਕਦਾ ਆ। ਇਹ ਸੀ ਕਿ ਸਮੁੰਦਰ ਆ,
जितना कि मैं तारी मार लेना, चुप्पी मार लिया, उतना मैं आनंद ले लेना। जितनी लंबी तुसी मारोगे तुसी आनंद ले लोगे। आकाश विच पंछी उड़ के अडारी मार के आकाश का आनंद ते ले सकता है, ਉਹਦੀ लंबाई ਉਹਦੀ ਉਚਾਈ ਉਹਨੂੰ नहीं नाप सकता। बिल्कुल जी बिल्कुल। इसे प्रकार ही गुरु नानक का घर का इतिहास आ, इसे प्रकार गुरु नानक के घर की बाणी आ। ਇਹਦੇ ਵਿੱਚ ਗੁਰੁੰਦ ਹੋ ਕੇ ਗੁਰੂ का सिख आनंद प्राप्त कर सकता, जीवन मुक्ति प्राप्त कर सकता है, पर किसी भी प्रकार सतगुरु साहब जी के घर का अंत नहीं पा सकता ते ना ही कोई पा सके अज तक। बिल्कुल बिल्कुल ज्ञानी जी, बिल्कुल। तो बहुत धन्यवाद आप जी का, सारिਆਂ ਦਾ। सतगुरु आप जी ਨੂੰ ਚੜ੍ਹਦੀ ਕਲਾ ਰੱਖੇ, ਭੁੱਲਾਂ ਦੀ ਖਿਮਾ ਤੇ ਆਪ ਜੀ ਲੱਗੇ ਹੋਏ ਪ੍ਰਚਾਰ ਦੇ ਮਿਸ਼ਨ 'ਚ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਆਪ ਜੀ ਨੂੰ ਬਲ, ਬੁੱਧ, ਵਿਵੇਕ, ਰੋਸ਼ਨ ਦਿਮਾਗ, ਇਸੇ ਪ੍ਰਕਾਰ ਦਾ ਜੀ ਆਪਦੇ ਘਰ ਦਾ ਪਿਆਰ ਬਖਸ਼ਣ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਬਸ ਇੰਨੇ ਪਿਆਰ ਵਾਲੇ ਬਚਨ ਸੁਣ ਕੇ ਮੈਂ ਤਾਂ ਸਪੀਚਲੈਸ ਹੋ ਜਾਂਦਾ ਹਾਂ। ਬਸ ਇੱਕ ਬੇਨਤੀ ਜ਼ਰੂਰ ਕਰਾਂਗਾ ਮੇਰੇ ਸਤਿਕਾਰਯੋਗ ਵੀਰ ਮਹਿੰਦਰ ਸਿੰਘ ਖਾਲਸਾ ਜੀ ਨੂੰ। ਵੀਰ ਜੀ, ਪਹਿਲੇ ਨੰਬਰ 'ਤੇ ਮੈਂ ਦਿਲ ਤੋਂ ਗਹਿਰਾਈਆਂ ਦਾ ਆਪ ਜੀ ਦਾ ਸਤਿਕਾਰ ਕਰਦਾ ਹਾਂ। ਮੇਰੇ ਦਿਲ ਦੇ ਵਿੱਚ ਕੋਈ ਵੀ ਐਸੀ ਭਾਵਨਾ ਨਹੀਂ ਆ ਕਿ ਮੈਂ ਦੂਸਰੇ ਭਾਵਨਾ ਵਾਲੇ ਸਿੱਖ ਦਾ ਕੋਈ ਅਪਮਾਨ ਕਰਾਂ, ਪਰ ਮੈਂ ਆਪ ਜੀ ਦੇ ਨਾਲ ਇੱਕ ਬਚਨ ਸਾਂਝੇ ਕਰਦਾ ਜੋ ਮੈਨੂੰ ਕਿਸੇ ਗੁਰਮੁਖ ਪਿਆਰੇ ਨੇ ਦ੍ਰਿੜ ਕਰਵਾਈ ਸੀ। ਤੁਸੀਂ ਕਿਹਾ ਵੀ 30 ਸਾਲ ਬਾਅਦ ਤੁਸੀਂ ਜੋ ਮਹਿਸੂਸ ਕਰ ਰਹੇ ਹੋ ਨਾ ਖਾਲਸਾ ਜੀ, ਚੜ੍ਹਾਈ ਚੜ੍ਹਨ ਦੇ ਲਈ ਨਾ ਉਮਰਾਂ ਲੱਗ ਜਾਂਦੀਆਂ ਅਤੇ ਫਿਰ ਕਿਤੇ ਜਾ ਕੇ ਚੜ੍ਹਿਆ ਜਾਂਦਾ। ਕਿਤੇ ਚੜ੍ਹਾਈ ਤੋਂ ਥੋੜ੍ਹੇ ਜਿਹੇ ਫਿਸਲ ਜਾਈਏ ਨਾ, ਫਿਰ ਤਿਲਕਣ ਵਾਲਾ ਨਹੀਂ ਜਾਣਦਾ ਕਿੱਥੇ ਰੁਕਿਆ ਜਾਣਾ। ਫਿਰ ਤਾਂ ਵਾਹਿਗੁਰੂ ਆ ਜੇ ਬਾਹੋਂ ਫੜ ਕੇ ਰੋਕ ਲਵੇ, ਨਹੀਂ ਤਾਂ ਕੈਸੇ ਖੱਡ 'ਚ ਜਾ ਕੇ ਡਿੱਗ ਜਾਣਾ ਪਤਾ ਨਹੀਂ ਲੱਗਦਾ। ਸੋ ਮੇਰੀ ਤੁਹਾਨੂੰ ਇੱਕ ਬੇਨਤੀ ਹੈ, ਚਾਹੇ ਤੁਹਾਡੇ ਮਨ ਦੇ ਕਿੰਨੇ ਵੀ ਸਵਾਲ ਨੇ, ਜਿਨ੍ਹਾਂ ਨੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਹਾਂ ਉਹਨਾਂ ਦੇ ਸ਼ਬਦ ਦੀ ਵਿਚਾਰ ਕਰਕੇ ਸੰਗਤਾਂ ਦੀ ਝੋਲੀ 'ਚ ਪਾਈ ਹੈ ਨਾ, ਜਦੋਂ ਉਹਨਾਂ ਵਿੱਚੋਂ ਕਿਸੇ ਨੂੰ ਵੀ ਪੜ੍ਹੋਗੇ, ਕਿਸੇ ਦੇ ਕੋਲੋਂ ਵੀ ਗਿਆਨ ਮੰਗੋਗੇ, ਤੁਹਾਨੂੰ ਇੱਕੋ ਜਿਹੀ ਗੱਲ ਦੱਸਣਗੇ। ਹਾਂ, ਇਹ ਹੋ ਸਕਦਾ ਆ ਕੋਈ ਇੱਧਰ ਦੀ ਗੱਲ ਘੁਮਾ ਕੇ ਕਰ ਦੇਵੇ, ਕੋਈ ਇੱਧਰ ਦੀ, ਕਿਉਂਕਿ ਆਪਣੇ ਆਪਣੇ ਜੀਵਨ ਦੇ ਤਜਰਬੇ ਹੋਰ ਹੁੰਦੇ ਨੇ, ਪਰ ਤੁਹਾਨੂੰ ਗੱਲ ਇੱਕ ਹੀ ਦੱਸਣਗੇ। ਗੁਰੂ ਘਰ ਨਾਲ ਪਿਆਰ ਇੱਕੋ ਜਿਹਾ ਤੁਹਾਡਾ ਬਣਾਉਣਗੇ। ਪਰ ਜਦੋਂ ਤੁਸੀਂ ਜਾ ਕੇ ਉਹਨਾਂ ਦੇ ਕੋਲ ਫੋਟੋਆਂ ਖਿਚਾ ਕੇ ਨੈੱਟ 'ਤੇ ਪਾ ਕੇ ਕਹੋਗੇ ਕਿ ਮੈਨੂੰ ਕੋਈ ਵਡਿਆਈ ਮਿਲ ਜੂਗੀ, ਜਿਨ੍ਹਾਂ ਨੇ ਇਹ ਗੱਲ ਕਹਿ ਦਿੱਤੀ ਗੁਰੂ ਤਾਂ ਜਰੀਆ ਹੈ, ਜਿਨ੍ਹਾਂ ਕੋਲ 20 ਮਿੰਟ ਦੀ ਗੁਰਬਾਣੀ ਦੀ ਵਿਚਾਰ ਨਹੀਂ ਦਿੱਤੀ ਗਈ 20 ਸਾਲ ਦੇ ਵਿੱਚ, ਜਦੋਂ ਉਹਨਾਂ ਕੋਲ ਜਾਓਗੇ ਫਿਰ ਤਿਲਕੋਗੇ, ਫਿਰ ਮਨ ਦੇ ਸਵਾਲ ਸਤਾਉਣਗੇ। ਆਓ ਮੈਂ ਤੁਹਾਡੇ ਨਾਲ 2 ਬਚਨ ਸਾਂਝੇ ਕਰ ਲੈਣਾ, ਫਿਰ ਮੈਂ ਭਾਈ ਕਸ਼ਮੀਰ ਸਿੰਘ ਜੀ ਹੁਣਾਂ ਨਾਲ 2 ਮਿੰਟ ਲਾਉਣੇ ਨੇ, ਪਰ ਪਹਿਲਾਂ ਆਪ ਜੀ ਦੇ ਨਾਲ ਬਚਨ ਸਾਂਝੇ ਕਰ ਲੈਣਾ। ਵਾਹਿਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਕਰਨ। ਇੱਕ ਤਰੀਕੇ ਨਾਲ ਗੁਰੂ ਘਰ ਜਾਇਓ, ਉੱਥੇ ਕਿਉਂ ਜਿਹੜਾ ਮੈਂ ਅੰਮ੍ਰਿਤ ਛਕਿਆ ਇਹ ਗਲਤ ਛਕ ਲਿਆ, ਜਿਹੜਾ ਗਾਤਰਾ ਕਿਰਪਾਨਾਂ ਪਾਲੀਆਂ ਮੈਨੂੰ ਬਾਹਮਣ ਤੋਂ ਮਿਲ ਗਈਆਂ। ਫਿਰ ਇਹ ਦਿਲ ਦੇ ਵਿੱਚ ਸੋਚ ਬਣਾਇਓ ਬਈ ਜਿਹੜਾ ਮੇਰਾ ਗੁਰੂ ਹੈ ਉਹ ਜਰੀਆ ਹੈ ਜਿਹਦੇ ਕੋਲ ਮੈਂ ਜਾ ਰਿਹਾ। ਗੁਰੂ ਮੇਰਾ ਗਿਆਨ ਹੈ। ਰਾਹ ਦੇ ਵਿੱਚ 36 ਗਿਆਨ ਵਾਲੇ ਮਿਲਣਗੇ, ਹਰ ਕਿਸੇ ਦੇ ਅੱਗੇ ਝੁਕਣਾ ਪਵੇਗਾ। ਫਿਰ ਕਿਉਂ ਕੁਦਰਤੀ ਰੱਬ ਹੈ, ਉਸ ਕੁਦਰਤ ਨੂੰ ਰੱਬ ਗਿਣਿਓ ਜਿਹਨੇ ਇੱਕ ਦਿਨ ਨਾਸ਼ ਹੋ ਜਾਣਾ, ਜਿਹੜੀ ਨਾਸ਼ਵਾਨ ਹੈ। ਉਸ ਤੋਂ ਬਾਅਦ ਕਿਹੋ ਕਿ ਗੁਰੂ ਸਾਡਾ ਆਮ ਸੀ, ਗੁਰੂ ਖਾਸ ਨਹੀਂ ਸੀ। ਫਿਰ ਗੁਰੂ ਸਾਹਿਬ ਜੀ ਦੇ ਅੱਗੇ ਜਾਇਓ ਅਤੇ ਜਾ ਕੇ ਮੈਨੂੰ ਦੱਸਿਓ ਕਿਹੜਾ ਆਨੰਦ ਲੈ ਕੇ ਗਏ। ਆਓ ਇੱਕ ਤਰੀਕਾ ਮੈਂ ਤੁਹਾਨੂੰ ਪੁਜਾਰੀਆਂ ਵਾਲਾ ਦੱਸਦਾ ਜੋ ਮੇਰੇ ਕੋਲ ਹੈ, ਵਾਹਿਗੁਰੂ ਦੀ ਕਿਰਪਾ ਹੈ। ਪਹਿਲੋਂ ਕਿਹੋ ਕਿ ਮੇਰਾ ਗੁਰੂ ਕੌਣ ਆ, ਮੇਰਾ ਗੁਰੂ ਆਪ ਨਿਰੰਕਾਰ ਆ। ਫਿਰ ਕਿਹੋ ਕਿ ਜਿਹੜੇ ਗਾਤਰੇ ਕਿਰਪਾਨਾਂ ਨੇ ਕਿਵੇਂ ਮਿਲੇ ਨੇ। ਫਿਰ ਕਿਹੋ ਕਿ ਪਹਿਲੋਂ ਸਿਰ ਵੱਢੇ, ਫਿਰ ਸੁਰਜੀਤ ਕੀ, ਸਾਡੇ ਜਿਹੜੇ ਜਾਤ ਪਾਤ ਦੇ ਜਿਹੜੇ ਬੰਦਿਸ਼ਾਂ ਸੀ ਉਹਨਾਂ ਨੂੰ ਗੁਰੂ ਨੇ ਕੱਟ ਦਿੱਤਾ, ਕੱਟ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੁਰਜੀਤ ਕੀਤਾ। ਫਿਰ ਇੱਕ ਗੱਲ ਕਿਹੋ ਕਿ ਜਿਹੜੇ ਇਤਿਹਾਸ ਦੇ ਲਾਲ ਲਕੀਰ ਫੇਰਦੇ ਨੂੰ ਛੱਡ ਕੇ ਇੱਕ ਗੱਲ ਕਿਹੋ ਕਿ ਇਤਿਹਾਸ ਮੈਨੂੰ ਦੱਸਦਾ ਹੈ 4 ਮੋਏ ਤੋਂ ਕਿਆ ਮੋਏ ਮੇਰੇ ਜੀਵਤ ਕਈ ਹਜ਼ਾਰ, ਉਹਨਾਂ 4 ਦੇ ਵਿੱਚੋਂ ਸਤਿਗੁਰਾਂ ਨੇ ਮੈਨੂੰ ਸ੍ਰੇਸ਼ਟ ਚੁਣ ਲਿਆ, 4 ਸੁਰਜੀਤ ਕਰ ਦਿੱਤਾ। ਉਸ ਤੋਂ ਬਾਅਦ ਕਿਹੋ ਕਿ ਇਹ ਨਿਸ਼ਾਨ ਉਹ ਹੈ ਜੋ ਕਾਇਨਾਤ ਦੇ ਵਿੱਚ ਝੂਲ ਝੂਲ ਕੇ ਮੈਨੂੰ ਇਸ ਭਟਕੇ ਹੋਏ ਕੁੱਤੇ ਨੂੰ ਦਰ ਦਿਖਾ ਰਿਹਾ ਕਿ ਆਹ ਦਰ ਹੈ, ਇੱਥੇ ਆਣ ਕੇ ਚੌਕ, ਇੱਥੇ ਲੋਕ ਪਰਲੋਕ ਦੋਨੇ ਸੁਹੇਲੇ ਹੁੰਦੇ ਨੇ। ਫਿਰ ਜੋ ਆਨੰਦ ਬਣੇਗਾ ਮੇਰੇ ਵੀਰ ਪ੍ਰੈਕਟੀਕਲ ਕਰਕੇ ਜ਼ਰੂਰ ਦੇਖੇ। ਮੇਰੇ ਤੇਰੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਬੇਨਤੀ ਹੈ, ਮੈਂ ਤੈਨੂੰ ਜੱਜ ਬਣਾ ਰਿਹਾ ਮੇਰੇ ਵੀਰ ਆਪਣੇ ਰੇਡੂਏ ਦੇ ਉੱਤੇ। 2 ਤਰੀਕੇ ਨਾਲ ਗੁਰੂ ਘਰ ਜਾਵੀਂ, ਜੋ ਤੂੰ ਕਹਿ ਦੇਂਗਾ ਮੈਂ ਸੰਗਤ ਦੇ ਵਿੱਚ ਵਾਅਦਾ ਕਰਦਾ ਮੈਂ 7 ਕਰ ਜਾਣ ਲੂੰਗਾ, ਜਾ ਕੇ ਦੇਖੀ। ਜਿਨ੍ਹਾਂ ਨੇ ਗੁਰੂ ਦੀ ਗੱਲ ਪੂਰੀ ਕਰਕੇ ਸੁਣਾਈ,
ਜਿੰਨਾ ਗੁਰੂ ਸਾਹਿਬ ਜੀ ਨੇ, ਕਿਉਂਕਿ ਪੂਰੀ ਤਰ੍ਹਾਂ ਕੱਥਿਆ ਤੇ ਜਾ ਨਹੀਂ ਸਕਦਾ, ਪਰ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਨਾ ਮੇਰੇ ਵੀਰ, ਉਹ ਭਾਵੇਂ 10 ਵਿਦਵਾਨ ਹੋਣ ਤੇ ਭਾਵੇਂ 200 ਵਿਦਵਾਨ ਹੋ ਜਾਣ, ਜੋੜਨਗੇ ਲਿਆ ਕੇ ਗੁਰੂ ਘਰ ਦੇ ਨਾਲ, ਜੋੜਨਗੇ ਜਾ ਕੇ ਗੁਰੂ ਇਤਿਹਾਸ ਦੇ ਨਾਲ। ਤੇ ਜਿਨ੍ਹਾਂ ਨੇ ਕੱਲੀ ਕੱਲੀ ਪੰਕਤੀ ਕੱਢੀ, ਉਹ ਸਿੱਖਾਂ ਤੈਨੂੰ ਤੋੜਦੇ ਹੀ ਜਾਣਗੇ। ਕਦੀ ਅੰਮ੍ਰਿਤ ਨੂੰ ਤੋੜਤਾ, ਨਿਸ਼ਾਨ ਸਾਹਿਬਾਂ ਨੂੰ ਤੋੜ ਦਿੱਤਾ, ਗਾਤਰੇ ਕਿਰਪਾਨਾਂ ਤੋਂ ਤੋੜਤਾ, ਕੇਸ ਦਾੜਿਆਂ ਤੋਂ ਤੋੜ ਦਿੱਤਾ, ਅਖੀਰ ਕਰਦੇ ਕਰਾਉਂਦੇ 10ਮ ਗ੍ਰੰਥ ਸਾਹਿਬ ਤੋਂ ਘੁੰਮਦੇ ਘੁਮਾਉਂਦੇ ਐਂਡ ਤੇ ਆ ਕੇ ਗੁਰੂ ਨਾਲੋਂ ਵੀ ਤੋੜ ਦਿੱਤਾ, ਕਹਿ ਦਿੱਤਾ ਗੁਰੂ ਜਰੀਆ ਆ। ਹੁਣ ਮੇਰੇ ਵੀਰ, ਕਿੱਥੇ ਰੁਕਣਾ ਆ ਕਿੱਥੇ ਨਹੀਂ, ਇਹ ਤੁਹਾਡੀ ਮਰਜ਼ੀ ਹੈ। ਮੈਂ ਕੇਵਲ ਤੇ ਕੇਵਲ ਗੁਰੂ ਨਾਨਕ ਦੇ ਦਰ ਦਾ ਕੁੱਤਾ ਹੋਣ ਦੇ ਨਾਤੇ ਸਿਰਫ ਭੌਂਕ ਸਕਦਾ ਹਾਂ। ਸੋ ਮੈਨੂੰ ਤੁਸੀਂ ਜੋ ਵੀ ਕਹਿਣਾ ਚਾਹੋ ਕਹਿ ਸਕਦੇ ਹੋ, ਪਰ ਮੇਰੇ ਲਈ ਤੁਸੀਂ ਸਤਿਕਾਰਯੋਗ ਹੋ ਅਤੇ ਮੈਂ ਤੁਹਾਨੂੰ ਜੱਜ ਦੀ ਉਪਾਧੀ ਦੇ ਕੇ ਕਹਿ ਰਿਹਾ। 2 ਪ੍ਰੈਕਟੀਕਲ ਕਰਨ ਤੋਂ ਬਾਅਦ ਸੰਗਤ 'ਚ ਰੱਖ ਦਿਓ ਕਿਹੋ ਜਿਹੀ ਭਾਵਨਾ ਬਣੀ ਹੈ ਮੇਰੇ ਵੀਰ। ਫਿਰ ਉਹਨਾਂ ਦੇ ਕੋਲ ਜਦੋਂ ਜਾ ਕੇ ਫੋਟੋਆਂ ਖਿਚਾਉਂਦੇ ਆ ਨਾ, ਜਿਹੜੇ ਰੱਬ ਨੂੰ ਜਰੀਆ ਦੱਸਦੇ ਨੇ, ਜਿਹੜੇ ਗੁਰੂ ਨੂੰ ਜਰੀਆ ਦੱਸਦੇ ਨੇ, ਉਦੋਂ ਫਿਰ ਥੋੜ੍ਹਾ ਜਿਹਾ ਸੋਚਿਆ ਕਰੋ। ਬਸ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ 'ਚ, ਮੇਰੇ ਵੱਡੇ ਵੀਰ ਹੋ ਮਹਿੰਦਰ ਸਿੰਘ ਜੀ। ਜੇ ਗੁਰੂ ਗ੍ਰੰਥ ਸਾਹਿਬ ਜੀ ਤੁਹਾਡਾ ਰੱਬ ਨੇ, ਅਤੇ ਫਿਰ ਉਸ ਰੱਬ ਨੂੰ ਜਰੀਆ ਕਹਿਣ ਵਾਲੇ ਨੂੰ ਕਿੱਦਾਂ ਬਰਦਾਸ਼ਤ ਕਰ ਲੈਂਦੇ ਹੋ? ਥੋੜ੍ਹਾ ਤਾਂ ਸੋਚਣਾ ਪਵੇਗਾ ਨਾ। ਸ਼ੰਕੇ ਵੀ ਕਰੀ ਜਾਣੇ ਅਤੇ ਗੁਰੂ ਨੂੰ ਕਹਿਣਾ ਪ੍ਰਾਪਤੀ ਵੀ ਕਰਵਾ ਦੇ, ਇਹ ਕੰਮ ਕਦੇ ਨਹੀਂ ਹੋ ਸਕਦੇ। ਸਤਿਗੁਰਾਂ ਦੇ ਬਚਨ ਸੁਣੋ, ਸਤਿਗੁਰੂ ਨੇ ਕੀ ਆਪਾਂ ਨੂੰ ਬਚਨ ਕੀਤੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਾਰੀਆਂ ਜਿੰਨੀਆਂ ਵੀ ਮੇਰੇ ਕੋਲ ਪਾਵਰਾਂ ਨੇ ਸਭ ਆਪਣੇ ਖਾਲਸੇ ਨੂੰ ਦੇ ਦਿੱਤੀਆਂ। ਇੱਕ ਜਗ੍ਹਾ 'ਤੇ ਜਾ ਕੇ ਖਾਲਸੇ ਨੂੰ ਕਿਹਾ ਸੀ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਜੇ ਗਹੇ ਵਿਪਰਨ ਕੀ ਰੀਤ। ਜਦੋਂ ਗੁਰੂ 'ਤੇ ਸ਼ੰਕੇ ਕਰ ਲਏ, ਮੈਂ ਨਾ ਕਰੂੰ ਇਨਕੀ ਪ੍ਰਤੀਤ, ਅਤੇ ਜਦੋਂ ਗੁਰੂ ਨੇ ਪ੍ਰਤੀਤ ਹੀ ਨਾ ਕੀਤੀ ਮਹਿੰਦਰ ਸਿੰਘ ਜੀ ਸੌਰੀ, ਫਿਰ ਕੀ ਭਾਲਦੇ ਹੋ? ਕਿਹੜਾ ਆਨੰਦ ਮਿਲੇਗਾ? ਜੇ ਬਾਣੀ ਨੂੰ ਪੜ੍ਹੋਗੇ ਤਾਂ ਜੂਨਾਂ ਵੀ ਤੁਹਾਨੂੰ ਪਤਾ ਲੱਗ ਜਾਣਗੀਆਂ, ਫਿਰ ਭਗਤ ਕਬੀਰ ਜੀ ਦੀ ਬਾਣੀ ਵੀ ਚੰਗੀ ਲੱਗੇਗੀ। ਅਤੇ ਜਦੋਂ ਜਾ ਕੇ ਉਹਨਾਂ ਨੂੰ ਸੁਣੋਗੇ ਜਿਨ੍ਹਾਂ ਨੇ 20 ਸਾਲ ਦੇ ਵਿੱਚ ਕੀਤਾ ਹੀ ਕੁਝ ਨਹੀਂ ਅਤੇ ਕਹਿ ਤਾ ਗੁਰੂ ਜਰੀਆ ਹੈ, ਜਿਹੜੇ ਅੱਧੀ ਪੰਗਤੀ ਪੜ੍ਹ ਕੇ ਕਹਿ ਦਿੰਦੇ ਨੇ, ਅਤੇ ਫਿਰ ਉਹਨਾਂ ਕੀ ਕਰੋਗੇ? ਫਿਰ ਤਾਂ ਕੁਝ ਵੀ ਪੱਲੇ ਨਹੀਂ ਪਵੇਗਾ। ਸੋ ਮੇਰੀ ਇੰਨੀ ਕੁ ਬੇਨਤੀ, ਅੱਜ ਪ੍ਰੋਗਰਾਮ ਪਹਿਲਾਂ ਬਹੁਤ ਲੰਬਾ ਹੋ ਚੁੱਕਾ, ਅਤੇ ਆਪਾਂ ਭਾਈ ਸਾਹਿਬ ਜੀ ਦੇ ਨਾਲ 2 ਮਿੰਟ ਦੀ ਸਾਂਝ ਪਾਉਣ ਤੋਂ ਬਾਅਦ ਆਪਾਂ ਜਿਹੜੀ ਹੈ ਪ੍ਰੋਗਰਾਮ ਦੀ ਸਮਾਪਤੀ ਕਰ ਦੇਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਈ ਸਾਹਿਬ ਜੀ, ਮੈਂ ਕਿਹਾ 2 ਮਿੰਟ ਦੀ ਹਾਜ਼ਰੀ ਆਪ ਜੀ ਦੀ ਵੀ ਭਰਾ ਲਈਏ। ਖਿਮਾ ਚਾਹੁੰਦਾ, ਬਿਜ਼ੀ ਤਾਂ ਨਹੀਂ ਸੀ? ਨਹੀਂ ਬਿਜ਼ੀ ਨਹੀਂ ਸੀਗਾ ਜੀ, ਮੈਂ ਸਮਾਂ ਤੇ ਵੇਟ ਕਰਦਾ ਸੀ ਵੀ ਮਤਲਬ ਬਹੁਤ ਹੀ ਧੰਨਵਾਦ ਆਪ ਜੀ ਦਾ, ਜੋ ਇਤਨੇ ਭਾਵਨੀ ਵਾਲੇ ਬਚਨ ਜਿਹੜੇ ਨੇ ਗੁਰਮੁਖ ਰੂਹਾਂ ਹੀ ਅੰਡਰਸਟੈਂਡ ਕਰ ਸਕਦੀਆਂ ਹੈ। ਦਾਸ ਨੇ ਪਹਿਲਾਂ ਬੇਨਤੀ ਕੀਤੀ, ਪ੍ਰੋਗਰਾਮ ਹੀ ਗੁਰਸਿੱਖਾਂ ਦੇ ਲਈ ਜੀ, ਜਿਹੜਾ ਨਿੰਦਕ ਵਾਲੀ ਉਹ ਕੱਲ੍ਹ ਦਾ ਕਰਾਂਗੇ, ਕੱਲ੍ਹ ਨੂੰ ਟ੍ਰੇਨਾਂ ਤੋਰਾਂਗੇ ਜੀ। ਹਾਂਜੀ, ਜਿੰਨੇ ਭਾਵਨੀ ਦੇ ਨਾਲ ਗਿਆਨੀ ਸਰਜੀਤ ਸਿੰਘ ਹੋਣਾ ਨੇ ਬਚਨ ਸਾਂਝੇ ਕੀਤੇ ਨੇ, ਜਿੰਨੀ ਭਾਵਨੀ ਦੇ ਨਾਲ ਹੁਣ ਆਪ ਜੀ ਨੇ ਵਿਚਾਰਾਂ ਕੀਤੀਆਂ, ਮਤਲਬ ਜਿੱਦਾਂ ਰੂਹ ਖੁਸ਼ ਹੋ ਗਈ। ਹਾਂਜੀ, ਸੁਣ ਕੇ ਵਾਹਿਗੁਰੂ ਗੁਰੂ ਸਾਹਿਬ ਕਿਰਪਾ ਕਰਨ। ਜਿਹੜੇ ਉਹਨਾਂ ਨੇ ਬਚਨ 10ਵੇਂ ਪਾਤਸ਼ਾਹ ਵਾਲੇ ਸੁਣਾਏ ਨੇ, ਤੇ ਦੇਖੋ ਮਤਲਬ ਗਿਆਨੀ ਜੀ ਨੇ ਬਹੁਤ ਵਧੀਆ ਗੱਲ ਕਹੀ ਕਿ ਕੋਈ ਵੀ ਚੀਜ਼ ਜਿਹੜੀ ਆ ਨਾ, ਕੋਈ ਸੰਪੂਰਨ ਨਹੀਂ ਹੁੰਦੀ। ਬਿਲਕੁਲ। ਜਿਸ ਤਰ੍ਹਾਂ ਵੀ ਆਪਾਂ ਕਿਸੇ ਚੀਜ਼ ਤੇ ਵਿਚਾਰ ਕਰਦੀ, ਆਪਾਂ ਇਹ ਨਹੀਂ ਕਹਿ ਸਕਦੇ ਕਿ ਇਸ ਤੋਂ ਪਰੇ ਕੁਛ ਨਹੀਂ ਹੈਗਾ। ਹਾਂਜੀ ਜੀ, ਜਿਵੇਂ ਗੁਰਬਾਣੀ ਦੀ ਤੋਂ ਪੰਕਤੀ ਆਉਂਦੀ ਨੇ ਕਿ ਮੰਨੇ ਕੀ ਕਤ ਕਹੀ ਨਾ ਜਾਏ। ਹਾਂਜੀ, ਬਿਲਕੁਲ। ਜੇ ਕੋ ਕਹੇ ਪਿੱਛੇ ਪਛਤਾਏ, ਉਹ ਕਹਿ ਤਾਂ ਦਊਗਾ, ਪਰ ਜਿਹੜੀ ਇੱਕ ਜਿਹਨੇ ਮਹਾਰਾਜ ਦੀ ਬਾਣੀ ਮੰਨ ਲਈ, ਜਿਹਨੇ ਨਾਮ ਜਪਣਾ ਸ਼ੁਰੂ ਕਰ ਦਿੱਤਾ, ਉਹਦੀ ਮਹਿਮਾ ਕਹੀ ਨਹੀਂ ਜਾ ਸਕਦੀ। ਜੇ ਕੋਈ ਕਹਿ ਵੀ ਦਊਗਾ ਨਾ, ਤੇ ਬਾਅਦ ਚ ਕਹੂਗਾ ਯਾਰ ਛੋਟੀ ਗੱਲ ਕਹਿਤੀ, ਮੈਂ ਥੋੜਾ ਕਹਿਤਾ, ਵੀ ਬਹੁਤ ਪਰੇ ਦੀ ਗੱਲ ਆ, ਕਥਾ ਤੋਂ ਪਰੇ ਹੈ ਜੀ। ਹਾਂਜੀ, ਕਥਨਾ ਨਾਨਕ ਕਥਨਾ ਕਰੜਾ ਸਰਸੋ, ਜਿਹੜੇ ਮਹਾਰਾਜ ਦੇ ਦਰ ਦੇ ਨਿਸ਼ਾਨ ਨੇ, ਜਿਹੜੀ ਮਹਾਰਾਜ ਦੇ ਦਰ ਦੀ ਇੱਕ ਇੱਕ ਚੀਜ਼ ਹੈ, ਮਹਾਰਾਜ ਦੇ ਦਰ ਦੇ ਕਿਣਕੇ ਵੀ ਜਿਹੜੇ ਬਾਹਰ ਪਏ ਨੇ ਨਾ, ਜਿੱਥੇ ਸੰਗਤ ਆਪਣੇ ਜੋੜੇ ਝਾੜਦੀ ਹੈ, ਉਹ ਬੇਸ਼ਕੀਮਤੀ ਹੀਰਿਆਂ ਨਾਲੋਂ ਵੀ ਵੱਧ ਕੀਮਤੀ ਨੇ। ਜੀ ਜੀ ਜੀ। ਤੇ ਨਿਸ਼ਾਨ ਸਾਹਿਬ ਦਾ ਦੇਖੋ, ਮੈਂ ਇੱਕ ਗੱਲ ਕਹਿਣੀ ਚਾਹਾਂਗਾ ਕਿ ਅੱਜ ਕੱਲ੍ਹ ਨਾ ਆਪਣੇ ਨਿਰਮਲਿਆ ਤੇ ਉਦਾਸੀ ਗੁਰਮੁਖ ਪਿਆਰਿਆਂ ਦੇ ਉੱਤੇ ਬਹੁਤ ਲੋਕੀ ਉਂਗਲ ਚੱਕਦੇ ਨੇ ਜੀ। ਕਦੇ ਟਾਈਮ ਸੀਗਾ ਵੀ ਜਿਹੜੇ ਅਕਾਲ ਤਖਤ ਸਾਹਿਬ ਨਿਸ਼ਾਨ, ਜਿਹੜੇ 2 ਨਿਸ਼ਾਨ ਲੱਗੇ ਸੀਗੇ ਨਾ, ਇਹਨਾਂ ਨੂੰ ਆਮ ਜਿੱਦਾਂ ਉਸ ਵਕਤ ਤਾਂ ਲੋਹੇ ਦੇ ਪਾਇਪ ਜਾਂ ਕਹਿ ਲਓ ਵੀ ਨਹੀਂ ਲੱਗਦੇ ਸੀਗੇ, ਸੋਲਿਡ ਜਾਨੀ ਕਿ ਨਾ ਬਣਦੇ ਨਹੀਂ ਸੀ ਉਸ ਵੇਲੇ। ਜੀ ਜੀ। ਇਨਵੈਂਟ ਨਹੀਂ ਹੋਈ ਸੀ, ਕਾਰਡ ਨਹੀਂ ਹੋਈ ਸੀ ਗੱਡੀ, ਤੇ ਉਦੋਂ ਛੋਟੇ ਲਾਉਂਦੇ ਹੁੰਦੇ ਸੀਗੇ ਨਿਸ਼ਾਨ ਸਾਹਿਬ, ਤੇ ਉਹ ਮੀਂਹ ਹਨੇਰੀ ਨਾਲ ਉੜ ਜਾਂਦੇ ਹੁੰਦੇ ਸੀ ਜੀ। ਇਹਨਾਂ ਉਦਾਸੀਆਂ ਨਿਰਮਲਿਆਂ ਨੇ ਹਨਾ, ਉੱਥੋਂ ਨੇਪਾਲ ਦੇ ਜੰਗਲਾਂ ਦੇ ਵਿੱਚੋਂ 90 ਫੁੱਟ ਦੇ 100 ਫੁੱਟ ਦੇ ਸਿੱਧੇ ਦਰਖਤ ਜਿਹੜੇ ਉੱਥੇ ਹੁੰਦੇ ਸਪੈਸ਼ਲ ਨੇਪਾਲ 'ਚ ਜੀ, ਉਹਨਾਂ ਨੂੰ ਉਹਨਾਂ ਦਾ ਜੋ ਉਹਨਾਂ ਦੀ ਦੇਣ ਹੈ ਕੌਮ ਨੂੰ, ਮਤਲਬ ਕਿਸੇ ਆਪਾਂ ਵਿਸ਼ਾ ਰੱਖਾਂਗੇ ਉਹਨਾਂ ਦੇ ਉੱਤੇ ਵਿਚਾਰ ਦੇ ਵਾਸਤੇ, ਟੌਪਿਕ ਰੱਖਾਂਗੇ ਪੂਰਾ ਘੰਟੇ ਦਾ। ਜੀ ਜੀ। ਉਹਨਾਂ ਨੇ ਨਿਸ਼ਾਨ ਸਾਹਿਬ ਉੱਥੋਂ ਦਰਖਤ ਪੱਟ ਕੇ ਲਿਆਂਦੇ, ਸਣੇ ਜੜ੍ਹਾਂ, ਪਹਿਲਾਂ ਉਹਨਾਂ ਨੂੰ ਪੋਲਾ ਕੀਤਾ, ਜੜ੍ਹਾਂ ਦਰਖਤ ਦੀਆਂ ਪਾਣੀ ਪਾ ਕੇ ਜੀ, ਉਹਨਾਂ ਨੂੰ ਪੋਲਿਆ ਕਰਕੇ ਜੜ੍ਹਾਂ ਸਣੇ ਵੱਡੇ, ਔਰ ਦੱਸਦੇ ਨੇ ਕਿ ਉਹਨਾਂ ਨੂੰ ਜਦੋਂ ਉਹ ਮੋਢਿਆਂ ਤੇ ਰੱਖ ਕੇ ਉਹ ਨੇਪਾਲ ਤੋਂ ਲੈ ਕੇ ਤਾਂ ਦਰਬਾਰ ਸਾਹਿਬ ਲੈ ਕੇ ਆਏ ਸੀਗੇ।
ਵਾਹਿਗੁਰੂ ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਦੀ ਗੱਲਬਾਤ ਹੈ ਜੀ। ਵਾਹਿਗੁਰੂ ਵਾਹਿਗੁਰੂ। ਔਰ ਹਰ ਰੋਜ਼ ਉਹਨਾਂ ਦੋਹਾਂ ਜਿਹੜੇ ਦਰਖਤ ਸੀਗੇ ਦੋਹਾਂ ਨੂੰ ਜੜ੍ਹਾਂ ਸਾਡੇ ਮੋਢਿਆਂ ਤੇ ਲੱਦ ਕੇ ਲਿਆਂਦਾ ਉਹਨਾਂ ਨੇ। ਉਸ ਵੇਲੇ ਮਤਲਬ ਹੁਣ ਕਿੰਤੂ ਪਰੰਤੂ ਆਪਾਂ ਬਹੁਤ ਕਰਦੇ ਹਾਂ, ਹਰ ਇੱਕ ਚੀਜ਼ ਤੇ ਕਰੀ ਜਾਂਦੇ ਆ ਵੀ ਬ੍ਰਾਹਮਣਵਾਦ, ਉਹ ਵੀ ਬ੍ਰਾਹਮਣਵਾਦ, ਆ ਫਲਾਣਾ ਟਮਕਾਣਾ। ਹੁਣ 500 ਨਾਗੇ ਸਾਧੂ ਨੇ ਸੇਵਾ ਕੀਤੀ ਜਿਸ ਵਕਤ ਦਰਬਾਰ ਸਾਹਿਬ ਦੇ ਵਿੱਚ ਜਲ ਲੈ ਕੇ ਆਉਣਾ ਸੀਗਾ, ਪਾਣੀ ਜਦੋਂ ਮੁੱਕ ਜਾਂਦਾ ਸੀ। ਜੀ 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 500 ਨਾਗੇ ਸਾਧੂਆਂ ਨੂੰ ਅੱਜ ਸਾਨੂੰ ਹਰ ਧਰਮ ਤੋਂ ਘਿਰਣਾ ਹੁੰਦੀ ਆ। ਹਰ ਲੋਕਾਂ ਨੂੰ ਅਸੀਂ ਹਿੰਦੂਵਾਦ, ਬ੍ਰਾਹਮਣਵਾਦ, ਫਲਾਣਾਵਾਦ ਕਰਕੇ ਨਫ਼ਰਤ ਪੈਦਾ ਕਰੀ ਜਾ ਰਹੇ ਹਾਂ ਜੀ। ਸੋ ਜਿਹੜੇ ਉਹ ਗੁਰਮੁਖ ਪਿਆਰਿਆਂ ਨੇ ਜਪਜੀ ਸਾਹਿਬ ਦੀ ਬਾਣੀ ਉਹਨਾਂ ਨੂੰ ਰੋਜ਼ ਸੁਣਾਉਣੀ, ਉਹਨਾਂ ਦਰਖਤਾਂ ਨੂੰ ਸੁਣਾਉਣੀ, ਉਹਨਾਂ ਨੂੰ ਇਸ਼ਨਾਨ ਕਰਾਉਣਾ, ਜਪਜੀ ਸਾਹਿਬ ਦੀ ਬਾਣੀ ਪੜ੍ਹਨੀ। ਔਰ ਦੇਖ ਲਓ ਕਿੰਨਾ ਟਾਈਮ ਲੱਗੂਗਾ ਉਹਨਾਂ ਨੂੰ ਨੇਪਾਲ ਤੋਂ ਤੁਰ ਕੇ ਉਹਨਾਂ ਦਰਖਤਾਂ ਨੂੰ ਸਣੇ ਜੜ੍ਹਾਂ ਦੇ ਲਿਆ ਕੇ ਉਹਨਾਂ ਨੇ ਇੱਥੇ ਕੱਢਿਆ ਸੀ। ਵਾਹਿਗੁਰੂ ਵਾਹਿਗੁਰੂ। ਤਾਂ ਜੋ ਜਿਹੜਾ ਆ ਵੀ ਉਹ ਰੋਜ਼ ਹਵਾ ਹਨੇਰੀ ਦੇ ਨਾਲ ਜਾਂ ਕੋਈ ਹਮਲਾ ਕਰੇ ਤਾਂ ਉਹ ਟੁੱਟ ਨਾ ਜਾਣ, ਉੱਡ ਨਾ ਜਾਣ। ਹਾਂਜੀ, ਕਿੱਡੀ ਗੱਲ ਹੈ ਜੀ। ਤੇ ਦੇਖੋ ਮਤਲਬ ਅੱਜ ਕੀ ਸਾਡੇ 'ਚ ਇਹ ਗੱਲ ਹੈ, ਅੱਜ ਸਾਡੇ ਸਿੱਖ ਗਾਤਰੇ ਕਿਰਪਾਨਾਂ ਪਾਈਆਂ। ਮੈਂ ਇੱਕ ਦੇਖਦਾ ਦਿੱਲੀ ਦਾ ਇੱਕ ਬੰਦਾ ਦਾੜੀ ਦੀ ਬੰਦਾ, ਉਹ ਬੜਾ ਲੱਗਾ ਜੀ ਇਹ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣ ਦਾ ਕੀ ਹੋ ਜੂਗਾ, ਗੁਰੂ ਦਾ ਅੰਦਰ ਆ। ਮਾਈ ਗੋਡ, ਇਹਨਾਂ ਲੋਕਾਂ ਨੂੰ ਕੋਈ ਅਹਿਮੀਅਤ ਪਤਾ ਨਹੀਂ। ਸਿੱਖ ਲੋਕ ਨੇ ਇਹ। ਮੈਂ ਗੱਲ ਕਰਦਾ ਉਦਾਸੀ ਨਿਰਮਲਿਆਂ ਦੀ। ਹਾਂਜੀ, ਬਲਕ ਬੁਖਾਰੇ ਤੱਕ ਉਹਨਾਂ ਨੇ ਪ੍ਰਚਾਰ ਕੀਤਾ ਜੀ ਆਪਣਾ। ਜਿਹੜੇ ਸਿਰਾਂ ਤੇ ਪੱਗਾਂ ਵੀ ਬੰਨੀਆਂ, ਦਾੜੀਆਂ ਰੱਖੀਆਂ, ਸ੍ਰੀ ਸਾਹਿਬਾਂ ਪਾਈਆਂ, ਉਹ ਲੋਕ ਅੱਜ ਪ੍ਰਚਾਰ ਕਰਦੇ ਨਿਸ਼ਾਨ ਸਾਹਿਬ ਨਾਲ ਕੀ ਹੋ ਜੂਗਾ। ਮੈਂ ਇੱਕ ਬਚਨ ਸਿਰਫ ਕੀਮਤੀ ਰੱਖਣਾ ਚਾਹੁੰਦਾ। ਆਪ ਜੀ ਨੇ ਸੁਣਿਆ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਬਾਰੇ। ਜੀ ਜੀ ਬਿਲਕੁਲ ਜੀ। ਉਹਨਾਂ ਦੇ ਇੱਕ ਸੰਗੀਏ ਗੱਲ ਮੇਰੀ ਜਿਹੜਾ ਵੀ ਕੋਈ ਸਰੋਤਾ ਸੁਣਦਾ ਧਿਆਨ ਨਾਲ ਸੁਣ ਲੈਣੇ। ਮੈਂ ਜਿਹਨਾਂ ਨੂੰ ਇਹ ਗੱਲ ਦੱਸੀ ਹੈ ਤੇ ਉਹਨਾਂ ਦੇ ਹੱਥਾਂ ਤੇ ਸਰੋਂ ਕੀ ਆ ਇਹ। ਮਤਲਬ ਉਹਨਾਂ ਨੇ ਜਿਹੜੀ ਗੱਲ ਨਹੀਂ ਹੋ ਸਕਦੀ ਸੀ ਉਹਨਾਂ ਦੇ ਸਾਹਮਣੇ ਇਹ ਗੱਲਾਂ, ਮਤਲਬ ਮੈਂ ਉਦਾਹਰਨਾਂ ਵੀ ਦੇ ਸਕਦਾ ਜੇ ਕਹੋ ਤਾਂ, ਪਰ ਚਲੋ ਸਮਾਂ ਆਪਣੇ ਹਾਂਜੀ। ਸੋ ਮੈਂ ਦੱਸਦਾ ਕਿ ਉਹਨਾਂ ਦੇ ਬਾਬਾ ਹਰਨਾਮ ਸਿੰਘ ਜੀ ਹੁਣਾਂ ਦੇ ਸੰਗੀ ਸਨ ਇੱਕ ਗੁਰਮੁਖ ਪਿਆਰੇ। ਉਹਨਾਂ ਨੂੰ 10ਵੇਂ ਪਾਤਸ਼ਾਹ ਦੇ ਮਤਲਬ ਜੇ ਮਹਾਰਾਜ ਦੇ ਦਰਸ਼ਨ ਦਿਦਾਰੇ ਹੁੰਦੇ ਸੀ। ਜੀ ਜੀ ਜੀ। ਉਹਨਾਂ ਮਹਾਂਪੁਰਖਾਂ ਨੇ 10ਵੇਂ ਪਾਤਸ਼ਾਹ ਨੂੰ ਪੁੱਛਿਆ ਵੀ ਮਹਾਰਾਜ ਵੀ ਨਿਸ਼ਾਨ ਸਾਹਿਬ ਮੱਥਾ ਟੇਕਣਾ ਚਾਹੀਦਾ ਕਦੀ। ਉਦਾਂ ਉਹਨਾਂ ਨੇ ਸੁਤੇ ਸਿੱਧ ਪੁੱਛਿਆ ਵੀ ਸੰਗਤ ਯਾਨੀ ਕਿ ਕਈ ਟੇਕਦੇ ਕਿ ਨਹੀਂ ਟੇਕਦੇ, ਵੀ ਮਹਾਰਾਜ ਇਹਦੇ ਬਾਰੇ ਦੱਸੋ ਥੋੜਾ ਜਿਹਾ ਜੀ। ਚੱਕਿਓ ਆ ਦੇਖਿਓ ਆ ਚੱਲ ਪਿਆ ਜੀ, ਚੱਲ ਪਿਆ। ਚਲੋ ਠੀਕ। ਹਾਂਜੀ ਰੱਖੋ ਬਚਨ। ਨਹੀਂ ਬੱਬੇ ਹੁਣਾਂ ਦਾ ਫੋਨ ਕੱਟਿਆ ਗਿਆ। ਵਾਹਿਗੁਰੂ ਬਾਬਾ ਜੀ ਚੱਲ ਰਿਹਾ ਜੀ ਪ੍ਰੋਗਰਾਮ। ਹਾਂਜੀ ਉਹ ਪਹਿਲਾਂ ਨੈਟ ਕੱਟਿਆ ਗਿਆ ਸੀਗਾ ਜੀ। ਹਾਂਜੀ, ਮੈਂ ਕੀਮਤੀ ਬਚਨ ਹੀ ਸਾਂਝਾ ਕਰਨਾ ਸੀ ਨਾ। ਸੰਤ ਬਾਬਾ ਹਰਨਾਮ ਸਿੰਘ ਜੀ ਹੁਣਾਂ ਦੇ ਸੰਗੀ ਸਨ ਗੁਰਮੁਖ ਪਿਆਰੇ, ਤੇ ਉਹਨਾਂ ਤੇ ਬੜੀ ਮਹਾਰਾਜ ਦੀ ਕਿਰਪਾ ਸੀਗੀ ਜੀ। ਉਹਨਾਂ ਨੇ 10ਵੇਂ ਪਾਤਸ਼ਾਹ ਨੂੰ ਬਚਨ ਪੁੱਛਿਆ ਸੀਗਾ ਵੀ ਮਹਾਰਾਜ ਨਿਸ਼ਾਨ ਸਾਹਿਬ ਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਜੀ। ਤਾਂ 10ਵੇਂ ਪਾਤਸ਼ਾਹ ਦੇ ਬਚਨ ਸੀਗੇ ਉਹ ਕੋਈ ਵੀ ਗੁਰੂ ਦਾ ਪਿਆਰਾ ਇਹ ਬਚਨ ਆਪਣਾ ਮਤਲਬ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਦੇਖ ਲਵੇ ਤਾਂ ਬੇਅੰਤ ਬਖਸ਼ਿਸ਼ਾਂ ਹੋ ਜਾਣਗੀਆਂ। 10ਵੇਂ ਪਾਤਸ਼ਾਹ ਕਹਿੰਦੇ ਭਾਈ ਵੀ ਪੁਰਾਤਨ ਸਮਿਆਂ ਦੇ ਵਿੱਚ ਨਾ ਜਿੰਨੇ ਗੁਰੂ ਦੇ ਸਿੰਘ ਜਿਹੜੇ ਗੁਰੂ ਦੇ ਪਿਆਰੇ ਸੀਗੇ ਉਹ ਸਾਰੇ ਹੀ ਮਤਲਬ ਨਿਸ਼ਾਨ ਸਾਹਿਬ ਦੀ ਪਰਿਕਰਮਾ ਕਰਦੇ ਹੁੰਦੇ ਸੀ। ਬਿਲਕੁਲ ਜੀ। ਮਹਾਰਾਜ ਕਹਿੰਦੇ ਵੀ ਹੁਣ ਇਹ ਰੁਝਾਨ ਘਟਦਾ ਜਾ ਰਿਹਾ, ਪਰ ਕਹਿੰਦੇ ਵੀ ਜੇ ਕਿਸੇ ਨੇ ਕੋਈ ਦਾਤ ਲੈਣੀ ਆ ਤੇ ਉਹਦੇ ਕਰਮਾਂ 'ਚ ਉਹ ਨਹੀਂ ਦਾਤ ਨਹੀਂ ਜੀ। ਹਾਂਜੀ, ਕਹਿੰਦੇ ਨਿਸ਼ਾਨ ਸਾਹਿਬ ਦੀ ਪਰਿਕਰਮਾ ਕਰਕੇ ਸਾਡੇ ਕੋਲ ਜੋ ਮਰਜ਼ੀ ਮੰਗ ਲਿਆ। ਤੇ ਜੇ ਕੋਈ ਗੁਰੂ ਦਾ ਪਿਆਰਾ ਜਿਹੜਾ ਭਾਰਤੀ ਵਾਲਾ ਆ, ਕਿੰਤੂ ਪ੍ਰੰਤੂ ਵਾਲਿਆਂ ਦੀ ਗੱਲ ਨਹੀਂ ਮੈਂ ਕਰਦਾ, ਜਿਨ੍ਹਾਂ ਨੂੰ ਲੱਗਦਾ ਕਿ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਇੱਕ ਬ੍ਰਾਹਮਣਵਾਦ ਆ। ਕਿਉਂਕਿ ਹਾਂ, ਜੇ ਕੋਈ ਸਿਰਫ ਨਿਸ਼ਾਨ ਸਾਹਿਬ ਨੂੰ ਪਰਿਕਰਮਾ ਕਰੇ, ਮੱਥਾ ਟੇਕੇ, ਉੱਥੇ ਦੌੜ ਜਾਵੇ, ਗੁਰੂ ਮਹਾਰਾਜ ਨੂੰ ਮੰਨੇ ਨਾ, ਉਹ ਗੱਲ ਵੱਖਰੀ ਆ। ਕੋਈ ਏਦਾਂ ਦਾ ਬੰਦਾ ਤਾਂ ਆਪਾਂ ਦੇਖਿਆ ਨਹੀਂ ਅੱਜ ਤੱਕ। ਹਾਂਜੀ ਬਾਬਾ ਜੀ ਗੱਲ ਤੇ ਇਹ ਆ ਨਾ ਵੀ ਜੇ ਨਿਸ਼ਾਨ ਸਾਹਿਬ ਜੀ ਨੂੰ ਜਾ ਕੇ ਜਿਹੜੇ ਨਿਸ਼ਾਨ ਦੇ ਥੱਲੇ ਏਡੇ ਇਤਿਹਾਸ ਸਿਰਜੇ ਗਏ ਨੇ, ਜਿਹੜਾ ਕਹਿ ਰਿਹਾ ਵੀ ਉਸ ਨਿਸ਼ਾਨ ਸਾਹਿਬ ਦੇ ਥੱਲੇ ਖੜੇ ਹੋ ਕੇ ਉਸ ਇਤਿਹਾਸ ਨੂੰ ਯਾਦ ਕਰੋ, ਗੁਰੂ ਨਾਲੋਂ ਉਹ ਤੋੜ ਰਿਹਾ ਜਾਂ ਜਿਹੜਾ ਉਹ ਕਹਿ ਰਿਹਾ ਪਿੱਠ ਦਿਖਾ ਕੇ ਨਿਕਲ ਜੀ ਉਹ ਤੋੜ ਰਿਹਾ। ਬਿਲਕੁਲ ਜੀ ਬਿਲਕੁਲ। ਦੂਸਰੀ ਮੇਰਾ ਤੇ ਬਿਲਕੁਲ ਸਾਫ਼ ਜਿਹਾ ਇੱਕ ਬਾਬਾ ਜੀ ਗੱਲ ਆ। ਦੇਖੋ ਚਲੋ ਬਾਕੀ ਜਿਹੜੀਆਂ ਗੱਲਾਂ ਤੇ ਕੋਈ ਮੰਨੇ ਚਾਹੇ ਕੋਈ ਨਾ ਮੰਨੇ, ਮੈਂ ਕੁਝ ਗੱਲਾਂ ਦੱਸ ਦੀਆਂ ਪ੍ਰਤਿਆਈਆਂ ਹੋਈਆਂ ਨੇ ਮੈਂ ਮੰਨਦਾ ਹਨਾ। ਜੇ ਨਹੀਂ ਮੰਨਦਾ ਮੇਰਾ ਉਹਦੇ ਨਾਲ ਕੋਈ ਝਗੜਾ ਨਹੀਂ ਹੈ ਵੀ ਤੂੰ ਕਿਉਂ ਨਹੀਂ ਮੰਨਦਾ। ਇੱਕ ਸਿੰਪਲ ਜੀ ਗੱਲ ਹੈ, ਵਿਦਵਾਨ ਕਿਹਨੂੰ ਮੰਨੋਗੇ? ਕਿਉਂਕਿ ਗੱਲ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਮੈਂ ਕਰ ਰਿਹਾ ਇਸ ਸਮੇਂ। ਜਿਨ੍ਹਾਂ ਨੇ ਸੰਪੂਰਨ ਗੁਰਬਾਣੀ ਦੇ ਅਰਥ ਕੀਤੇ ਉਹਨਾਂ ਨੇ ਕੀ ਮੰਨਿਆ, ਉਹਨਾਂ ਨੇ ਕੀ ਸਾਨੂੰ ਝੋਲੀ 'ਚ ਪਾਇਆ, ਤੇ ਜਿਨ੍ਹਾਂ ਨੇ ਕਿੰਤੂ ਪ੍ਰੰਤੂ ਕੀਤੇ ਉਹਨਾਂ ਨੇ ਕੀ ਪਾਇਆ। ਬਸ ਗੱਲ ਤੇ ਇੱਥੇ ਮੁੱਕ ਜਾਏਗੀ ਨਾ। ਨਾਲੇ ਬਿਲਕੁਲ ਆਪਾਂ ਰੋਜ਼ ਅਰਦਾਸ 'ਚ ਵੀ ਇਹ ਪੜ੍ਹਦੇ ਆ ਜੀ ਹਨਾ, ਸ਼ਾਮ ਝੋਟੇ ਬਿਲਕੁਲ ਜੀ ਵਾਹਿਗੁਰੂ। ਹੁਣ ਅੰਦਰ ਅਰਦਾਸ ਮਹਾਰਾਜ ਦੀ ਹਜ਼ੂਰੀ 'ਚ ਰੋਜ਼ ਕਰਦੇ ਆ। ਇਹ 'ਚੋਂ ਭੇਖੀ ਬਹੁਤ ਨੇ ਜਿਹੜੇ ਖੁਦ ਵੀ ਇਹ ਗੱਲ ਕਹਿੰਦੇ ਹੋਣਗੇ
ਹਾਂਜੀ। ਤੇ ਕਿੰਤੂ ਪਰੰਤੂ ਸਭ ਤੋਂ ਵੱਧ ਕਰਦੇ ਦੇਖੋ ਜੀ, ਇਹ ਬ੍ਰਾਹਮਣਵਾਦ ਹੈ ਜੀ। ਦੇਖੋ ਇਹ ਤਾਂ ਬਾਣੀ ਪੜ੍ਹਨੀ ਚਾਹੀਦੀ, ਚਲੋ ਉਹ ਤਾਂ ਇਹ ਤਾਂ ਕੋਈ ਜੇ ਕੋਈ ਲਾਵਾਂ ਲਵੇ ਬਾਹਰ ਨਿਸ਼ਾਨ ਸਾਹਿਬ ਦੇ ਕੋਲ ਜਾਂ ਉੱਥੇ ਮਤਲਬ ਬੈਠ ਕੇ ਪੂਜਾ ਕਰੀ ਚੱਲੇ ਹਰ ਵੇਲੇ, ਤਾਂ ਉਹ ਤਾਂ ਮੰਨ ਲਿਆ ਵੀ ਹਾਂ ਨਿਸ਼ਾਨ ਸਾਹਿਬ ਨੂੰ ਮੰਨਦਾ ਹੈ। ਪਰ ਜਿਹੜਾ ਅੰਦਰ ਗੁਰੂ ਮਹਾਰਾਜ ਦੀ ਸ਼ਰਨ ਚ ਆ ਰਿਹਾ, ਨਮਸਕਾਰ ਕਰਨ ਆ ਰਿਹਾ, ਜੇ ਉਹਨੇ ਨਿਸ਼ਾਨ ਸਾਹਿਬ ਦੀ ਪਰਿਕਰਮਾ ਕਰ ਲਈ ਤਾਂ ਲਾਈਕ ਉਹਦੇ ਵਿੱਚ ਜਦ ਆਪਾਂ ਨੂੰ ਨਾਲੇ ਪੂਰੀ ਨੌਲੇਜ ਹੀ ਹੈ ਨਹੀਂ, ਕਿਸੇ ਚੀਜ਼ ਦੀ ਅਹਿਮੀਅਤ ਤਾਂ ਨਹੀਂ ਪਤਾ। ਹਾਂਜੀ ਬਾਬਾ ਜੀ, ਮੈਂ ਤਾਂ ਹੀ ਬੇਨਤੀ ਕਰ ਰਿਹਾ ਸਾਰਿਆਂ ਸਿੱਖਾਂ ਨੂੰ ਵੀ ਇੱਕ ਦਿਨ ਸਿਰਫ ਜਿਹੜਾ ਹੈ ਨਾ ਉਹ ਪੁਜਾਰੀ ਬਣ ਕੇ ਗੁਰੂ ਘਰ ਜਾਓ, ਫਿਰ ਆਨੰਦ ਦੇਖਿਓ ਕੀ ਬਣਦਾ। ਹਾਂਜੀ, ਜੇ ਆਨੰਦ ਨਹੀਂ ਬਣਦਾ, ਮੈਂ ਤੁਹਾਡੇ ਚਰਨਾਂ 'ਚ ਬੈਠਾ ਆਣ ਕੇ, ਜੋ ਤੁਸੀਂ ਸਜ਼ਾ ਦੋਗੇ ਮੈਂ ਉਹਦਾ ਹੱਕਦਾਰ ਹੋਵਾਂਗਾ। ਪਰ ਇੱਕ ਦਿਨ ਜਾ ਕੇ ਦੇਖੋ ਬਾਬਾ ਜੀ, ਸਾਰਾ ਇਤਿਹਾਸ ਜਦੋਂ ਅੱਖਾਂ ਮੋਰਦੀ ਲੰਘਦਾ ਨਾ, ਬਿਨਾਂ ਸਿਰ ਤੋਂ ਲੜਨ ਵਾਲੇ ਸ਼ਹੀਦਾਂ ਦਾ ਜਦੋਂ ਯਾਦ ਅੱਖਾਂ ਮੋਰਦੀ ਲੰਘਦੀ ਆ, ਫਿਰ ਦਿਲ 'ਚ ਚਾਅ ਪੈਦਾ ਹੁੰਦਾ, ਉਹ ਗੁਰੂ ਕੈਸਾ ਹੋਵੇਗਾ ਜੋ ਬਿਨਾਂ ਸਿਰ ਤੋਂ ਲੜਾ ਗਿਆ। ਫਿਰ ਜਦੋਂ ਆਪਾਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹੋਏ ਗੁਰੂ ਦੇ ਕੋਲ ਜਾਂਦੇ ਹਾਂ ਨਾ, ਤੇ ਫਿਰ ਦੇਖੋ ਆਨੰਦ ਕੈਸਾ ਬਣੇਗਾ। ਗੱਲ ਤੇ ਆਨੰਦ ਦੀ ਹੈ, ਗੱਲ ਤੇ ਮਨ ਦੀ ਹੈ। ਦੇਖੋ ਜਿਹੜਾ ਮਹਾਰਾਜ ਦੀ ਬਾਣੀ ਨਾਲ ਜੁੜਿਆ ਜਾਂ ਮਹਾਰਾਜ ਦੇ ਇਤਿਹਾਸ ਨੂੰ ਮੰਨਦਾ, ਦੇਖੋ ਉਹਨਾਂ ਨੂੰ ਇਹ ਲੋਕ ਤੋੜ ਨਹੀਂ ਸਕਦੇ। ਬਿਲਕੁਲ। ਮੈਂ ਇੱਕ ਬਸ ਲਾਸਟ ਤੇ ਬਚਨ ਹੈ ਮੇਰਾ, ਮਤਲਬ ਗੱਲ ਦੱਸਣੀ ਬਸ ਇੱਕ, ਮੈਂ ਬਚਨ ਤਾਂ ਨਹੀਂ ਕਹਿ ਸਕਦੇ, ਮਨ ਦੇ ਵਿੱਚ ਬੰਦੇ ਦੇ ਕੀ ਕਹਿੰਦਾ, ਮੇਰੇ ਮਨ ਚ ਆ ਗਿਆ ਵੀ ਮੈਂ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਦਾ, ਬੜਾ ਮਤਲਬ ਆਪਣੇ ਆਪ ਦੇ ਵਿੱਚ ਅੰਦਰ ਚੌੜਾ ਜਿਹਾ ਹੋਣ ਲੱਗ ਪਿਆ ਮਨ, ਹੰਕਾਰ ਜਿਹਾ ਆ ਗਿਆ ਵੀ ਇਹ ਨਿਸ਼ਾਨ ਸਾਹਿਬ ਨੂੰ ਮੱਥਾ ਟੇਕੀਦਾ, ਲੋਕੀ ਨਹੀਂ ਟੇਕਦੇ। ਹਾਂਜੀ ਜੀ। ਤਾਂ ਮੈਂ ਤਕਰੀਬਨ 4-4:30 ਵਜੇ ਉੱਥੇ ਗੁਰਦੁਆਰਾ ਸਾਹਿਬ ਜਾਂਦਾ ਹੁੰਦਾ ਸੀ, 3:45 ਵਜੇ। ਤੇ ਮੈਂ ਜਦੋਂ ਜਾਣਾ ਨਾ ਉੱਥੇ ਮੈਂ ਦੇਖਣਾ ਵੀ ਉਹ ਗਿੱਲਾ ਆ ਉੱਥੋਂ ਸਾਰਾ ਹੀ ਉਹ ਜੀ। ਤੇ ਮੈਂ ਇੱਕ ਦਿਨ ਕੰਮ ਸਟਾਰਟ ਕਰਦਾ ਯਾਰ, ਤੇ ਮੈਂ ਟਰੱਕ ਉੱਥੇ ਖੜਾ ਕਰਤਾ ਬਾਹਰ ਹੀ ਗੁਰਦੁਆਰੇ, ਤਾਂ ਮੈਂ ਦੇਖਿਆ ਕਿ ਬੀਬੀ ਜੀ ਆਏ ਜੀ, ਉਹਨਾਂ ਦੇ ਕੋਲੇ ਵੱਡੀ ਮਤਲਬ 20 ਲੀਟਰ ਦੀ ਵੱਡੀ ਕੇਨੀ ਹੋਣੀ ਉਹਨਾਂ ਦੇ ਕੋਲੇ, ਤਾਂ ਉਹਨਾਂ ਨੇ ਆਪਣੀ ਵੈਨ ਦੀ ਪਿੱਛੋਂ ਸੀਟ ਖੋਲੀ, ਜਿਹੜੀ ਸਲਾਈਡਿੰਗ ਡੋਰ ਹੁੰਦੀ ਹੈ ਨਾ, ਜੇ ਤੁਹਾਨੂੰ ਪਤਾ ਵੱਡੀਆਂ ਵੈਨਾਂ ਦੇ, ਜੀ ਹਾਂਜੀ, ਤੇ ਉਹ ਖੋਲੀ ਉਹਨਾਂ ਨੇ, ਤਕਰੀਬਨ 20 ਲੀਟਰ ਦੀ ਗੈਲਨ ਵਿੱਚੋਂ ਕੱਢੀ ਵੱਡੀ, ਤਾਂ ਉਹ ਮਤਲਬ ਜਿਹੜੀ ਉਹਨਾਂ ਹਨਾ ਸਾਰਾ ਥੜਾ ਧੋਤਾ। ਮੈਂ ਤਕਰੀਬਨ 4-4:15 ਆਣ ਕੇ ਦੇਖਦਾ ਤੇ ਮੈਂ ਕਿਹਾ ਗਿੱਲਾ ਪਤਾ ਨੀ ਕਿੱਥੋਂ ਹੋ ਜਾਂਦਾ ਹੈ ਜੀ ਜੀ। ਤੇ ਆਪਣੇ ਮਨ ਚ ਉਦਾਂ ਹੰਕਾਰ ਜਾ ਕੇ ਵੀ ਮੱਥਾ ਟੇਕ ਲਿਆ, ਪਤਾ ਨੀ ਕਿੱਡੀ ਕਹੀਂ ਕੱਦੂ ਚ ਤੀਰ ਮਾਰ ਲਿਆ ਨਾ। ਤੇ ਉਹ ਮੈਂ ਜਦ ਦੇਖਿਆ ਬੀਬੀ ਜੀ ਉੱਥੇ ਥੜਾ ਉਹਨਾਂ ਨੇ ਸਾਰਾ ਧੋਤਾ, ਨਮਸਕਾਰ ਕੀਤੀ, ਅੰਦਰ ਚਲੇ ਗਏ। ਹਾਂਜੀ ਵਾਹਿਗੁਰੂ। ਤੇ ਮਤਲਬ ਮਨ ਦੇ ਵਿੱਚ ਹੋਇਆ ਵੀ ਦੇਖੋ ਦੁਨੀਆ ਪਰੇ ਤੋਂ ਪਰੇ, ਮਹਾਰਾਜ ਦੇ ਸਥਾਨਾਂ ਦੀ ਜਾਂ ਨਿਸ਼ਾਨਾਂ ਦੀ ਸੇਵਾ ਕਰਨ ਵਾਲੀ ਸੰਗਤ ਪਰੇ ਤੋਂ ਪਰੇ ਆ। ਇਹ ਜਿਹੜਾ ਇਹਨਾਂ ਨੇ ਸੋਸ਼ਲ ਮੀਡੀਆ ਤੇ ਗਾਵਾਂ ਰੌਲੀ ਪਾਈ ਹੈ ਨਾ, ਇਹ ਸਿਰਫ ਲੋਕ ਆਪਣੇ ਪਰਿਵਾਰਾਂ ਨੂੰ ਤੇ ਆਪਣੇ ਆਲੇ ਦੁਆਲੇ ਨੂੰ ਹੀ ਨੁਕਸਾਨ ਪਹੁੰਚਾ ਰਹੇ ਨੇ। ਜਿਹੜੇ ਗੁਰੂ ਦੇ ਪਿਆਰੇ ਨੇ ਨਾ, ਉਹਨਾਂ ਨੂੰ ਇਹ ਉਹਨਾਂ ਦਾ ਬਾਲ ਵੀ ਵਿੰਗਾ ਨਹੀਂ ਕਰ ਸਕਦੇ। ਵਾਹਿਗੁਰੂ, ਗੁਰੂ ਪਾਤਸ਼ਾਹ ਰਹਿਮਤ ਕਰਨ ਜੀ। ਜਿਹੜੇ ਬੰਦੇ ਟੁੱਟੇ ਆ ਨਾ ਗੁਰੂ ਨੂੰ, ਉਹਨਾਂ ਨੂੰ ਦੇਖੋ ਉਹ ਤਾਂ ਪਹਿਲਾਂ ਹੀ ਟੁੱਟੇ ਨੇ। ਸਵਾਦ ਇਹਨਾਂ ਦੀਆਂ ਤੁਰਕਾਂ ਦਾ, ਇਹਨਾਂ ਦੇ ਕਿੰਤੂਆਂ ਪਰੰਤੂਆਂ ਦਾ ਤਾਂ ਆਇਆ ਜੇ ਕਿਸੇ ਨੂੰ ਜੋੜੇ ਨੂੰ ਤੋੜ ਕੇ ਦਿਖਾਉਣ ਦਾ, ਠੀਕ ਹੈ ਨਾ। ਨਹੀਂ ਜੀ ਨਹੀਂ, ਵਾਹਿਗੁਰੂ ਕਿਰਪਾ ਕਰਨ ਜੀ। ਹਾਂਜੀ ਬੜੀ ਕਿਰਪਾ ਕੀਤੀ ਜੋ ਆਪ ਜੀ ਨੇ, ਇਤਨੇ ਮਹਿੰਗੇ ਬਚਨ ਨੇ। ਮੈਂ ਦੱਸ ਨਹੀਂ ਸਕਦਾ, ਇਹ ਕੋਈ ਐਸੀ ਨਹੀਂ ਗੱਲ ਕਿ ਆਪਾਂ ਸਿਰਫ ਵੈਸੇ ਹੀ ਆਪਣਾ ਜਿੱਦਾਂ ਕਹਿੰਦੇ ਘੁਮਾਰੀ ਆਪਣਾ ਭਾਂਡਾ ਸਰਾਉਂਦੀ, ਉਹ ਗੱਲ ਨਹੀਂ ਹੈ। ਜਿੰਨੀ ਭਾਵਨੀ ਵਾਲੇ ਬਚਨ ਉਹ ਗੁਰਮੁਖ ਪਿਆਰੇ ਸਰਵਣ ਕਰਵਾ ਕੇ ਕਹਿੰਦੇ ਇਹ ਪ੍ਰਾਈਸਲੈਸ ਆ। ਇਹ ਮਤਲਬ ਏਦਾਂ ਦੀ ਚੀਜ਼ ਤੁਹਾਨੂੰ ਆਲੇ ਦੁਆਲੇ ਮਿਲਣੀ ਨਹੀਂ ਛੇਤੀ ਕਿਤੇ। ਹਾਂਜੀ ਵਾਹਿਗੁਰੂ ਰਹਿਮਤ ਕਰਨ ਜੀ। ਬਸ ਇਹ ਬੋਲਿਆ ਤਾਂ ਹੀ ਸਫਲ ਹੈ, ਜੇ ਸੰਗਤਾਂ ਜਾ ਕੇ ਇਹ ਪ੍ਰੈਕਟੀਕਲ ਜ਼ਰੂਰ ਕਰਨ। ਮੈਂ ਇੱਥੇ ਇੱਕ ਬਚਨ ਹੋਰ ਰੱਖਦਾ ਬਾਬਾ ਜੀ ਨਾਲ ਦੀ ਨਾਲ, ਮੈਂ ਖਿਮਾ ਚਾਹੁੰਦਾ ਥੋੜ੍ਹੀ। ਮਹਿੰਦਰ ਸਿੰਘ ਜੀ, ਮੈਂ ਤੁਹਾਨੂੰ ਇੱਕ ਪਿਆਰ ਦਾ ਬਚਨ ਸੁਣਾਉਣ ਲੱਗਾ। ਜੇ ਤੁਸੀਂ ਨਾ ਸੱਚਮੁੱਚ ਪਿਆਰ 'ਚ ਬਹਿ ਕੇ ਸਰਵਣ ਕਰ ਰਹੇ ਹੋਗੇ, ਜੇ ਉਹ ਫੋਟੋ ਖਿਚਾਉਣ ਵਾਲੇ ਬੰਦੇ ਦੇ ਨਾਲ ਦੀ ਸੋਚ ਰੱਖੋਗੇ ਫਿਰ ਨਹੀਂ। ਦੇਖੋ ਮੈਨੂੰ ਇੱਕ ਮਨ ਦੇ ਵਿੱਚ ਯਕੀਨ ਹੈ ਕਿ ਮੇਰਾ ਗੁਰੂ ਰਹਿਮਤ ਕਰੇਗਾ, ਇਸ ਲਈ ਮੈਂ ਝੱਟ ਦਾ ਨਹੀਂ ਕਹਤਾ। ਤੁਸੀਂ ਜੱਜ ਬਣ ਗਏ, ਮੈਂ ਆਪ ਅਪਰਾਧੀ ਜਗ੍ਹਾ ਆ ਗਿਆ। ਤੁਹਾਨੂੰ ਕਿਹਾ ਦੋਨੋਂ ਤਰੀਕੇ ਨਾਲ ਜਾਓ, ਜੋ ਵੀ ਤੁਸੀਂ ਮੈਨੂੰ ਆਣ ਕੇ ਕਹਿ ਦੋਗੇ ਕਬੂਲ ਹੋਵੇਗਾ। ਜੇ ਤੁਸੀਂ ਕਹਿ ਦੋਗੇ ਨਾ ਤੇਰਾ ਇਹ ਬੋਲਿਆ ਨਹੀਂ ਫਲਿਆ, ਮੈਨੂੰ ਉੱਥੇ ਜਾ ਕੇ ਕੁਝ ਨਹੀਂ ਪ੍ਰਾਪਤ ਹੋਇਆ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਚੁੱਪ ਕਰਕੇ ਘਰੇ ਬੈਠ ਜਾਵਾਂਗਾ। ਤੁਸੀਂ ਜੱਜ, ਮੈਂ ਅਪਰਾਧੀ। ਪਰ ਤੁਹਾਨੂੰ ਉਸ ਗੱਲ 'ਤੇ ਯਕੀਨ ਨਹੀਂ ਆ ਰਿਹਾ। ਕਿਉਂ ਨਹੀਂ ਆ ਰਿਹਾ? ਕਿਉਂਕਿ ਤੁਸੀਂ ਕੱਚਿਆਂ ਦੇ ਲੜ ਯਾਰੀਆਂ ਪਾਉਣ ਲੱਗ ਪਏ ਹੋ। ਮੇਰੀ ਆਪ ਜੀ ਦੇ ਚਰਨਾਂ ਵਿੱਚ ਸਿਰ ਰੱਖ ਕੇ ਹੈ, ਕੱਚਿਆਂ ਨੂੰ ਛੱਡ ਕੇ ਪੱਕੇ ਗੁਰੂ ਦੇ ਲੜ ਲੱਗੀ ਆਪਾਂ। ਜਿਹੜੇ ਡੇਰਿਆਂ ਦੀ ਪੰਜਾਬ ਦੇ ਵਿੱਚ ਤੁਸੀਂ ਗੱਲ ਕਰ ਰਹੇ ਹੋ, ਔਰ ਨਾਲ ਦੀ ਨਾਲ ਐਗਜ਼ੈਂਪਲ ਵੀ ਦੇਈ ਜਾ ਰਹੇ ਹੋ। ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੀ ਇਹਨਾਂ ਡੇਰਿਆਂ 'ਚੋਂ ਨਿਕਲੇ ਸੀ, ਔਰ ਉਹਨਾਂ ਨੇ, ਜੇ ਤੁਸੀਂ ਉਹਨਾਂ ਨੂੰ ਮੰਨਦੇ ਹੋ ਤਾਂ ਉਹਨਾਂ ਦੀ ਮੰਨ ਲਓ। ਉਹ ਵੀ ਤੁਹਾਨੂੰ ਇਹ ਸਿੱਖਿਆ ਦਿੰਦੇ ਨੇ। ਜਿੰਨੇ ਵੀ ਅੱਜ ਤੱਕ ਦੇ ਵਿਦਵਾਨ ਲਾ ਲਓ, ਭਗਤ ਸਾਹਿਬਾਨ ਲਾ ਲਓ, ਉਹਨਾਂ ਨੇ ਇਸੇ ਦਰ ਦੇ ਨਾਲ ਜੋੜਿਆ। ਔਰ ਮੈਂ ਵੀ ਉਸੇ ਦਰ ਦਾ ਇੱਕ ਬਹੁਤ ਘਸਿਆ ਜਿਹਾ ਇੱਕ ਕੁੱਤਾ ਆ, ਜਿਹੜਾ ਭੌਂਕ ਕੇ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਮੈਂ ਕੁੱਤਾ ਆ, ਪਰ ਜਿਹੜਾ ਅੰਦਰ ਆ ਉਹ ਸਰਬ ਕਲਾ ਸੰਪੰਨ ਆ। ਇੱਕ ਵਾਰੀ ਉਹਦੇ ਕੋਲ ਚਲ ਜਾਓ, ਉਹ ਤੁਹਾਡੇ ਮਨ ਨੂੰ ਜ਼ਰੂਰ ਸ਼ਾਂਤੀ ਦੇਵੇਗਾ। ਵਾਹਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ। ਸੋ ਭਾਈ ਸਾਹਿਬ ਜੀ, ਮੇਰੇ ਖਿਆਲ ਨਾਲ ਆਪਾਂ ਹੁਣ ਫਤਿਹ ਸਾਂਝ ਪਾਉਂਦੇ ਜੀ। ਤਕਰੀਬਨ 2 ਘੰਟੇ ਦਾ ਪ੍ਰੋਗਰਾਮ ਹੋ ਚੁੱਕਾ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ। ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਸੋ ਗੁਰੂ ਪਿਆਰਿਓ, ਮੇਰੀ ਇੰਨੀ ਹੀ ਲਾਸਟ ਵਿੱਚ ਫਿਰ ਤੋਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ
ਸੁਣੇ ਦਾ ਇੱਥੇ ਬੋਲੇ ਦਾ ਤਾਂ ਹੀ ਲਾਭ ਹੈ ਜੇ ਪ੍ਰੈਕਟੀਕਲ ਕਰੋਗੇ। ਪ੍ਰੈਕਟੀਕਲ ਜ਼ਰੂਰ ਕਰਿਓ, ਬਾਣੀ ਦੇ ਧਾਰਨੀ ਹੋਈਏ। ਵਾਹਿਗੁਰੂ ਸੱਚੇ ਪਾਤਸ਼ਾਹ ਸਾਰੇ ਗੁਰਸਿੱਖਾਂ 'ਤੇ ਮਿਹਰ ਭਰਿਆ ਹੱਥ ਰੱਖਣ ਔਰ ਇੱਕ ਨਿਸ਼ਾਨ ਸਾਹਿਬ ਜੀ ਥੱਲੇ ਇਕੱਠੇ ਹੋਣ ਦਾ ਜਿਹੜਾ ਬਲ ਬਖਸ਼ਣ। ਇਹ ਸਾਰੇ ਜਦੋਂ ਗੱਲ ਕਰਦੇ ਨੇ, ਭਾਵੇਂ ਉਹ ਕਿਸੇ ਵੀ ਤਰੀਕੇ ਨਾਲ ਸਾਨੂੰ ਤੋੜਨ ਵਾਲੇ ਹੋਣ, ਉਹ ਵੀ ਜਦੋਂ ਕਹਿਣਗੇ ਨਾ ਇਹੀ ਕਹਿਣਗੇ ਇੱਕ ਨਿਸ਼ਾਨ ਸਾਹਿਬ ਜੀ ਥੱਲੇ ਇਕੱਠੇ ਹੋਣ ਦਾ ਬਲ ਬਖਸ਼ਣ। ਅਤੇ ਜੇ ਨਿਸ਼ਾਨ ਸਾਹਿਬ ਨੂੰ ਅਸੀਂ ਮੰਨਾਂਗੇ ਨਹੀਂ ਤਾਂ ਇਕੱਠੇ ਕਿਹਦੇ ਥੱਲੇ ਹੋਣਾ। ਸੋ ਇੱਥੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਨੇ। ਸੋ ਆਓ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਆਪਾਂ ਅਰਦਾਸ ਬੇਨਤੀ ਕਰੀਏ ਜੀ। ਇੱਕ ਮੈਂ ਗੱਲ ਕਹਿਣੀ ਚਾਹਾਂਗਾ, ਜੇ ਸ਼ਾਇਦ ਇਹਨਾਂ ਨੂੰ ਮਹਿੰਦਰ ਸਿੰਘ ਹੁਣਾਂ ਨੂੰ ਗੱਲ ਤੇ ਆਪ ਜੀ ਦੇ ਵਚਨਾਂ ਤੇ ਯਕੀਨ ਨਾ ਆਵੇ, ਪਰ ਮੈਂ ਭਾਈ ਗੁਰਦਾਸ ਜੀ ਦੀ ਇੱਕ ਜਿਹੜੀ ਵਾਰ ਹੈ ਉਹਦਾ ਜ਼ਿਕਰ ਕਰਨਾ ਚਾਹਾਂਗਾ ਇੱਥੇ ਜੀ। ਸਾਡੀ ਕਈ ਗੱਲ ਤਾਂ ਚਲੋ ਅਸੀਂ ਕੁਛ ਵੀ ਨਹੀਂ ਗਏ, ਨਾ ਸਾਡੀ ਕੋਈ ਅਹਿਮੀਅਤ ਹੈ, ਨਾ ਸਾਡਾ ਕੋਈ ਮਤਲਬ ਇੱਥੇ ਇੱਕ ਫੁੱਟੀ ਕੋਡੀ ਵੱਲੋਂ ਬਰੋਬਰ ਮੁੱਲ ਨਹੀਂ ਹੈ ਸਾਡਾ। ਅਸੀਂ ਤਾਂ ਗੁਰੂ ਘਰ ਦੇ ਇੱਕ ਮਤਲਬ ਕਹਿ ਲਓ ਵੀ ਕਿਣਕਾ ਵੀ ਜਿਹੜਾ ਹੈ ਉਹ ਬੇਸ਼ਕੀਮਤੀ ਹੈ ਸਾਡੀ, ਤਾਂ ਕਿਣਕੇ ਦੇ ਬਰੋਬਰ ਵੀ ਨਹੀਂ ਸਾਡੀ ਔਕਾਤ ਕੋਈ ਹੈ ਨਹੀਂ। ਬਿਲਕੁਲ ਭਾਈ ਸਾਹਿਬ ਭਾਈ ਗੁਰਦਾਸ ਜੀ ਮਤਲਬ ਜਿਹੜੇ ਜਿਨ੍ਹਾਂ ਤੋਂ ਮਹਾਰਾਜ ਨੇ ਬਾਣੀ ਲਿਖਵਾਈ ਹੈ, ਉਹ ਲਿਖਦੇ ਨੇ ਕਿ ਚਰਨ ਸਰਨ ਗੁਰ ਏਕ ਪਿੰਡਾ ਜਾਏ ਚੱਲ, ਸਤ ਗੁਰ ਕੋਟ ਪਿੰਡਾ ਆਗੇ ਹੋਏ ਲੇਤ ਹੈ। ਇੱਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰ ਗੁਰ ਹੇਤ ਹੈ। ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸਤਿਗੁਰ ਦਇਆ ਨਿਤ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਸੋ ਜੇ ਗੁਰੂ ਦੀ ਚਰਨ ਸ਼ਰਨ ਦੇ ਵਿੱਚ ਤੁਸੀਂ ਇੱਕ ਪੈਰ ਚੱਲ ਕੇ ਵੀ ਜਾਂਦੇ ਤਾਂ ਗੁਰੂ ਮਹਾਰਾਜ ਕਰੋੜਾਂ ਪਿੰਡਾਂ ਅੱਗੇ ਆ ਕੇ ਤੁਹਾਨੂੰ ਆਪਣੇ ਜਿੱਦਾਂ ਬੱਚਾ ਨਹੀਂ ਜਦੋਂ ਤੁਰਨਾ ਸਿੱਖਦਾ, ਹਾਂਜੀ, ਜਿਹੜੇ ਘਰਾਂ 'ਚ ਔਲਾਦਾਂ ਨੇ ਜਿਨ੍ਹਾਂ ਨੂੰ ਬੱਚੇ ਜਿਨ੍ਹਾਂ ਦੇ ਛੋਟੇ ਛੋਟੇ ਜਦੋਂ ਹੁੰਦੇ ਨੇ, ਬੱਚਾ ਜਦੋਂ ਪਹਿਲਾ ਕਦਮ ਪੁੱਟਦਾ ਨਾ ਤੇ ਮਾਂ ਪਿਓ ਭੱਜ ਕੇ ਉਹਨੂੰ ਜੱਫੀ ਪਾ ਲੈਂਦਾ, ਚੁੱਕ ਲੈਂਦਾ ਕੁੱਛੜ ਤੇ, ਬੜਾ ਉਹਨੂੰ ਚੁੰਮਦਾ, ਮੇਰੇ ਬੱਚੇ ਨੇ ਅੱਜ ਪਹਿਲਾ ਕਦਮ ਪੁੱਟਿਆ। ਜੇ ਗੁਰੂ ਮਹਾਰਾਜ ਵੱਲੋਂ ਅਸੀਂ ਪਹਿਲਾ ਕਦਮ ਪੁੱਟਾਂਗੇ ਤਾਂ ਮਹਾਰਾਜ ਆਪ ਚੱਕ ਲੈਣਗੇ। ਤੇ ਸਾਡੀਆਂ ਕਈਆਂ ਗੱਲਾਂ ਤੇ ਨਹੀਂ ਯਕੀਨ ਕਿਸੇ ਨੂੰ ਹੈਗਾ, ਤੇ ਨਾ ਅਸੀਂ ਭਾਈ ਨਾ ਚਲੋ ਸਾਡੀ ਤਾਂ ਕੋਈ ਹੈਸੀਅਤ ਵੀ ਨਹੀਂ, ਪਰ ਭਾਈ ਗੁਰਦਾਸ ਜੀ ਦੇ ਬਚਨ ਨਾਲ ਜਾਂ ਹੋਰ ਬਾਣੀ ਪੜ੍ਹ ਕੇ ਦੇਖ ਲਵੋ, ਜੇ ਤੁਹਾਡਾ ਮਨ ਮਹਾਰਾਜ ਦੇ ਦਰ ਤੋਂ ਨਾ ਸੰਤੁਸ਼ਟ ਹੋਇਆ ਨਾ, ਫਿਰ ਮਾਫ ਕਰਿਓ, ਉਸ ਬੰਦੇ ਦੀ ਸੰਤੁਸ਼ਟੀ ਕੋਈ ਬ੍ਰਹਮੰਡ ਵਿੱਚ ਕੋਈ ਐਸਾ ਨਹੀਂ ਹੈ ਜਿਹੜਾ ਕਰਵਾ ਦੇ। ਗੁਰੂ ਪਾਤਸ਼ਾਹ ਰਹਿਣ ਤੱਕ ਕਹਿੰਦੇ ਆਪਣੇ ਸਾਰਿਆਂ ਲਈ ਇੱਥੇ ਅਰਦਾਸ ਬੇਨਤੀ ਹੈ। ਬਿਲਕੁਲ ਸਾਰਿਆਂ ਦੀ ਅਰਦਾਸ ਬੇਨਤੀ ਹੈ। ਫਿਰ ਨੁਕਸਾਨ ਹੋਊਗਾ ਜੇ ਮਹਾਰਾਜ ਦੇ ਲੜ ਲੱਗਾਂਗੇ ਤਾਂ ਕਿਸੇ ਚੀਜ਼ ਦੀ ਮਹਾਰਾਜ ਆਰਾ ਵੀ ਚੱਲ ਜਾਊਗਾ, ਪਰ ਸੁੱਖ ਵੀ ਹਿਸਾਬ ਨਾਲ ਬੰਦ ਹੋਊ। ਫਿਰ ਵਾਹਿਗੁਰੂ ਸਾਨੂੰ ਤਾਂ ਸਿਰ ਦੁਖਦਾ ਹੋਵੇ, ਨਿਤਨੇਮ ਨਹੀਂ ਹੁੰਦਾ ਸਾਡੇ ਕੋਲ। ਹਾਂਜੀ, ਕੁਝ ਬੰਦਾ ਕਹਿੰਦਾ ਚੱਲ ਕੱਲ ਨੂੰ 2 ਕਰ ਲਵਾਂ, ਵੀ ਛੱਡੋ ਅੱਜ। ਜੀ ਜੇ ਪੂਰੇ ਨੂੰ ਸੁਣਨਾ ਫਿਰ ਪੂਰਾ ਬਣਾ ਦੂਗਾ ਉਹ, ਪਰ ਗੱਲ ਆ ਵੀ ਅਸੀਂ ਉਹਨੂੰ ਪੂਰੀ ਮੰਨ ਵੀ ਲਈਏ, ਸੁਣ ਵੀ ਲਈਏ। ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਮਹਿੰਦਰ ਸਿੰਘ ਜੀ, ਦੇਖੋ ਇੱਕ ਵਚਨ ਆਪ ਜੀ ਨੇ ਹੋਰ ਰੱਖਿਆ, ਮੈਂ ਲਾਸਟ ਦੇ ਵਿੱਚ ਆਪ ਜੀ ਦੇ ਜਵਾਬ ਦੇ ਕੇ ਖਿਮਾ ਦੀ ਰਚਨਾ ਕਰਾਂਗਾ। ਤੁਸੀਂ ਕਿਹਾ ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਨਾਲ ਕਿਹੜਾ ਖੜਿਆ, ਮੈਂ ਤੁਹਾਨੂੰ ਉਹਦਾ ਨਾਮ ਦੱਸ ਦਿੰਦਾ ਕੌਣ ਖੜਿਆ। ਉਹਨਾਂ ਨਾਲ ਵਾਹਿਗੁਰੂ ਦਾ ਸਿਮਰਨ ਖੜਿਆ, ਉਹਨਾਂ ਨਾਲ ਗੁਰਬਾਣੀ ਦੇ ਜਾਪ ਖੜੇ, ਉਹਨਾਂ ਨਾਲ ਕੀਤੀ ਹੋਈ ਉਸ ਅਕਾਲ ਤਖਤ ਸਾਹਿਬ ਤੋਂ ਖੜ੍ਹ ਕੇ ਜੋ ਅਰਦਾਸ ਕੀਤੀ ਸੀ ਉਹ ਅਰਦਾਸ ਖੜੀ। ਅਤੇ ਜੈਸ ਨਿਸ਼ਾਨ ਸਾਹਿਬ ਜੀ ਦੇ ਬਾਬਤ ਆਪਾਂ ਪ੍ਰੋਗਰਾਮ ਕਰ ਰਹੇ ਨਾ, ਇਸ ਨਿਸ਼ਾਨ ਸਾਹਿਬ ਜੀ ਦੇ ਥੱਲੇ ਜਦੋਂ ਖੜ੍ਹੇ ਸੀ, ਇਹ ਨਿਸ਼ਾਨ ਸਾਹਿਬ ਜੀ ਉਹਨਾਂ ਦੇ ਸਿਰ ਦੇ ਉੱਤੇ ਜਿਹੜਾ ਸੀ ਨਾ, ਉਹ ਕਿਰਪਾ ਰੂਪੀ ਛਾਂ ਕੀਤੀ। ਸੋ ਆਪਣੇ ਹਰ ਇੱਕ ਸਵਾਲ ਦਾ ਜਵਾਬ ਜਿਹੜਾ ਹੈਗਾ ਉਹ ਗੁਰਬਾਣੀ ਦੇ ਵਿੱਚ ਆ। ਦਾਸੜੇ ਤੋਂ ਬੋਲ ਰੱਖਦਿਆਂ ਬਹੁਤ ਸਾਰੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਸੋ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਦਾਸੜੇ ਲਈ ਅਰਦਾਸ ਬੇਨਤੀ ਕਰਿਓ ਕਿ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਜੋ ਜਿਵੇਂ ਗੁੰਗੇ ਦੇ ਬੋਲਿਆਂ ਦੇ ਸਿਰਾਂ ਦੇ ਉੱਪਰ ਕਿਰਪਾ ਰੂਪੀ ਸੋਟੀ ਕਰਕੇ ਗੁਰਬਾਣੀ ਦੇ ਗੀਤਾ ਦੇ ਅਰਥ ਕਰਵਾਏ ਸਨ, ਉਸੇ ਤਰੀਕੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਹੀ ਸਾਡੇ ਵਰਗੇ ਕੁੱਕਰਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਦਰ ਦੇ ਲਈ ਜਿਹੜਾ ਬੁਲਾਵਾ ਦੇਣ ਵਾਲੀ ਜਿਹੜੀ ਕੂਕ ਹੈ ਮਨ 'ਚੋਂ ਕਢਵਾਉਂਦੇ ਰਹਿਣ। ਕਦੇ ਵੀ ਕੋਈ ਇਹੋ ਜਿਹਾ ਬੋਲ ਨਾ ਕਢਾ ਦੇਣ ਜਿਹਦੇ ਨਾਲ ਕੋਈ ਦਰ ਆਉਣ ਵਾਲਾ ਜਿਹੜਾ ਸੀ ਉਹ ਮੁੱਖ ਮੋੜ ਕੇ ਚਲਿਆ ਜਾਵੇ। ਬਸ ਇੰਨੀ ਬੇਨਤੀ ਹੈ ਜੀ। ਬਾਕੀ ਗੁਰਸਿੱਖਾਂ 'ਤੇ ਮੇਰਾ ਇਹ ਤਰਲਾ ਹੈ, ਜੇ ਤੁਹਾਨੂੰ ਸਾਡੀ ਜੋ ਸੇਵਾ ਚੱਲ ਰਹੀ ਆ ਇਹਦੇ ਵਿੱਚ ਤੁਹਾਨੂੰ ਥੋੜ੍ਹਾ ਵੀ ਜਾਪ ਰਿਹਾ ਸਾਡਾ ਕੋਈ ਹੈਗਾ ਆ ਦੇਣ, ਤਾਂ ਫਿਰ ਸਾਡੀ ਬਸ ਇੱਕ ਮੰਗ ਜ਼ਰੂਰ ਪੂਰੀ ਕਰ ਦਿਓ। ਗੁਰੂ ਘਰ ਜਾਓ, ਬਿਲਕੁਲ ਪ੍ਰੈਕਟੀਕਲ ਜਿੱਦਾਂ ਇਹ ਕਹਿੰਦੇ ਹੁੰਦੇ ਕਰਨ ਨੂੰ, ਉਹ ਕਰਕੇ ਦੇਖੋ ਅਤੇ ਆਪਣੇ ਲੋਕ ਪਰਲੋਕ ਜਿਹੜਾ ਹੈ ਉਹਨਾਂ ਪਾਸੋਂ ਹਿੱਲਿਆਂ ਕਰੀਏ। ਆਓ ਆਪਾਂ ਕਿੰਤੂ ਪਰੰਤੂਆਂ ਦਾ ਜਿਹੜਾ ਪਾਰ ਪਾਉਂਦੇ ਹੋਏ ਕੇਵਲ ਅਤੇ ਕੇਵਲ ਗੁਰੂ ਸਾਹਿਬ ਜੀ ਦੇ ਲੜ ਲੱਗੀਏ। ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਵਾਹਿਗੁਰੂ ਸੱਚੇ ਪਾਤਸ਼ਾਹ ਆਪ ਸਾਰੇ ਗੁਰਸਿੱਖਾਂ ਦੀ ਜਿਹੜੀ ਹਾਜ਼ਰੀ ਆਪਣੇ ਦਰ ਘਰ ਵਿੱਚ ਕਬੂਲ ਕਰਨ। ਅਤੇ ਦੀਨ ਦਿਆਲ ਜੀ ਨੇ ਜੋ ਅੱਜ ਵਡਭਾਗਾ ਸਮਾਂ ਬਖਸ਼ਿਆ ਹੈ, ਆਪਣੇ ਆਪਾਂ ਘਰਾਂ ਦੇ ਵਿੱਚ ਬੈਠੇ ਹਾਂ, ਆਓ ਆਪਾਂ ਘਰ ਵਿੱਚ ਧਰਮਸਾਲ ਸਾਜਦੇ ਹੋਏ ਆਪਣਾ ਗੁਰਬਾਣੀ ਦੇ ਲੜ ਲੱਗੀਏ, ਵਾਹਿਗੁਰੂ ਦੇ ਸਿਮਰਨ ਕਰੀਏ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।